देश दुनिया च वसदे पंजाबियां नूं जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने जथेदार तोता सिंह। बड़ियां दिलचस्प घटनावां वापर जांदियां कई वारी। एक दिन मैनूं सरदार तरलोचन सिंह कहंदे कहंदे जथेदार तोता सिंह तकड़ी वाले अकाली दल दे प्रधान रहे। तो मैं शशो पंच पै गया, वैबसाइट देखी जावां, फरोली जावां, कागज पत्र गूगल करी जावां, मैनूं किधरे नज़र नहीं आए। मैं जथेदार साहब नूं फोन लाया, मैनूं कहंदे कई चीज़ां ऐसियां हुंदियां जिहड़ियां नज़र ना भी आउण ते हुंदियां ने। सो जथेदार साहब नाल दो तीन गल्लां होर इस विषय ते होईयां कि अंग्रेजी लाजमी करती तुसीं पहली तो, उदों बड़ा रौला रप्पा पिया। ये भी पहलू बड़ा दिलचस्प सी, इहदे विच तीन चार कहानियां आ जुड़ियां। जथेदार साहब होर दस्सण लगे जदों ते मैनूं जिग्यासा वधदी गई। आखिर मैं दो किताबां लिखियां, अकाली इतिहास ते किताब लिखी जाना है। मैनूं जथेदार साहब दा चेहरा होर तर੍ਹਾਂ ਦਾ ਲੱਗਣ ਲੱਗਿਆ। ਸਾਡੇ ਲਈ ਜਥੇਦਾਰਾਂ ਦੇ ਚਿਹਰੇ, ਇਹਨਾਂ ਦੇ ਮਹਾਂਦਰੇ ਕੁਝ ਹੋਰ ਤਰੀਕੇ ਨਾਲ ਪਰਿਭਾਸ਼ਿਤ ਕੀਤੇ ਗਏ ਆ। ਸੋ ਮੇਰੀ ਦਿਲਚਸਪੀ ਵੱਧਦੀ ਗਈ ਤੇ ਇਸ ਦਿਲਚਸਪੀ ਦੇ ਵਿੱਚੋਂ ਅੱਜ ਅਸੀਂ ਇਕੱਠੇ ਆ। ਸੋ ਜੀ ਆਇਆਂ ਜਥੇਦਾਰ ਤੋਤਾ ਸਿੰਘ ਜੀ। ਤੁਹਾਨੂੰ ਵੀ ਬਹੁਤ ਜੀ ਆਇਆਂ। ਜਥੇਦਾਰ ਸਾਹਿਬ, ਮੈਨੂੰ ਪਹਿਲੀ ਗੱਲ ਤੇ ਉਹ ਸਰਦਾਰ ਤਰਲੋਚਨ ਸਿੰਘ ਵਾਲੀ ਗੱਲ ਪਰਦੇ ਤੇ ਕਲੀਅਰ ਕਰੋ ਵੀ ਇਹ ਤੱਕੜੀ ਵਾਲੇ ਅਕਾਲੀ ਦਲ ਦੇ ਤੁਸੀਂ ਪ੍ਰਧਾਨ ਰਹੇ, ਤੇ ਜੇ ਰਹੇ ਤੇ ਕਦੇ ਅੰਕੜਿਆਂ ਦੇ ਵਿੱਚ ਆਉਂਦਾ ਨਹੀਂ, ਵੈਬਸਾਈਟ ਤੇ ਤੁਹਾਡੀ ਫੋਟੋ ਨਹੀਂ ਲੱਭਦੀ, ਔਰ ਕਈ ਵਾਰੀ ਮੈਂ ਦੇਖਦਾ ਕਿ ਕਿਤਾਬਾਂ 'ਚ ਵੀ ਜ਼ਿਕਰ ਮਾਈਨਸ ਹੈ। ਅਸਲ ਜੀ 89 ਚ ਜਦੋਂ ਬਰਨਾਲਾ ਸਾਹਿਬ ਗਵਰਨਰ ਬਣ ਕੇ ਚਲੇ ਗਏ, ਤਮਿਲਨਾਡੂ ਦੇ ਵੀਪੀ ਸਿੰਘ ਦੀ ਗਵਰਨਮੈਂਟ ਸੀ ਉਦੋਂ ਸੈਂਟਰ। ਜੀ। ਉਸ ਵੇਲੇ ਮੈਨੂੰ ਉਹਨਾਂ ਨੇ ਪ੍ਰਧਾਨ ਬਣਾਇਆ ਸੀਗਾ, ਤੱਕੜੀ ਚੋਂ ਨਿਸ਼ਾਨ ਸੀ ਮੇਰੇ ਕੋਲ। ਅੱਛਾ। ਇਸ ਲਈ ਉਦੋਂ ਮੈਂ ਜਿਹੜੀ ਨੈਸ਼ਨਲ ਕੌਂਸਲ ਏਕਤਾ ਦੀ ਮੀਟਿੰਗ ਆ ਤਮਿਲਨਾਡੂ ਹੋਈ ਸੀ, ਉਹ ਵੀ ਮੈਂ ਅਟੈਂਡ ਐਜ ਪ੍ਰੈਜ਼ੀਡੈਂਟ ਕੀਤੀ ਸੀ। ਉਹਦਾ ਰਿਕਾਰਡ ਆ ਉੱਥੇ ਸਾਰਾ। ਲੋਕਾਂ ਬੋਲਿਆ 45 ਮਿੰਟ ਉੱਥੇ। ਉਹ ਕਸ਼ਮੀਰ ਮਸਲੇ ਤੇ ਪੰਜਾਬ ਮਸਲੇ ਦੇ ਹੱਲ ਕਰਨ ਲਈ ਮੀਟਿੰਗ ਸੱਦੀ ਗਈ ਸੀ। ਇਹਦੇ ਜੋ ਇੱਕ ਮੈਂਬਰ ਹੁੰਦੇ ਆ ਸਾਰੀਆਂ ਪਾਰਟੀਆਂ ਦੇ ਸੀਨੀਅਰ ਲੀਡਰ, ਉਹਦੇ ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੀ ਸੀ, ਵੀਪੀ ਸਿੰਘ ਵੀ ਸੀ। ਸਾਰਾ ਕੋ ਮੇਰਾ 45 ਮਿੰਟ ਦਾ ਲੈਕਚਰ ਆ ਉੱਥੇ ਉਸ ਵੇਲੇ। ਇਹ ਕਿੰਨੇ ਕੁ ਸਾਲ ਜੀ? 89 ਦੀ ਗੱਲ ਆ ਜੀ। ਓਕੇ। 1999 ਦੇ ਵਿੱਚ ਪ੍ਰਧਾਨ ਮੰਤਰੀ ਸੀ। ਕਿੰਨੇ ਸਾਲ ਰਹੇ ਤੁਸੀਂ ਪ੍ਰਧਾਨ? ਪ੍ਰਕਾਸ਼ ਸਿੰਘ ਬਾਦਲ 94 ਸਾਡੀ ਏਕਤਾ ਹੋਈ, ਪਹਿਲਾਂ ਡਿਊਟੀ ਲੜਦੇ ਰਹੇ ਚੋਣ ਨਿਸ਼ਾਨਾਂ ਦੇ ਉੱਤੇ, ਔਰ 94 ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਅਸੀਂ ਪ੍ਰਧਾਨ ਬਣਾਇਆ। ਉਦੋਂ ਗੁਰਚਰਨ ਸਿੰਘ ਟੌੜਾ ਵੀ ਸੀ, ਔਰ ਨਾਲ ਸੁਰਜੀਤ ਸਿੰਘ ਬਰਨਾਲਾ ਸਾਰੇ। ਔਰ ਜਿਹੜੀ ਪਹਿਲੀ ਇਲੈਕਸ਼ਨ ਆ ਤੱਕੜੀ ਦੇ ਉੱਤੇ ਸੀ, ਉਸ ਵੇਲੇ ਮਨਜੀਤ ਸਿੰਘ, ਜਿਹੜਾ ਮਨਪ੍ਰੀਤ ਸਿੰਘ ਬਾਦਲ ਆ, ਉਹਨੂੰ ਮੱਧਕਾਲੀ ਇਲੈਕਸ਼ਨ ਬਿਆਨਸੋ ਦੇ ਕੈਂਡੀਡੇਟ ਦੇ ਮੁਕਾਬਲੇ ਲੜਾਈ ਗਈ ਸੀ, ਔਰ ਬਾਦਲ ਸਾਹਿਬ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਉਸ ਵੇਲੇ। ਅੱਛਾ, ਫਿਰ ਤੁਸੀਂ ਮਰਜ ਕਰ ਜਾਂਦੇ ਹੋ ਇਹ ਜਿਹੜਾ ਬਾਦਲ ਦਲ ਆ ਹੁਣ ਉਹਦੇ ਚ ਹੋ ਗਈ ਸੀਗੀ। ਉਸ ਵੇਲੇ ਮੈਂ ਐਕਟਿੰਗ ਅਧਿਕਾਰ ਦਿੱਤੇ ਸੀ ਕਾਬਲ ਸਿੰਘ ਨੂੰ ਪਹਿਲਾਂ ਜੀ, ਇਸ ਜਦੋਂ ਇਲੈਕਸ਼ਨ ਹੋਈ ਸੀ 92 ਦੀ। ਇਸ ਲਈ ਮੇਰਾ ਕਹਿਣ ਤੋਂ ਭਾਵ ਕਿ ਇਹ ਏਕਤਾ ਹੋਈ, ਏਕਤਾ ਵਿੱਚ ਬਹੁਤ ਮਿਹਨਤ ਕਰਕੇ ਸਾਰੇ ਏਕਤਾ ਦੇ ਸਿਰ ਤੇ ਹੀ ਮਨਪ੍ਰੀਤ ਸਿੰਘ ਬਾਦਲ ਉਸ ਵੇਲੇ ਉਹ ਮੱਧਕਾਲੀ ਇਲੈਕਸ਼ਨ ਜਿੱਤਿਆ ਸੀ। ਬਿਆਨਸੋ ਦਾ ਪ੍ਰਭਾਵ ਬਹੁਤ ਪਿਆ ਸੀ, ਬਹੁਤ ਪ੍ਰੈਸ਼ਰ ਸੀ, ਲੋਕਾਂ ਦੇ ਉੱਤੇ ਦਬਾਅ ਪਾਇਆ ਸੀ ਵੋਟਰ ਦੇ ਉੱਤੇ, ਔਰ ਅਸੀਂ ਸਾਰਿਆਂ ਨੇ ਇਕਮੁੱਠ ਹੋ ਕੇ ਉਹ ਮਨਪ੍ਰੀਤ ਸਿੰਘ ਬਾਦਲ ਨੂੰ ਅਸੀਂ ਗਿੱਦੜਬਾਹੇ ਦੀ ਮੱਧਕਾਲੀ ਇਲੈਕਸ਼ਨ ਜਿਤਾਈ ਸੀ। ਅੱਛਾ, ਅਕਾਲੀ ਦਲ ਨੂੰ ਬਹੁਤ ਵੱਡੀ ਸ਼ਕਤੀ ਮਿਲੀ ਸੀ। ਕੁਦਰਤੀ ਉੱਥੋਂ ਰਿਵਾਈਵ ਹੋਇਆ, ਇੱਕ ਵਾਰੀ ਮੁੜ ਕੇ ਪੈਰਾਂ ਸਿਰ ਅਕਾਲੀ ਦਲ ਉਸ ਇਲੈਕਸ਼ਨ ਤੋਂ ਆਇਆ। ਉਸ ਇਲੈਕਸ਼ਨ ਨੇ ਮੁੱਢ ਬੰਨਤਾ ਸਾਡਾ, ਜਿਹੜੀ 97 ਸਰਕਾਰ ਬਣੀ ਜੀ। ਔਰ ਦੂਸਰੀ ਵੱਡੀ ਗੱਲ, ਜਦੋਂ ਅਸੀਂ 75 ਵਰ੍ਹੇਗੰਢ ਕੀਤੀ, ਉਹ ਮੋਗੇ ਕੀਤੀ ਗਈ ਸੀ ਜੀ। 2 ਦਿਨ ਲਈ ਲੱਖਾਂ ਦਾ ਇਕੱਠ ਹੋਇਆ ਉੱਥੇ। ਮੈਂ ਉੱਥੇ ਇੰਚਾਰਜ ਸੀਗਾ, ਸਟੇਟ ਸੈਕਟਰੀ ਸੀਗਾ, ਬਹੁਤ ਵੱਡੀ ਜ਼ਿੰਮੇਵਾਰੀ ਸੀ। ਔਰ ਜਿੱਦਣ ਅਸੀਂ ਵਰਕ ਕਮੇਟੀ ਫੈਸਲਾ ਕੀਤਾ ਕਿ ਮੋਗੇ 75 ਵਰ੍ਹੇਗੰਢ ਕਰਨੀ, ਸ਼੍ਰੋਮਣੀ ਅਕਾਲੀ ਦਲ ਦੀ ਬਣਾਉਣੀ ਆ, ਤਾਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਦਾਸ ਸੀ ਮੋਗੇ ਦੇ ਕਿਵੇਂ 100 ਪਿੰਡਾਂ 'ਚ ਗਏ, ਔਰ 10 ਦਿਨਾਂ 'ਚ ਰੋਜ਼ 10 ਪਿੰਡ ਕੱਢਦੇ ਸਾਂ। ਲੰਗਰ ਦੀ ਡਿਊਟੀ ਸੰਗਤਾਂ ਦੀ ਲਾਉਂਦੇ ਸਾਂ, ਇਕੱਠ ਦੀ ਲਾਉਂਦੇ ਸਾਂ, ਔਰ ਰਿਕਾਰਡ ਤੋੜ ਇਕੱਠ ਹੋਇਆ। ਤੇ ਮੋਗੇ ਨੇ ਬਹੁਤ ਰਿਸਪੌਂਸ ਦਿੱਤਾ। ਸਾਰੇ ਪੰਜਾਬ ਕੀ ਹਿੰਦੁਸਤਾਨ ਦੇ ਸਾਰੇ ਕੋਨੇ 'ਚ ਉਸ ਵੇਲੇ ਵਰਕਰ ਆਏ ਸੀ ਉਸ ਸ਼ਤਾਬਦੀ ਬਣਾਉਣ ਵਾਸਤੇ 75 ਵਰ੍ਹੇਗੰਢ। ਅੱਛਾ ਜਥੇਦਾਰ ਸਾਹਿਬ, ਇਹ ਜ਼ਰੂਰ ਦੱਸਿਓ ਕਿ ਇਹ ਮੋਗੇ ਨਾਲ ਅਕਾਲੀ ਦਲ ਦਾ ਕੋਈ ਲੱਕੀ ਚਾਮ? ਅਕਸਰ ਜਦੋਂ ਗੱਲ ਹੁੰਦੀ ਕਹਿੰਦੇ ਮੋਗਿਓਂ ਸ਼ੁਰੂ ਕਰ ਲਓ। 2-3 ਮੋੜ ਆਏ ਆ ਅਕਾਲੀ ਪੋਲਿਟਿਕਸ ਦੇ ਵਿੱਚ, ਔਰ ਮੈਂ ਮਹਿਸੂਸ ਕੀਤਾ ਕਿ ਉਹ ਮੋਗੇ ਨੂੰ ਚੁਣਿਆ ਜਾਂਦਾ ਹੈ। ਇਹ ਜਥੇਦਾਰ ਤੋਤਾ ਸਿੰਘ ਦੀ ਖਾਸੀਅਤ ਰਹੀ ਕਿ ਜਾਂ ਅਕਾਲੀ ਦਲ ਨੂੰ ਮੋਗਾ ਵੈਸੇ ਕਿਸੇ ਪੰਡਤ ਤੋਂ ਪੁੱਛ ਲਿਆ? ਕਿਸੇ ਪੰਡਤ ਤੋਂ ਨਹੀਂ ਪੁੱਛਿਆ, ਅਸੀਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਦੇ ਹਾਂ ਜੀ। ਔਰ ਅਸੀਂ ਜਦੋਂ ਉੱਥੇ ਵਰਕ ਕਮੇਟੀ 'ਚ ਫੈਸਲਾ ਕਰਕੇ 75 ਵਰ੍ਹੇਗੰਢ ਕੀਤੀ ਸੀ ਮੋਗੇ ਦੀ ਧਰਤੀ ਦੇ ਉੱਤੇ ਜੀ। ਉਸ ਤੋਂ ਮਗਰੋਂ 97 ਦੀ ਇਲੈਕਸ਼ਨ ਆ ਗਈ। ਪਹਿਲਾਂ 96 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਲੜੀਆਂ ਗਈਆਂ, ਉਹਦੀ ਬਹੁਤ ਵੱਡੀ ਜੱਥਾ ਹਾਸਲ ਹੋਈ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਥੱਲੇ ਗੁਰਚਰਨ ਸਿੰਘ ਟੌੜੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ। ਔਰ ਉਸ ਤੋਂ ਮਗਰੋਂ ਫਿਰ ਅਸੈਂਬਲੀ ਆ ਗਈ। ਅਸੈਂਬਲੀ ਹੀ ਸਭ ਤੋਂ ਵੱਡੀ ਗੱਲ ਕਿਲੀ ਚਲਾਂ, ਜੋ ਲੁਧਿਆਣੇ ਤੇ ਮੋਗੇ ਦੀ ਹੱਦ ਤੇ ਪੈਂਦਾ, ਔਰ ਬਹੁਤ ਇਤਿਹਾਸਕ ਗੁਰਦੁਆਰਾ ਉੱਥੇ ਸਾਡੇ,
ਉਸ ਥਾਂ ਤੇ ਅਸੀਂ ਜ਼ਮੀਨ ਲੈ ਕੇ ਉੱਥੇ ਪਹਿਲ ਬਹੁਤ ਵੱਡਾ ਇਕੱਠ ਕੀਤਾ, ਉਹ ਵੱਡੀ ਰੈਲੀ ਕੀਤੀ ਜਿਹੜੀ ਜਿੱਤ 'ਚ ਬਦਲੀ। ਜੀ ਉਸ ਤੋਂ ਮਗਰੋਂ ਜਿੰਨੀਆਂ ਵੀ ਰੈਲੀਆਂ ਹੁੰਦੀਆਂ, ਜਿੰਨੀਆਂ ਇਲੈਕਸ਼ਨ ਹੋਈਆਂ, ਅਸੀਂ ਮੋਗੇ ਉੱਥੇ ਕਰਦੇ ਰਹੇ। ਜੀ ਅੱਛਾ, ਮੈਨੂੰ ਇਹ ਦੱਸਿਓ ਜਥੇਦਾਰ ਸਾਹਿਬ ਕਿ ਜਿਹੜਾ ਤੁਸੀਂ ਇਹ ਕਿਤਾਬ ਲਿਖਣ ਦਾ, ਕਿਤਾਬ ਕਲਚਰ ਦਾ, ਅਮੂਮਨ ਇਹ ਗੱਲ ਸਮਝੀ ਜਾਂਦੀ ਹੈ ਕਿ ਜਥੇਦਾਰ ਮੋਰਚੇ ਲਾਉਣ ਦੇ ਵਿੱਚ, ਨਾਅਰੇ ਮਾਰਨ ਦੇ ਵਿੱਚ, ਜੇਲ੍ਹੀਂ ਜਾਣ ਦੇ ਵਿੱਚ ਬੜੇ ਇਹ ਪ੍ਰਭਾਸ਼ਿਤ ਐਵੇਂ ਕੀਤਾ ਗਿਆ, ਪਛਾਣ ਇੰਜ ਦੀ ਬਣਾਤੀ ਗਈ। ਹਾਲਾਂਕਿ ਮੈਨੂੰ ਪਤਾ ਕਿ ਜਥੇਦਾਰਾਂ ਨੇ ਬਹੁਤ ਵੱਡਾ ਕੰਮ ਲਿਖਣ ਪੜ੍ਹਨ 'ਚ ਵੀ ਕੀਤਾ ਹੈ, ਲੇਕਿਨ ਤੁਸੀਂ ਕਦੋਂ ਚੁੱਪ ਚਪੀਤੇ ਹੀ ਕਿਤਾਬ, ਇੱਕ ਤਾਂ ਆਪਣੇ ਤੁਸੀਂ ਪਰਿਵਾਰ ਤੇ ਸ਼ਾਇਦ ਜਿਹੜਾ ਤੁਹਾਡਾ ਪਿੰਡ ਉੱਤੇ ਲਿਖੀ ਹੈ, ਹੁਣ ਤੁਸੀਂ ਅਕਾਲੀ ਇਤਿਹਾਸ ਲਿਖ ਰਹੇ ਹੋ। ਜਥੇਦਾਰ ਕੀ ਤੇ ਕਿਤਾਬ ਕੀ, ਇਹ ਦੋ ਵੱਖ-ਵੱਖ ਪਹਿਲੂ ਇਕੱਠੇ ਕਿਵੇਂ ਹੋ ਗਏ? ਮੇਰੇ ਕੋਲ ਬਹੁਤ ਸਾਲਾਂ ਤੋਂ ਲਾਇਬ੍ਰੇਰੀ ਆਦੀ ਪਰਸਨਲ ਬਣਾਈ ਹੋਈ ਆ, ਜਿੱਥੇ ਕਿਤੇ ਵੀ ਕੋਈ ਇਤਿਹਾਸ ਦੀ ਕਿਤਾਬ ਮਿਲੇ ਮੈਨੂੰ ਇਤਿਹਾਸ ਦੀ, ਉਹ ਮੈਂ ਲੈ ਕੇ ਆਉਣਾ। ਮੇਰੇ ਕੋਲੇ ਸੈਂਕੜੇ ਦੀ ਗਿਣਤੀ ਕਿਤਾਬਾਂ ਇਸ ਵੇਲੇ। ਜਦੋਂ ਮੇਰਾ ਟਾਈਮ ਲੱਗਦਾ, ਮੈਂ ਹੁਣ ਜਿਵੇਂ ਬਹੁਤ ਕਿਤਾਬਾਂ ਪੜ੍ਹੀਆਂ, ਇਸ ਲਈ ਮੇਰਾ ਕਹਿਣ ਤੋਂ ਬਾਅਦ ਉਹਦੇ ਦੁੱਖ ਸੁੱਖ ਪਤਾ ਲੱਗਦਾ ਵੀ ਕਿਹੜੇ ਮੋੜ ਤੇ ਅਸੀਂ ਨੁਕਸਾਨ ਖਾਧਾ, ਸਿੱਖ ਕੌਮ ਨੇ ਕਿਹੜੇ ਮੋੜ ਤੇ ਸਾਨੂੰ ਕੀ ਕਰਨਾ ਚਾਹੀਦਾ ਸੀ, ਉਹਦੀ ਬਹੁਤ ਵੱਡਾ ਗਿਆਨ ਮਿਲਦਾ। ਇਸ ਲਈ ਮੈਂ ਜਿੱਥੇ ਮੈਟ੍ਰਿਕ ਕੀਤੀ ਸੀ 1957 ਤੋਂ ਹੀਰਾ ਸਿੰਘ ਹਾਈ ਸਕੂਲ ਤੋਂ, ਐਫਏ ਮੈਂ ਮੋਗੇ ਡੀਮ ਕਾਲਜ ਤੋਂ ਕੀਤੀ, ਔਰ ਐਫਏ 'ਚ ਮੇਰੀ ਕੰਪਾਰਟਮੈਂਟ ਆ ਗਈ ਸੀ ਅੰਗਰੇਜ਼ੀ 'ਚ। ਸਾਡੇ ਪਿੰਡਾਂ ਵਾਲਿਆਂ ਦੀ ਅੰਗਰੇਜ਼ੀ ਕਮਜ਼ੋਰ ਹੁੰਦੀ ਹੈ, ਸੱਚੀ ਗੱਲ ਆ। ਤੇ ਮੈਂ ਕੰਪਾਰਟਮੈਂਟ ਬਾਅਦ 'ਚ ਕਲੀਅਰ ਕੀਤੀ, ਔਰ ਮੇਰਾ ਕਹਿਣ ਤੋਂ ਭਾਵ ਉੱਥੇ ਪੰਜਾਬੀ ਸੂਬਾ ਆ ਗਿਆ। ਮੁੜ ਕੇ ਸਾਡੇ ਬਜ਼ੁਰਗ ਸੀ ਉਹ ਸਾਰੇ ਜੇਲ੍ਹਾਂ 'ਚ ਗਏ, ਤੇ ਉੱਥੋਂ ਉਦੋਂ ਤੋਂ ਬਹੁਤ ਸਰਕਾਰ ਰਾਜਨੀਤੀ 'ਚ ਪੈ ਗਿਆ। ਅੱਛਾ, ਮੈਨੂੰ ਜਥੇਦਾਰ ਸਾਹਿਬ ਇਹ ਜ਼ਰੂਰ ਦੱਸ ਦਿਓ ਕਿ ਜਿਹੜਾ ਇਹ ਅਚਨਚੇਤ ਪਹਿਲੀ ਜਮਾਤ ਤੋਂ ਅੰਗਰੇਜ਼ੀ ਲਾਗੂ ਕਰਨ ਵਾਲਾ ਮਸਲਾ, ਜਿਹਨੇ ਤੁਹਾਨੂੰ ਵਿਵਾਦ 'ਚ ਵੀ ਪਾਤਾ, ਉਹ ਬੜਾ ਹੋ ਹੱਲਾ ਮਚਿਆ, ਲੇਕਿਨ ਤੁਸੀਂ ਆਪਣੇ ਸਟੈਂਡ ਤੇ ਅੜੇ ਰਹੇ। ਮੈਂ ਅੱਗੇ ਵੀ ਇੱਕ ਪ੍ਰੋਗਰਾਮ 'ਚ ਇੱਕ ਦਿਨ ਗੱਲ ਕੀਤੀ ਸੀ ਤੁਹਾਡੇ ਹਵਾਲੇ ਨਾਲ। ਮੈਨੂੰ ਇਹ ਦੱਸੋ ਕਿ ਉਹ ਖਿਆਲ ਕਿੱਦਾਂ ਆਉਂਦਾ ਹੈ ਜਦੋਂ ਤੁਸੀਂ ਮੈਨੂੰ ਤੁਸੀਂ ਧੁੰਦਲਾ ਜਿਹਾ ਦੱਸਿਆ ਸੀਗਾ ਕਿ ਤੁਹਾਡੀ ਬੇਟੀ ਦੀ ਖਾਲਸਾ ਕਾਲਜ 'ਚ ਐਡਮਿਸ਼ਨ ਹੁੰਦੀ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਬੜੀ ਜ਼ਰੂਰੀ ਆਉਣੀ ਚਾਹੀਦੀ ਹੈ। ਸੋ ਉਹ ਮੈਨੂੰ ਘਟਨਾਕ੍ਰਮ ਇੱਕ ਵਾਰੀ ਦੁਬਾਰਾ ਦੱਸ ਦਿਓ ਤਾਂ ਕਿ ਦਰਸ਼ਕਾਂ ਦੀ ਸਾਂਝ ਪੈ ਜਾਵੇ। ਮੈਂ ਤੁਹਾਨੂੰ ਦੱਸਾਂ 82-83 'ਚ ਮੇਰੀ ਬੇਟੀ ਉੱਥੇ +2 ਲਈ ਮੈਡੀਕਲ ਗਰੁੱਪ 'ਚ ਅਸੀਂ ਖਾਲਸਾ ਕਾਲਜ ਦਾਖਲ ਕੀਤੀ ਸੀ, ਜਿਹੜੀ ਪਿੰਡੂ ਸਕੂਲ 'ਚ ਬੜੀ ਬਹੁਤ ਹੁਸ਼ਿਆਰ ਸੀ। ਪਿੰਡ ਦੇ ਸਕੂਲ 'ਚ ਫਸਟ ਆਈ, ਨਿਹਾਲ ਵਾਲੇ ਹਾਈ ਸਕੂਲ 'ਚ ਫਸਟ ਆਈ, ਬਹੁਤ ਹਾਈ ਨੰਬਰ ਸੀ ਉਹਦੇ। ਔਰ ਅਸੀਂ ਉੱਥੇ ਉਹਨੂੰ ਮੈਡੀਕਲ ਗਰੁੱਪ 'ਚ ਲਾਇਆ, ਕਹਿੰਦੀ ਮੈਂ ਡਾਕਟਰ ਬਣਨਾ। ਜਦੋਂ ਉੱਥੇ ਮੈਂ ਛੱਡ ਕੇ ਆਇਆ, ਨਾਲ ਮੇਰੇ ਜਗਦੇਵ ਸਿੰਘ ਕੁੱਡੀਆਂ ਸੀ ਜਿਹੜਾ ਸਾਬਕਾ ਪਾਰਲੀਮੈਂਟ ਮੈਂਬਰ ਸੀ, ਮੇਰਾ ਦੋਸਤ ਸੀ, ਉਹ ਜ਼ਿਲ੍ਹਾ ਮੁਕਤਸਰ ਦਾ ਪ੍ਰਧਾਨ ਹੁੰਦਾ ਸੀ ਤੇ ਮੈਂ ਫਰੀਦਕੋਟ ਜ਼ਿਲ੍ਹਾ ਪ੍ਰਧਾਨ ਹੁੰਦਾ ਸੀ ਅਕਾਲੀ ਦਲ। ਠੀਕ ਹੈ। ਔਰ 1978 'ਚ ਮੈਂ ਹਾਈ ਕਮਾਂਡ ਦਾ ਮੈਂਬਰ ਬਣਿਆ ਵਰਕ ਕਮੇਟੀ। ਸਭ ਤੋਂ ਪਹਿਲਾਂ ਮੈਂ ਉਸ ਵੇਲੇ ਵਰਕ ਕਮੇਟੀ ਦਾ ਮੈਂਬਰ ਬਣਾ 78 'ਚ। ਨਾਲ ਮੇਰੇ ਜਗਵੀਰ ਸਿੰਘ ਬਰਾੜ ਸੀ, ਬਹੁਤ ਛੋਟੀ ਉਮਰ ਦੇ, ਜਿਹੜੇ ਉਸ ਵੇਲੇ ਵਰਕ ਕਮੇਟੀ ਅਕਾਲੀ ਦਲ ਦੇ ਬਣਾਓ। ਉਹ 31 ਮੈਂਬਰੀ ਹੁੰਦੀ ਸੀ, ਹੁਣ ਵੱਡੀ ਫੌਜ ਨਹੀਂ ਸੀ। ਇਸ ਲਈ ਮੇਰਾ ਕਹਿਣ ਤੋਂ ਭਾਵ ਕਿ ਉਸ ਵੇਲੇ ਜਦੋਂ ਛੱਡ ਕੇ ਆਏ ਤੇ ਮੁੜ ਕੇ ਮਹੀਨੇ ਬਾਅਦ ਮਿਲਣ ਗਿਆ ਤੇ ਮਨ ਭਰਿਆ ਇੱਕ ਲੜਕੀ ਮੈਨੂੰ ਕਹਿੰਦੀ ਕਿ ਮੈਨੂੰ ਆਪਣੇ ਘਰੇ ਇੰਨੀ ਜ਼ਮੀਨ ਆ, 3 ਪਿੰਡਾਂ 'ਚ ਆਪਣੀ ਇੰਨਾ ਖਾਣ ਦਾ ਵਧੀਆ, ਮੈਨੂੰ ਅੰਗਰੇਜ਼ੀ ਸਕੂਲ ਕਿਉਂ ਨਾ ਪੜ੍ਹਾਇਆ ਤੁਸੀਂ? ਮੈਂ ਕਿਹਾ ਨਹੀਂ, ਜੇ ਆਪਾਂ ਅੰਗਰੇਜ਼ੀ 'ਚ ਪੜ੍ਹਾਉਣ ਲੱਗ ਗਏ ਤਾਂ ਹੋਰ ਲੋਕ ਪੰਜਾਬੀ ਕਿਵੇਂ ਪੜ੍ਹਨਗੇ? ਇਸ ਲਈ ਕੋਈ ਗੱਲ ਨਹੀਂ, ਫਿਕਰ ਨਾ ਕਰ। ਮੈਂ ਉੱਥੇ ਪ੍ਰਿੰਸੀਪਲ ਸ਼ੇਰ ਗਿੱਲ ਸੀ, ਉਹਨੂੰ ਬੇਨਤੀ ਕੀਤੀ। ਅਸੀਂ ਕਾਲਜ ਦੇ ਵਿੱਚ ਉਹਦੀ ਟਿਊਸ਼ਨ ਰਖਾਈ, 6 ਮਹੀਨੇ ਦੀ ਟਿਊਸ਼ਨ ਤੋਂ ਬਾਅਦ ਉਹਦੀ ਇੰਗਲਿਸ਼ ਆਈ ਹੋ ਗਈ, ਔਰ ਬਹੁਤ ਸੋਹਣੇ ਨੰਬਰ ਲੈ ਕੇ ਉਹਨੇ ਮੈਡੀਕਲ ਗਰੁੱਪ ਪਾਸ ਕੀਤਾ। ਮੁੜ ਕੇ ਡਾਕਟਰ ਬਣੀ, ਪਟਿਆਲੇ ਤੋਂ MBBS ਕੀਤੀ ਉਹਨੇ, ਪਟਿਆਲੇ ਤੋਂ MBBS ਕਰਕੇ ਉਹ ਮੁੜ ਕੇ ਇੰਗਲੈਂਡ ਦੇ ਵਿੱਚ ਪਹਿਲੀ ਵਾਰੀ ਇਮਤਿਹਾਨ ਪਾਸ ਕਰਕੇ ਉੱਥੇ ਅੱਜ 92 ਤੋਂ ਉਸ ਵੇਲੇ ਡਾਕਟਰ ਹੈ, ਇਸ ਵੇਲੇ ਚੱਲ ਰਹੀ ਉਹ ਸੀਨੀਅਰ ਡਾਕਟਰ ਆ ਉੱਥੇ ਬਰਮਿੰਘਮ ਵਿੱਚ। ਇਹਦਾ ਮਤਲਬ ਮੇਰਾ ਕਹਿਣ ਤੋਂ ਬਾਅਦ ਮੇਰੇ ਮਨ ਤੇ ਬਹੁਤ ਸੀ। ਅੱਛਾ, ਵੀ ਜਿਹੜਾ ਸਾਨੂੰ ਜਦੋਂ ਮੈਂ ਪੜ੍ਹਦਾ ਸਾਨੂੰ ਵੀ ਉਦੋਂ 6ਵੀਂ ਜਾ ਕੇ ਅੰਗਰੇਜ਼ੀ ਲੱਗਦੀ ਸੀ ਪਹਿਲੀ, 4-5 ਬਾਤਾਂ ਵੀ ਪੜ੍ਹੀ ਜਾਈਦਾ ਸੀ। ABC ਜਾ ਕੇ 6ਵੀਂ 'ਚ ਲੱਗਣੀ ਸ਼ੁਰੂ ਕਰਨੀ, ਔਰ 10ਵੀਂ ਤੱਕ 4-5 ਸਾਲਾਂ 'ਚ ਕੀ ਆਉਂਦਾ ਬੱਚੇ ਨੂੰ। ਇਸ ਲਈ 10ਵੀਂ ਬੱਚੇ ਬਹੁਤੇ ਫੇਲ ਹੋ ਕੇ ਅੰਗਰੇਜ਼ੀ 'ਚੋਂ ਪਿੰਡਾਂ ਦੇ ਤਾਂ ਹਟ ਹੀ ਜਾਂਦੇ ਘਰੇ। ਇਸ ਲਈ ਮੇਰੇ ਮਨ ਤੇ ਬਹੁਤ ਸੀ ਵੀ ਪੰਜਾਬੀ ਮਾਂ ਦੀ ਵੀ ਸੇਵਾ ਕਰਨੀ ਆ, ਤੇ ਲੋਕਾਂ 'ਚ ਖੜ ਆਇਆ ਵਾ ਸੀਗਾ ਵੀ ਯਾਰ ਆਪਾਂ ਅੰਗਰੇਜ਼ੀ ਸਕੂਲਾਂ 'ਚ ਲਾਈਏ ਬੱਚੇ। ਅੰਗਰੇਜ਼ੀ ਸਕੂਲ ਬੜੇ ਵੱਡੇ ਪੱਧਰ ਤੇ ਖੁੱਲ੍ਹਣ ਲੱਗ ਗਏ, ਪਬਲਿਕ ਜਿਨ੍ਹਾਂ ਦਾ ਇੰਗਲਿਸ਼ ਮੀਡੀਅਮ ਸੀ। ਮੈਂ ਕਿਹਾ ਵੀ ਆਪਾਂ ਪੰਜਾਬ ਦੀ ਰਾਜ ਭਾਸ਼ਾ ਲਾਸਣ ਸੋ ਗਿੱਲ ਨੇ ਬਣਾਈ ਸੀ ਪੰਜਾਬੀ, ਔਰ ਉਹ ਚੂਕ ਚੱਕਦਾ ਸੀ। ਮੇਰੇ ਅਸੈਂਬਲੀ ਹਲਕੇ 'ਚ ਪੈਂਦਾ ਸੀ, ਜਿੱਥੇ ਮੈਂ ਐਜੂਕੇਸ਼ਨ ਮਿਨਿਸਟਰ ਸੀਗਾ, ਉਹ ਵੱਡਾ ਪਿੰਡ ਸੀ। ਮੇਰੇ ਮਨ ਸੀ ਵੀ ਪੰਜਾਬੀ ਵੀ ਨੂੰ ਤਾਕਤ ਮਿਲੇ ਤੇ ਅੰਗਰੇਜ਼ੀ ਵੀ ਸਾਡੇ ਬੱਚੇ ਸਿੱਖ ਜਾਣ। ਇਸ ਲਈ ਫੈਸਲਾ ਕੀਤਾ ਕਿ ਜਿਹੜਾ ਇੰਗਲਿਸ਼ ਆ ਉਹ ਐਜ ਏ ਸਬਜੈਕਟ ਲਾਉਣੀ ਆ, ਮੀਡੀਅਮ ਸਾਡਾ ਪੰਜਾਬੀ ਰਹੂ। ਪਹਿਲੀ ਤਰੀਕ ਤੋਂ, ਪਹਿਲੀ ਕਲਾਸ ਤੋਂ ਹੀ ਜਿਹੜੇ ਬੱਚੇ ਆ ਉਹ ਅੰਗਰੇਜ਼ੀ ਪੜ੍ਹਨ ਲੱਗ ਜਾਣ। 10ਵੀਂ ਤੱਕ ਪੜ੍ਹਨਗੇ, ਫਿਰ 10ਵੀਂ 'ਚ ਫੇਲ ਨਹੀਂ ਹੋਣਗੇ, ਔਰ ਉਹਨਾਂ ਦੀ ਜ਼ਬਾਨ ਅੰਗਰੇਜ਼ੀ ਬੋਲਣ ਲਈ ਥੋੜ੍ਹੀ ਚੱਲ ਸਕਦੀ ਆ। ਤੇ ਨਾਲ ਸਾਡਾ ਪੰਜਾਬੀ ਜਿਹੜੀ ਮੀਡੀਅਮ ਆ ਉਹਦਾ ਵਾਧਾ ਹੋਏਗਾ। ਨਹੀਂ ਤਾਂ ਜਿਹੜੇ ਸੌਖੇ ਪਰਿਵਾਰ ਸੀ ਉਹ ਸਾਰੇ ਸਰਕਾਰੀ ਸਕੂਲਾਂ 'ਚ ਉਠਾ ਕੇ ਉਹ ਸਾਰੇ ਲਾ ਰਹੇ ਸੀਗੇ ਉਸ ਵੇਲੇ ਪਬਲਿਕ ਸਕੂਲਾਂ ਦੇ ਵਿੱਚ, ਜਿਹਦੇ ਕੋਲ ਮਾੜਾ ਜਿਹਾ ਸਾਧਨ ਸੀ। ਮੈਂ ਦੇਖਿਆ ਕਿ ਸਾਡੇ ਸੇਵਾਦਾਰ, ਮੈਂ ਦੇਖਿਆ ਮੰਡੀ ਬੋਰਡ ਵੇਲੇ ਜਿਹੜੇ ਸੇਵਾਦਾਰ ਮੈਂ ਭਰਤੀ ਕੀਤੇ, ਕਲਰਕ ਕੀਤੇ, ਉਹ ਯਾਦ ਦੇ ਬੱਚੇ ਜਾ ਕੇ ਅੰਗਰੇਜ਼ੀ ਸਕੂਲਾਂ 'ਚ ਲਾ ਰਹੇ ਸੀ। ਇਸ ਲਈ ਮੇਰੇ ਮਨ 'ਚ ਵੀ ਸਾਡੀ ਤਾਂ ਪੰਜਾਬੀ ਦੀ ਜਿਹੜੀ ਮੀਡੀਅਮ ਆ ਉਹਦੀ ਗਿਣਤੀ ਉਹ ਘੱਟ ਜੂਗੀ। ਇਸ ਲਈ ਪੰਜਾਬੀ ਮੀਡੀਅਮ ਦੀ ਗਿਣਤੀ ਵਧਾਉਣ ਲਈ ਤਾਂ ਐਜ ਏ ਸਬਜੈਕਟ ਅੰਗਰੇਜ਼ੀ ਲਾਈ ਸੀ।
ਪਰ ਉਹਦਾ ਉਸ ਵੇਲੇ ਜਿਹੜੀ ਲੇਖ ਪੰਜਾਬੀ ਸਭਾ ਉਹਨੇ ਬਹੁਤ ਵੱਡਾ ਵਿਰੋਧ ਕੀਤਾ ਜੀ। ਔਰ ਮੈਨੂੰ ਸਾਹਿਬ ਪ੍ਰਕਾਸ਼ ਸਿੰਘ ਮੁੱਖ ਮੰਤਰੀ ਬੜੇ ਸਤਿਕਾਰਯੋਗ ਆ, ਉਹਨੇ ਸੱਦਿਆ, ਕਹਿੰਦੇ ਤੁਸੀਂ ਆ ਕੇ ਪੰਗਾ ਲੈ ਲਿਆ। ਮੈਂ ਕਿਹਾ ਨਹੀਂ ਜੀ ਕੋਈ ਗੱਲ ਨਹੀਂ, ਮੈਨੂੰ ਤੁਸੀਂ ਟਾਈਮ ਦਿਓ, ਇਹਨਾਂ ਨਾਲ ਮੇਰੀ ਮੀਟਿੰਗ ਕਰਵਾ ਦਿਓ। ਉਹਨੇ ਮੈਨੂੰ 15 ਦਿਨ ਦਾ ਟਾਈਮ ਦਿੱਤਾ। ਅੱਛਾ। ਔਰ ਜੋ ਟਾਈਮ ਦਿੱਤਾ ਮੈਂ 15 ਦਿਨਾਂ ਜਿੰਨੇ ਡੀਓ ਸੀਗੇ ਉਹਨਾਂ ਸਾਰਿਆਂ ਦੀਆਂ ਡਿਊਟੀਆਂ ਲਾਤੀਆਂ ਵੀ ਆਹ ਲਿਖਾਰੀ ਸਭਾ ਦੇ ਆਹ ਮੈਂਬਰ ਆ, ਇਹ ਪ੍ਰਧਾਨ ਪ੍ਰੀਤਮ ਸਿੰਘ, ਹੋਰ ਸਾਰੇ ਬੜੇ ਸਤਿਕਾਰਯੋਗ ਆ। ਵੈਸੇ ਪੰਜਾਬੀ ਦੀ ਬੜੀ ਉਹਨਾਂ ਨੇ ਸੇਵਾ ਕੀਤੀ, ਪਰ ਮੈਂ ਜਦੋਂ ਉਹਨਾਂ ਸਾਰਾ ਰਿਕਾਰਡ ਲੈ ਲਿਆ, ਕਿਸੇ ਦਾ ਪੋਤਾ ਪੋਤੀ ਪੜ੍ਹਦੇ ਸੀ ਅੰਗਰੇਜ਼ੀ ਸਕੂਲਾਂ 'ਚ, ਮੀਡੀਅਮ 'ਚ, ਮੇਰਾ ਖਿਆਲ ਕੋਈ ਨਹੀਂ ਸੀ ਉਹਨਾਂ 'ਚ ਬਚਿਆ ਵਾ ਜਿਹਦਾ ਪੰਜਾਬੀ ਮੀਡੀਅਮ 'ਚ ਪੜ੍ਹਦਾ ਹੋਵੇ ਸਿੱਧਾ। ਇਸ ਲਈ ਜਦੋਂ ਟੇਬਲ ਤੇ ਆ ਕੇ ਬੈਠੇ ਮੁੱਖ ਮੰਤਰੀ ਕੋਲੇ, ਉਹ ਇੱਕ ਪਾਸੇ ਬੈਠੀ, ਮੈਂ ਇਕੱਲਾ ਸੀਗਾ, ਔਰ ਮੇਰੇ ਤੇ ਬੜੇ ਸਵਾਲ ਕਰੀਏ, ਮੈਂ ਕਰੀ ਜਾਣ ਜੀ। ਪ੍ਰੀਤਮ ਸਿੰਘ ਬੋਲਿਆ, ਹੋਰ ਸਾਰੇ ਬੋਲੇ ਵੀ ਜਥੇਦਾਰ ਨੇ ਬਹੁਤ ਧੱਕਾ ਕੀਤਾ ਜੀ, ਪੰਜਾਬੀ ਬੱਚਾ ਛੋਟਾ ਉਹ ਕਿਵੇਂ ਅੰਗਰੇਜ਼ੀ ਸਿੱਖੂਗਾ, ਪਹਿਲੀ ਪੰਜਾਬੀ ਤੇ ਜਿਵੇਂ ਭੁੱਲ ਜਾਊਗਾ, ਇਹ ਸਾਰੀਆਂ ਗੱਲਾਂ ਕਰੀਏ। ਤਾਂ ਮੈਂ ਉਸ ਵੇਲੇ ਕਿਹਾ, ਮੈਂ ਕਿਹਾ ਜੀ ਇਹਨਾਂ ਦੇ ਇਹਦੇ ਪੁੱਤ ਪੋਤੇ ਫਲਾਣੇ ਥਾਂ ਤੇ ਪੜ੍ਹੇ ਆ, ਅੱਜ ਵੀ ਪੜ੍ਹਦੇ ਆ, ਫਲਾਣੇ ਥਾਂ ਤੇ ਦੋ ਧੂਤੀਆਂ ਫਲਾਣੇ ਪੜ੍ਹਦੇ। ਮੇਰੇ ਕੋਲ ਰਿਕਾਰਡ ਸੀ, ਮੈਂ ਕਿਹਾ ਰਿਕਾਰਡ ਲੈ ਲਓ। ਜੋ ਮੈਂ ਰਿਕਾਰਡ ਦਿਖਾਇਆ ਸਾਰੇ ਹੈਰਾਨ ਹੋ ਗਏ ਵੀ ਤੁਸੀਂ ਤਾਂ ਆਪਦੇ ਇੰਗਲਿਸ਼ ਮੀਡੀਅਮ ਚਲਾਈ ਬੈਠੇ ਹੋ, ਤੇ ਇਹ ਜੇ ਇੰਗਲਿਸ਼ ਸਬਜੈਕਟ ਦੇ ਤੌਰ ਤੇ ਨਹੀਂ ਪੜ੍ਹਨ ਦਿੰਦੇ ਤੁਸੀਂ। ਜਥੇਦਾਰ ਤਾਂ ਪੰਜਾਬੀ ਮੀਡੀਅਮ ਰੱਖੂਗਾ ਸਕੂਲਾਂ 'ਚ, ਤੇ ਇਹ ਜੇ ਸਬਜੈਕਟ ਹੀ ਲਾਈ ਅੰਗਰੇਜ਼ੀ, ਇਹਦਾ ਸਾਨੂੰ ਕੀ ਤਰ੍ਹਾਂ ਜਾ। ਫਿਰ ਉਹਨੂੰ ਕੋਈ ਜਵਾਬ ਨਹੀਂ। ਮੈਂ ਆਪਦੇ ਮਿਸ਼ਨ ਸਫਲ ਹੋਇਆ, ਉਹ ਦਲੀਲ ਦੇ ਕੇ ਸਫਲ ਹੋਇਆ। ਅੱਛਾ, ਉਹ ਅਜੇ ਤੱਕ ਚੱਲੀ ਜਾਂਦੀ ਹੈ ਕਿ ਨਹੀਂ? ਉਵੇਂ ਚੱਲੀ ਜਾਂਦੀ ਹੈ, ਪਰ ਇਹਨਾਂ ਨੇ ਮਗਰੋਂ ਬ੍ਰੇਕਡਾਊਨ 'ਚ ਹੀ ਕਰਤੀ ਸੀ। ਹੁਣ ਫਿਰ ਚਲਾਈ ਵੀ ਆ, ਪਰ ਉਨੀ ਨਹੀਂ ਜਿੰਨਾ ਜਿਸ ਸਪੀਡ ਨਾਲ ਮੈਂ ਤਾਂ 6 ਲੱਖ ਕੈਦਾਸ਼ ਪਾ ਕੇ ਲਾਸ਼ੋਂ ਤੋਂ ਗਿੱਲ ਦੇ ਪਿੰਡ ਤੋਂ, ਮੈਂ ਲੈਕਚਰ 'ਚ ਵੀ ਇਹ ਬੋਲਿਆ ਸੀ ਮੈਂ ਪੰਜਾਬੀ ਨੂੰ ਬਚਾਉਣ ਲਈ ਅੰਗਰੇਜ਼ੀ ਹੈ ਜੇ ਸਬਜੈਕਟ ਲਾ ਰਿਹਾ। ਪੰਜਾਬੀ ਸਾਡਾ ਮੀਡੀਅਮ ਹੋਊਗਾ, ਅੰਗਰੇਜ਼ੀ ਹੈ ਜੇ ਸਬਜੈਕਟ ਆ, ਇਸ ਲਈ ਤਾਂ ਕਿ ਬੱਚੇ ਸਿੱਖ ਕੇ ਜਿਹੜੀ ਇੰਗਲਿਸ਼ ਆ ਉਹ ਇੰਟਰਨੈਸ਼ਨਲ ਭਾਸ਼ਾ ਬਣੀ ਗਿਆ, ਹਿੰਦੀ ਸਾਡੀ ਨੈਸ਼ਨਲ ਭਾਸ਼ਾ, ਪੰਜਾਬੀ ਸਾਡੀ ਰਾਜ ਭਾਸ਼ਾ, ਇਹਨਾਂ ਦੀ ਸਾਨੂੰ ਮਾਹਰ ਹੋਣੀ ਚਾਹੀਦਾ। ਤੁਸੀਂ ਦੂਰਅੰਦੇਸ਼ੀ ਵਾਲਾ ਫੈਸਲਾ ਕੀਤਾ ਸੀ, ਅੱਜ ਦੇ ਦਿਨ ਚਾਈਲਡ ਸੈਂਟਰ ਧੜ ਖੁੱਲ ਗਏ, ਅੰਗਰੇਜ਼ੀ ਸਿਖਾਉਣ ਦਾ ਵਪਾਰ ਸ਼ੁਰੂ ਹੋ ਗਿਆ। ਮੈਂ ਪੁਰਾਣੇ ਬਜ਼ੁਰਗਾਂ ਨੂੰ ਮਿਲਦਾ ਹੁੰਦਾ ਸੀ, 10 ਪੜ੍ਹੇ ਇਦਾਂ ਅੰਗਰੇਜ਼ੀ ਬੋਲਦੇ ਸੀ ਜਿਵੇਂ ਵਲਾਇਤ ਤੋਂ ਆਏ ਹੋਣ। ਲੇਕਿਨ ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਜਥੇਦਾਰ ਤੋਤਾ ਸਿੰਘ, ਜਿਹੜਾ ਅਸਲ ਸਾਡਾ ਮਸਲਾ ਸੀਗਾ, ਜਥੇਦਾਰ ਤੋਤਾ ਸਿੰਘ ਦੋਸਤੋ ਸਾਡੇ ਨਾਲ ਇੱਕ ਦਿਨ ਥੋੜਾ ਜਿਹਾ ਇਤਰਾਜ਼ ਕਰਦੇ ਆ ਕਿ ਤੁਸੀਂ ਡਾਕਟਰ ਮਨੋਹਰ ਸਿੰਘ ਗਿੱਲ ਨਾਲ ਮੰਡੀਕਰਨ ਬੋਰਡ ਤੇ ਪੰਜਾਬ ਦੀਆਂ ਪੇਂਡੂ ਸੜਕਾਂ ਤੇ ਗੱਲ ਕਰਦਿਆਂ ਤਸਵੀਰ ਦਾ ਇੱਕ ਪਾਸਾ ਵਿਖਾ ਰਹੇ ਹੋ, ਤਸਵੀਰ ਦਾ ਦੂਜਾ ਪੱਖ ਵੀ ਬੜਾ ਦਿਲਚਸਪ ਹੈ। ਇਹ ਕਹਿੰਦੇ ਜੀ ਮੈਂ ਮੰਡੀਕਰਨ ਬੋਰਡ ਦਾ ਚੇਅਰਮੈਨ ਸੀ ਔਰ ਪੂਰੇ ਪੰਜਾਬ 'ਚ ਜਦੋਂ ਸੜਕਾਂ ਦਾ ਜਾਲ ਵਿਛਦਾ ਹੈ ਇਹਨਾਂ ਦੀ ਵੱਡੀ ਭੂਮਿਕਾ ਰਹੀ ਹੈ ਔਰ ਇਹਨਾਂ ਕੋਲ ਦਿਲਚਸਪ ਕਹਾਣੀਆਂ। ਸਾਡਾ ਅੱਜ ਦਾ ਦਰਅਸਲ ਮੁੱਦਾ ਇਹੀ ਸੀਗਾ ਕਿ ਪੇਂਡੂ ਪੰਜਾਬ ਕਿੱਦਾਂ ਵਿਕਸਿਤ ਹੋਇਆ, ਪੇਂਡੂ ਪੰਜਾਬ ਕਿਸ ਤਰੀਕੇ ਨਾਲ ਅੱਗੇ ਵੱਧਦਾ ਹੈ। ਸੋ ਜਥੇਦਾਰ ਸਾਹਿਬ, ਜੇ ਮੈਂ ਇਸ ਗੱਲ ਵੱਲ ਆਵਾਂ ਹੁਣ, ਜਿਹੜਾ ਅਸਲ ਦੇ ਵਿੱਚ ਤੁਹਾਡੇ ਮਨ ਤੇ ਅਸਰ ਸੀ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਜਿਹੜੇ ਡਰਮਾਂ ਦੇ ਵਿੱਚ ਲੁੱਕ ਹੁੰਦੀ ਸੀ ਤੇ ਸੜਕਾਂ ਦੇ ਉੱਤੇ ਕੁਟਾਈ ਕੀਤੀ ਜਾਂਦੀ ਸੀ, ਉਹਦੇ ਵਿੱਚ ਜਿਹੜਾ ਬਦਲਾਅ ਆਇਆ, ਇਹ ਸ਼ੁਰੂ ਕਿੱਥੋਂ ਹੁੰਦਾ? ਤੁਹਾਡਾ ਇਤਰਾਜ਼ ਕੀ ਸੀ ਸਾਡੇ ਉਸ ਜਿਹੜਾ ਐਪੀਸੋਡ ਦੇ ਉੱਤੇ? ਜਿੱਥੋਂ MS ਗਿੱਲ ਆ, ਉਹ ਬੜੇ ਸਤਿਕਾਰਯੋਗ ਅਫਸਰ ਸੀ ਜੀ, ਬੜੇ ਸਿਆਣੇ ਸੀ ਔਰ ਪਿੰਡੂ ਖੇਤਰਾਂ ਦੀ ਉਹ ਹਮੇਸ਼ਾ ਵਿਕਾਸ ਚਾਹੁੰਦੇ ਸੀ। ਉਹਨੇ ਮਨ 'ਚ ਪਿੰਡੂ ਕਿੱਤੇ ਨੂੰ ਅੱਗੇ ਲੈ ਕੇ ਜਾਣ ਦੀ ਬੜਾ ਮਨ 'ਚ ਸੀ। ਮੈਂ ਜਦੋਂ ਨੇੜੇ ਹੋ ਕੇ ਦੇਖਿਆ ਉਹਨਾਂ ਦਾ ਕੋਈ ਗਿਲਾ ਨਹੀਂ ਗਾ, ਉਹ ਬੜੇ ਸਿਆਣੇ ਅਫਸਰ ਸੀ, ਅੱਜ ਵੀ ਹੈ, ਬੜੀ ਸਿਆਣੀ ਰਾਏ ਦਿੰਦੇ ਆ, ਬੜੀਆਂ ਉਹਨੇ ਕਿਤਾਬਾਂ ਲਿਖੀਆਂ। ਜਿੱਥੋਂ ਤੱਕ ਮੰਡੀ ਬੋਰਡ ਦਾ ਚੇਅਰਮੈਨ ਆਪਦੇ ਪੀੜ ਦੀ ਮੈਂ ਸਮਝ ਦੱਸਣਾ ਚਾਹੁੰਦਾ ਸੀ ਪੱਖੋਂ ਇਸ ਮੇਰੇ ਨਾਲ ਕੀ ਵਾਪਰਿਆ ਉਹਨਾਂ ਦਿਨਾਂ 'ਚ, ਉਹਦੇ 'ਚ ਇਹ ਸੀ, ਸਭ ਤੋਂ ਪਹਿਲਾਂ ਮੈਂ 11 ਅਕਤੂਬਰ ਨੂੰ ਮੰਡੀ ਬੋਰਡ ਦਾ ਚੇਅਰਮੈਨ ਬਣਿਆ 1985 ਔਰ ਸਰ ਅਮਰਿੰਦਰ ਸਿੰਘ ਜਿਹੜੇ ਅੱਜ ਮੁੱਖ ਮੰਤਰੀ ਆ, ਉਸ ਵੇਲੇ ਖੇਤੀਬਾੜੀ ਮੰਤਰੀ ਸੀ, ਔਰ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ। ਉਹਨੇ ਆਰਡਰ ਕੀਤੇ ਮੇਰੇ 10 ਤਰੀਕ ਨੂੰ, ਔਰ ਸਰ ਅਮਰਿੰਦਰ ਸਿੰਘ ਨੇ ਮੈਨੂੰ ਕਿਹਾ ਵੀ ਮੈਂ ਤੈਨੂੰ ਕੁਰਸੀ ਤੇ ਬਹਾ ਕੇ ਆਉਣਾ ਚੇਅਰਮੈਨ ਦੀ। ਤੇ ਅਗਲੇ ਦਿਨ ਅਸੀਂ 11 ਤਰੀਕ ਨੂੰ 8 ਸੈਕਟਰ ਗੁਰਦੁਆਰੇ ਜਾ ਕੇ ਅਰਦਾਸ ਕੀਤੀ, ਅਮਰਿੰਦਰ ਸਿੰਘ ਤੇ ਮੈਂ ਨਾਲ ਸੀ, ਉਹਨਾਂ ਵਾਲੀ ਗੱਡੀ 'ਚ ਗਿਆ ਮੈਂ, ਉਹ ਮੈਨੂੰ ਕੁਰਸੀ ਤੇ ਬਹਾ ਕੇ ਮੰਡੀ ਬੋਰਡ ਦੀ ਚੇਅਰਮੈਨੀ ਦੀ, ਔਰ ਅਸੀਂ ਮੰਡੀ ਬੋਰਡ ਦੀ ਚੇਅਰਮੈਨੀ ਜੋ ਚਲਾਈ, ਉਹਦੇ ਲਈ ਬੜੀਆਂ ਵੱਡੀਆਂ ਮੁਸ਼ਕਲਾਂ ਆਈਆਂ ਉਸ ਵੇਲੇ। ਸਭ ਤੋਂ ਪਹਿਲੀ ਕੀ ਸੀ ਕਿ 1980 ਜਦੋਂ ਕਾਂਗਰਸ ਦੀ ਸਰਕਾਰ ਬਣੀ ਤਾਂ ਉਸ ਵੇਲੇ ਕੀ ਸੀ ਕਿ ਇਹਨਾਂ ਨੇ ਜੇ ਫਾਰਮ ਚੋਂ 1% ਟੈਕਸ ਲਾਤਾ ਸੀ, ਜਿਹੜਾ ਫਸਲ ਵੇਚਣਾ ਹੋਊ ਜੀ ਕਿਸਾਨ, ਉਹਦੇ ਜੇ ਫਾਰਮ ਚੋਂ 1% ਜਾਨੀ ਟੈਕਸ ਕਿਸਾਨਾਂ ਤੋਂ ਕੱਟਿਆ ਜਾਊਗਾ। ਉਹਦਾ ਅਸੀਂ ਅਕਾਲੀ ਦਲ ਨੇ ਬੜੇ ਵਿਰੋਧ ਕੀਤਾ, ਬੜੇ ਧਰਨੇ ਵੀ ਮਾਰੇ, ਕਿਸੇ ਨੇ ਪੁੱਛਿਆ ਨਹੀਂ ਸਾਨੂੰ। ਮੇਰੇ ਮਨ ਤੇ ਬੜਾ ਬੋਝ ਸੀ, ਧਰਨੇ ਮਾਰਨ ਮੋਹਰੀ ਹੁੰਦੇ ਸੀ, ਮੈਂ ਹਾਈ ਕਮਾਂਡ ਦਾ ਮੈਂਬਰ ਸੀ, ਜ਼ਿਲ੍ਹਾ ਪ੍ਰਧਾਨ ਵੀ ਸਾਂ। ਇਸ ਲਈ ਜਦੋਂ 10 ਨੂੰ ਮੌਕਾ ਮਿਲਿਆ ਮੰਡੀ ਬੋਰਡ ਚੇਅਰਮੈਨ ਦਾ, ਇਹ ਸਾਰਾ ਬੋਰਡ ਨੇ ਫੈਸਲਾ ਕਰਨਾ ਹੀ, ਬੋਰਡ ਇੰਡੀਪੈਂਡੈਂਟ ਪਾਰਟੀ ਆ ਸਟੇਟ ਦੀ, ਇਸ ਲਈ ਮੇਰਾ ਕਹਿਣ ਤੋਂ ਭਾਵ ਕਿ ਅਸੀਂ ਫੈਸਲਾ ਕੀਤਾ ਕਿ 1% ਜਿਹੜਾ ਟੈਕਸ ਮਾਫ ਕੀਤਾ ਜਾਂਦਾ ਕਿਸਾਨਾਂ ਨੂੰ। ਉਦੋਂ ਵੀ ਉਸ ਵੇਲੇ 80-90 ਕਰੋੜ ਤੋਂ ਵੱਧ ਬਣ ਜਾਂਦਾ ਸੀਗਾ, ਉਹ 85 ਪਹਿਲੇ ਭਰ ਕੇ ਮੈਂ ਮੁੱਖ ਮੰਤਰੀ ਨੂੰ ਦੱਸਿਆ, ਮੈਨੂੰ ਮੁੱਖ ਮੰਤਰੀ ਨੇ ਕਿਹਾ ਏਡਾ ਵੱਡਾ ਫੈਸਲਾ ਕਰ ਲਿਆ, ਕੀ ਫਿਰ ਮੰਡੀ ਬੋਰਡ ਦਾ ਕੰਮ ਚੱਲ ਪੂ ਡਿਵੈਲਪਮੈਂਟ ਦਾ ਮਹਾਂ ਚਲਾਵਾਂਗੇ,
ਤੁਹਾਡੇ ਸਹਿਯੋਗ ਦੇ ਨਾਲ। ਉਹਨਾਂ ਨੇ 4 ਨਵੰਬਰ ਨੂੰ ਅੱਛਾ ਵਿਧਾਨ ਸਭਾ 'ਚ ਅਨਾਉਂਸ ਕਰਤਾ ਮੁੱਖ ਮੰਤਰੀ ਨੇ ਵੀ ਅਸੀਂ 1% ਜਿਹੜਾ ਟੈਕਸ ਆ ਜਿਹੜਾ ਲਾਇਆ ਸੀ 1980 ਦਾ, ਕਿਸਾਨਾਂ ਦੇ ਉੱਤੇ ਵੱਡਾ ਬੋਝ ਸੀ, ਉਹ ਅੱਜ ਛੱਡਦੇ ਆ। ਮੁੱਖ ਮੰਤਰੀ ਨੇ ਅਨਾਉਂਸ ਕੀਤਾ 1992 ਵਿਧਾਨ ਸਭਾ 'ਚ। ਇਸ ਲਈ ਮੇਰਾ ਕਹਿਣ ਤੋਂ ਭਾਵ ਕਿ ਉਸ ਤੋਂ ਮਗਰੋਂ ਫਿਰ ਵੱਡੀ ਜਿਹੜੀ ਗੱਲ ਆਈ, ਮੈਨੂੰ ਬੜਾ ਔਕੜ ਆਈ ਇੱਕ ਜੀ ਫਿਰ ਮੈਂ ਸਭ ਤੋਂ ਪਹਿਲਾਂ 2 ਨੰਬਰ ਤੇ ਕਿਸਾਨ ਭਵਨ ਆ ਜੋ 35 ਸੈਕਟਰ 'ਚ ਬਣਿਆ, ਜੀ ਉਹਦਾ ਨੀਂਹ ਪੱਥਰ ਖਵਾਇਆ ਮੁੱਖ ਮੰਤਰੀ ਜੀ ਨੇ। ਜੀ ਡਾਕਟਰ ਅਮਰਿੰਦਰ ਸਿੰਘ ਸੀ, ਸਾਰੇ ਬੜੀ ਵੱਡੀ ਸਾਰੀ ਕੈਬਨਿਟ ਸੀ, ਉਹਦਾ ਨੀਂਹ ਪੱਥਰ ਖਵਾ ਕੇ ਫੈਸਲਾ ਕੀਤਾ ਵੀ 1 ਸਾਲ ਦੇ ਅੰਦਰ ਅੰਦਰ ਬਣਾਇਆ ਜਾਵੇ। 6 ਮੰਜ਼ਿਲਾ ਬਣਨਾ, ਜਿਹੜਾ 6 ਮੰਜ਼ਿਲਾ ਕਿਸਾਨ ਭਵਨ ਬਣਿਆ, ਉਹਦਾ ਨੀਂਹ ਪੱਥਰ ਖਾਇਆ। ਦੂਸਰਾ ਕੰਮ ਇਹ ਕੀਤਾ ਉਸ ਵੇਲੇ। ਤੀਸਰਾ ਕੰਮ ਕੀ ਸੀ, ਜਿਹੜਾ ਖੇਤੀ ਦਾ ਕਿੱਤਾ ਕਰਦੇ ਸੀ ਉਹਨਾਂ ਦਿਨਾਂ ਸਾਡੇ ਕੋਲ ਥ੍ਰੈਸ਼ਰ ਬਹੁਤ ਹੁੰਦੇ ਸੀ। ਜੀ ਅਸੀਂ ਤਾਂ GDR ਮਸ਼ੀਨ ਲੈ ਲਈ, ਸਾਡੇ ਮੋਗੇ ਦੀਆਂ 3 ਆਈਆਂ ਸੀ ਵੱਡੀਆਂ ਜਰਮਨ ਦੀਆਂ, ਇੱਕ ਸਾਡੇ ਪਰਿਵਾਰ ਕੋਲੇ ਸੀ, ਇੱਕ ਸੋਢੀਆਂ ਕੋਲੇ ਸੀ, ਇੱਕ ਮਾਲੇ ਵਾਲਿਆਂ ਕੋਲੇ ਸੀ। ਜੀ ਸਾਰੇ ਜ਼ਿਲ੍ਹੇ 3 ਸੀਗੀਆਂ ਉਸ ਵੇਲੇ। ਅਸੀਂ ਪਰ ਬਹੁਤ ਅਜੇ ਵੀ ਖੇਤੀ ਬਹੁਤੀ ਅਸੀਂ ਥ੍ਰੈਸ਼ਰਾਂ ਤੇ ਕਣਕ ਦੀ ਖੇਤੀ ਕਰਦੇ ਸੀ, ਤੂੜੀ ਬਣਾਉਂਦੇ ਸੀ, ਨਾਲੇ ਕੱਢਦੇ ਸੀ ਥ੍ਰੈਸ਼ਰ ਦੇ ਰਾਹੀਂ, ਬੋਰੀ ਵਾਲੀ ਮਸ਼ੀਨ ਆਈ। ਉੱਥੇ ਕਈ ਵਾਰ ਆਮ ਮਜ਼ਦੂਰ ਦਾ ਜਾਂ ਕਿਸਾਨ ਦਾ ਹੱਥ ਕੱਟਿਆ ਜਾਣਾ ਔਰ ਬੜਾ ਉਹਨਾਂ ਨੂੰ ਮੁਸ਼ਕਲ ਆਉਂਦੀ ਸੀ। ਇਸ ਲਈ ਮੇਰੇ ਮਨ 'ਚ ਬਹੁਤ ਸੀ, ਮੈਂ ਆਪ ਖੇਤੀ ਕਰਦਾ ਸੀ, ਆਪ ਕਿਸਾਨ ਸੀ। ਮੈਂ ਫੈਸਲਾ ਕੀਤਾ ਬੋਰਡ ਦੇ ਵਿੱਚ ਕਰਾਇਆ ਕਿ ਇਹਨਾਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਬੋਰਡ ਦੇਊਗਾ ਬੋਰਡ। ਉਹਦੇ ਫੈਸਲਾ ਕੀਤਾ ਜੇ ਇੱਕ ਹੱਥ ਕੱਟਿਆ ਗਿਆ 10,000 ਰੁਪਇਆ ਉਸ ਵੇਲੇ, ਜੇ ਅਚਾਨਕ ਮੌਤ ਹੋ ਗਈ ਤੁਹਾਨੂੰ 35,000 ਰੁਪਇਆ। ਇਹ ਬੋਰਡ 'ਚ ਫੈਸਲਾ ਕੀਤਾ ਔਰ ਇਹਦੇ ਅਧਿਕਾਰ ਮਾਰਕ ਕਮੇਟੀਆਂ ਨੂੰ ਦਿੱਤੇ ਵੀ ਡਾਕਟਰ ਦੀ ਮੈਡੀਕਲ ਰਿਪੋਰਟ ਲੈ ਕੇ ਤੁਸੀਂ ਸਾਡੇ ਕੋਲੇ ਫਾਈਲ ਨਹੀਂ ਭੇਜਣੀ, ਵੀ ਆਪਦੇ ਪੱਧਰ ਤੇ ਉੱਥੇ ਦੇਣਾ ਮਾਰਕ ਕਮੇਟੀ ਦੇ ਖਾਤੇ 'ਚੋਂ, ਮੰਡੀ ਬੋਰਡ ਤੁਹਾਨੂੰ ਪ੍ਰਵਾਨਗੀ ਦਿੰਦਾ। ਇਸ ਲਈ ਮੇਰਾ ਕਹਿਣ ਤੋਂ ਭਾਵ ਉਹ ਬਹੁਤ ਵੱਡਾ ਫੈਸਲਾ ਸੀ। ਉਹਦੀ ਇੱਕ ਘਟਨਾ ਵਾਪਰੀ, ਪਹਿਲਾਂ ਕੱਲਾ ਥ੍ਰੈਸ਼ਰਾਂ ਦਾ ਫੈਸਲਾ ਸੀ, ਘਟਨਾ 'ਚੋਂ ਘਟਨਾ ਵਾਪਰ ਜਾਂਦੀ ਹੈ। ਤੁਸੀਂ ਹੈਰਾਨ ਹੋ, ਇੱਕ ਮੱਝੂਕੇ ਪਿੰਡ ਦਾ ਭਦੌੜ ਮਾਰਕ ਕਮੇਟੀ 'ਚ ਪੈਂਦਾ ਸੀ, ਉਹ ਚੇਅਰਮੈਨ ਮੇਰੇ ਕੋਲ ਲੈ ਕੇ ਆ ਗਿਆ, ਉਹਦੇ ਦੋਨੇ ਹੱਥ ਕੱਟੇ ਸੀ, ਪਰ ਉਹਦੇ ਹੱਥ ਥ੍ਰੈਸ਼ਰ 'ਚ ਆ ਕੇ ਨਹੀਂ ਕੱਟੇ ਸੀ। ਉਹ ਟਰੈਕਟਰ ਦੇ ਮਗਰ ਤਵੀਆਂ ਤੇ ਬੈਠਾ ਸੀ, ਘਾਹ ਕੱਢ ਰਿਹਾ ਤਵੀਆਂ 'ਚੋਂ, ਤੇ ਦੋਨੇ ਹੱਥ ਉਹਦੇ ਕੱਟੇ ਗਏ, ਗੁੱਟ ਕੱਟੇ ਗਏ ਤਵੀਆਂ 'ਚ ਆ ਕੇ। ਤੇ ਆਡਿਟ ਵਾਲੇ ਨੇ ਇਤਰਾਜ਼ ਲਾਤਾ ਵੀ ਇਹ ਥ੍ਰੈਸ਼ਰ 'ਚ ਨਹੀਂ ਕੱਟਿਆ ਗਿਆ, ਇਹ ਤਾਂ ਤਵੀਆਂ 'ਚ ਆ ਕੇ ਕੱਟਿਆ ਗਿਆ, ਇਸ ਲਈ ਪੈਸੇ ਨਹੀਂ ਦੇ ਸਕਦੇ ਤੁਸੀਂ। ਮਾਰਕ ਕਮੇਟੀ ਵਾਲੇ ਚੈੱਕ ਨਾ ਦੇਣ ਦਿੱਤਾ। ਆਡਿਟ ਨੇ ਇਤਰਾਜ਼ ਲਾਤਾ, ਮੇਰੇ ਕੋਲ ਲਿਆ ਕੇ ਮੈਂ ਮੰਡੀ ਬੋਰਡ ਦੀ ਮੀਟਿੰਗ ਸੱਦ ਕੇ ਸੋਧ ਕੀਤੀ। ਉਹਦੇ ਫਿਰ ਕੋਈ ਕਸਰ ਛੱਡੀ ਨਹੀਂ ਮੈਂ, ਚਾਹੇ ਕੋਈ ਪਾਥੀਆਂ ਪਾਤ ਦੀ ਬੀਬੀ ਦਾ ਨੁਕਸਾਨ ਹੋ ਜੇ, ਚਾਹੇ ਪੱਠੇ ਕੁੱਤਰ ਦੇ ਮੂਹਰੇ ਸੱਪ ਬੈਠਾ ਹੁੰਦਾ, ਸੱਪ ਟਾਸੀਏ, ਖੇਤ 'ਚ ਟਾਸੀਏ, ਮੈਂ 100 ਗੱਲਾਂ ਲਿਖਤੀਆਂ ਉਹਦੇ 'ਚ ਤਾਂ ਕਿ ਆਡਿਟ ਕੋਈ ਇਤਰਾਜ਼ ਨਹੀਂ ਲਾ ਸਕੇ। ਜਿਹੜਾ ਵੀ ਖੇਤੀ ਦਾ ਕਿੱਤਾ ਕਰਦਾ, ਚਾਹੇ ਮੰਡੀ ਬੋਰਡ, ਮਾਰਕੀਟ, ਮੰਡੀਆਂ ਦੇ ਵਿੱਚ ਕੋਈ ਬੋਰੀਆਂ ਲਾਦਾ ਮਜ਼ਦੂਰ ਤੋਂ ਡਿੱਗ ਪੈਂਦਾ, ਇਹ ਸਾਰੀਆਂ ਗੱਲਾਂ ਲਿਖਤੀਆਂ ਮੈਂ ਤਾਂ ਕਿ ਕਿਸੇ ਨੂੰ ਵੀ ਇਤਰਾਜ਼ ਦਾ ਮੌਕਾ ਨਾ ਮਿਲੇ। ਇਸ ਦਾ ਨੁਕਸਾਨ ਹੁੰਦਾ ਖੇਤੀ ਦਾ ਕਿੱਤਾ ਕਰਦੇ ਦਾ, ਉਹ ਖੇਤੀ ਨਾਲ ਜੁੜਿਆ ਹੋਇਆ, ਉਹਨੂੰ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ। ਅੱਜ ਤੱਕ ਮਿਲਦਾ, ਉਸ ਵੇਲੇ 35,000 ਬਹੁਤ ਵੱਡੀ ਗੱਲ ਸੀਗੀ, ਉਸ ਵੇਲੇ ਅੱਜ ਤੋਂ 35 ਸਾਲ ਪਹਿਲਾਂ ਦੀ ਗੱਲ ਹੈ, ਬਹੁਤ ਵੱਡੀ ਅਮਾਉਂਟ। ਮੇਰਾ ਕਹਿਣ ਤੋਂ ਭਾਵ ਕਿ ਕੁਛ ਕੰਮ ਸ਼ੁਰੂ ਕੀਤਾ, ਮਨ 'ਚ ਖਿੱਚ ਸੀ ਇਹ। ਇਹਦਾ ਮਤਲਬ ਹੈ ਜਥੇਦਾਰ ਸਾਹਿਬ ਕਿ ਜਿਸ ਬੰਦੇ ਨੂੰ ਜਿਸ ਖੇਤਰ ਦੀ ਸਮਝ ਹੈ ਉਹਨੂੰ ਉਹ ਵਜ਼ਾਰਤ ਮਿਲਣੀ ਚਾਹੀਦੀ ਹੈ। ਜੇ ਨਤੀਜੇ ਲੈਣੇ ਆ ਤੇ ਸੌਖਾ ਤਰੀਕਾ ਇਹੀ ਹੈ ਕਿ ਜਿੱਥੇ ਮਹਾਰਤ ਆ ਉਹ ਬੰਦਾ ਉੱਥੇ ਲਾਓ। ਇਹਦੇ ਕੋਈ ਸ਼ੱਕ ਨਹੀਂ, ਤਜਰਬਾ ਜ਼ਰੂਰ ਉਸੇ ਨੂੰ ਦੇਣਾ ਚਾਹੀਦਾ ਉਹ ਕੰਮ ਜਿਹਦਾ ਤਜਰਬਾ ਦੇਖ ਕੇ। ਦੂਸਰਾ ਮੇਰੀ ਬੇਨਤੀ ਹੈ, ਫਿਰ ਅਸੀਂ ਇੱਕ ਹੋਰ ਕੰਮ ਕੀਤਾ, ਘਟਨਾ ਜੋ ਘਟਨਾ ਨਿਕਲਦੀ ਜਿਵੇਂ ਤੁਹਾਨੂੰ ਦੱਸਿਆ। ਇੱਕ ਚੀਜ਼, ਤੁਹਾਡੀ ਦਸਤਾਰ ਕੱਟ ਕੇ ਆ ਰਹੀ, ਮੈਂ ਟੋਕਣਾ ਨਹੀਂ ਸੀ ਚਾਹੁੰਦਾ ਕਿਉਂਕਿ ਗੱਲ ਕੰਟੈਂਟ ਦੀ ਹੈ, ਤੁਹਾਡੇ ਲਫ਼ਜ਼ਾਂ ਦੀ ਹੈ। ਹਾਂ, ਇਹ ਉਹ ਵਿੱਚ ਹਾਂ ਹੁਣ ਠੀਕ ਆ, ਠੀਕ ਹੈ, ਹੁਣ ਗੱਲ ਕਰੋ। ਮੇਰੀ ਬੇਨਤੀ ਆ ਕਿ ਇੱਕ ਘਟਨਾ ਜੋ ਘਟਨਾ ਵਾਪਰਦੀ ਹੈ। ਪਹਿਲਾਂ ਮੰਡੀ ਬੋਰਡ ਕੋਈ ਲਿੰਕ ਰੋਡ ਨਹੀਂ ਸੀ ਬਣਾਉਂਦਾ। ਬਿਲਕੁਲ। ਮੰਡੀ ਬੋਰਡ PWD ਨੂੰ ਫੰਡ ਦਿੰਦਾ ਸੀ। ਫੰਡ ਦੇਣ ਦਾ ਤਰੀਕਾ ਕੀ ਸੀ? 50% ਫੰਡ ਇੱਕ ਸੜਕ ਦਾ, 2 ਲੱਖ ਦਾ ਐਸਟੀਮੇਟ ਕਿਲੋਮੀਟਰ ਦਾ, 1 ਲੱਖ ਰੁਪਏ ਪਹਿਲਾਂ ਦੇਣਾ। ਉਹਦੀ ਕਮੇਟੀ ਪਾਉਣੀ ਉਹਨਾਂ ਨੇ, ਇੱਕ ਇੱਟਾਂ 3 ਇੰਚੀ ਲਾਉਣੀਆਂ, 3 ਇੰਚੀ ਪੱਥਰ ਪਾਉਣਾ, ਉੱਪਰ ਲੁੱਕ ਖਿਲਾਰਨੀ, ਜਿਹੜੀ ਟੋਕਰੀ ਸਿਸਟਮ ਹੁੰਦੀ ਸੀ। ਮੇਰੇ ਕੋਲ 2 ਫਾਈਲਾਂ ਆਈਆਂ, ਮੈਨੂੰ ਨਹੀਂ ਪਤਾ PWD ਐ ਸੜਕਾਂ ਬਣਾਉਂਦਾ, ਕਿਉਂ ਅਜੇ 1 ਮਹੀਨਾ ਕੀ ਹੋਇਆ ਸੀ, ਮੈਨੂੰ ਚੇਅਰਮੈਨ ਸਾਹਮਣੇ ਬਹੁਤਾ ਸਮਾਂ ਨਹੀਂ ਹੋਇਆ ਸੀ ਜੀ। ਮੇਰੇ ਕੋਲ ਚੀਫ ਇੰਜੀਨੀਅਰ ਮੁੰਗੀਆ ਸੀ, ਉਹ ਫਾਈਲਾਂ 2 ਲੈ ਕੇ ਆ ਗਿਆ, ਕਹਿੰਦਾ ਮਿੱਟੀ ਦੇ ਪੈਸੇ ਦੇਣੇ ਹੈਗੇ ਆ, ਮਿੱਟੀ ਪਾਈ ਸੀ ਖੁਰਗੀ, ਦੁਬਾਰੇ ਦੇਣੇ ਆ। ਕਾਗਜ਼ ਤੇ ਪਾਈ ਮਿੱਟੀ, ਕਹਿੰਦਾ ਲਿੰਕ ਰੋਡ ਤੇ। ਮੈਂ ਲਿੰਕ ਰੋਡ ਤੇ ਮਿੱਟੀ ਪਾਉਣ ਦੇ ਆਪਾਂ ਪੈਸੇ ਦਿੰਨੇ ਆ? ਕਹਿੰਦਾ ਹਾਂ। ਮੈਂ ਕਿਹਾ ਮੈਂ ਤਾਂ ਪਿੰਡ ਦਾ ਸਰਪੰਚ ਨਾ, ਬਲਾਸਟ ਦਾ ਮੈਂਬਰ ਆ, ਇੱਥੇ ਮਿੱਟੀ ਆਪ ਪਾਉਂਦੇ ਨੇ ਤਾਂ ਨਹੀਂ ਸਾਡੀਆਂ ਸੜਕਾਂ ਬਣਾਉਂਦਾ ਕੋਈ, ਤੁਸੀਂ ਮਿੱਟੀ ਪਾਉਣ ਦੇ ਪੈਸੇ ਦਿੰਨੇ ਆ? ਕਹਿੰਦਾ ਨਹੀਂ ਜੀ, ਤਾਂ ਦੇਣੇ ਪੈਂਦੇ ਆ, ਇਦੋਂ ਬਿਨਾਂ ਸੜਕਾਂ ਨਹੀਂ ਬਣਦੀ। ਅੱਛਾ। ਨਹੀਂ ਜੀ, ਮੈਂ ਤਾਂ ਸੋਚੂਗਾ। ਮੈਂ ਫੈਸਲਾ ਕਰ ਲਿਆ ਕਿ ਮਿੱਟੀ ਦਾ ਕੋਈ ਪੈਸਾ ਨਹੀਂ ਦੇਣਾ, ਇਹ ਪੈਸੇ ਸਾਰੇ
ਲਿੰਕ ਸੜਕਾਂ ਬਣਾਉਣ ਤੇ ਲਾਉਣੀ। ਹੂੰ ਜੋ ਮੈਂ ਫੈਸਲਾ ਕਰ ਲਿਆ, ਔਰ ਜਿਹੜਾ ਪੀਡਬਲਯੂ ਦਾ ਸੈਕਟਰੀ ਸੀ ਬੁੱਕਰ, ਬੜਾ ਸਿਆਣਾ ਅਫਸਰ ਸੀ IAS, ਉਹਦਾ ਮੈਨੂੰ ਸੁਬਾਹ ਹੀ ਫੋਨ ਆਇਆ, ਪਾਠ ਕਰਕੇ ਹਟਿਆ, ਅੱਛਾ ਕਹਿੰਦੇ ਤੁਸੀਂ ਜੱਟਾਂ ਨੂੰ ਮਿੱਟੀ ਪਾਉਣ ਲਾਤਾ। ਹੂੰ ਮੈਂ ਕਿਹਾ ਉੱਪਰ ਸੱਚ, ਅਸੀਂ ਤਾਂ ਮਿੱਟੀ ਪਹਿਲਾਂ ਵੀ ਪਾਉਂਦੇ ਹਾਂ, ਅੱਛਾ ਸੜਕਾਂ ਕੋਈ ਬਣਾਉਂਦਾ ਨਹੀਂ, ਮਿੱਟੀ ਅਸੀਂ ਪਾਉਂਦੇ ਰਹੇ ਹਾਂ। ਜੀ ਇਹ ਪੈਸੇ ਕਾਹਦੇ ਗਏ? ਇਹੀ ਪੈਸੇ ਆਪਾਂ ਜੱਟਾਂ ਦੀਆਂ ਸੜਕਾਂ ਬਣਾਉਣ ਤੇ ਪਿੰਡਾਂ ਦੀਆਂ ਤੇ ਲਾਵਾਂਗੇ। ਹੂੰ ਉਹ ਚੁੱਪ ਕਰ ਗਿਆ, ਫੋਨ ਕੱਟਤਾ, ਲੈਂਡ ਹੁੰਦੇ ਸੀ। ਮੁੜ ਕੇ ਮੈਨੂੰ ਸੈਕਟਰੀਏਟ ਸੱਦਿਆ ਹੂੰ 3 ਦਿਨ ਬਾਅਦ, ਅੱਛਾ ਮੁੱਖ ਮੰਤਰੀ ਦੇ ਪੇਸ਼ੀ ਪਾਤੀ ਮੇਰੀ, ਸਾਹਿਬ ਬਲਵੰਤ ਸਿੰਘ ਖਜ਼ਾਨਾ ਮੰਤਰੀ ਸਾਹਿਬ ਦਾ, ਜਿਹੜਾ ਹੁਣ ਵਿਚਾਰਾ ਸਵਰਗੀ ਇੱਥੇ ਹੈ ਨਹੀਂ ਇਸ ਦੁਨੀਆ 'ਚ, ਹੂੰ ਤੇ 2 ਚੀਫ ਇੰਜੀਨੀਅਰ ਸੀ, ਬਾਕੀ ਹੋਰ ਅਫਸਰ ਸੀ ਬੀਐਨਆਰ ਤੇ ਸਾਡੇ। ਇਹ ਕਹਿੰਦੇ ਜੀ ਕੋਈ ਸੜਕ ਨਹੀਂ ਬਣਨੀ, ਜਥੇਦਾਰ ਨੇ ਮਿੱਟੀ ਦਾ ਕੰਮ ਬੰਦ ਕਰਾ ਦਿੱਤਾ, ਹੂੰ ਅਸੀਂ ਪੀਡਬਲਯੂ ਵਾਲੇ ਨਹੀਂ ਪਾ ਸਕਦੇ। ਮੈਂ ਆਖਿਆ ਜੀ ਮੈਂ ਪਿੰਡਾਂ 'ਚ ਫਿਰਦਾ ਹਾਂ, ਅੱਛਾ ਇਹ ਸੜਕਾਂ ਪਹਿਲੀਆਂ ਬਣੀਆਂ ਸਾਰੀਆਂ ਅਧੂਰੀਆਂ ਪਈਆਂ, 50% ਫੰਡ ਦਿੰਦੇ ਅਸੀਂ, ਹੂੰ ਉਹ 50% ਦਾ ਯੂਟਿਲਾਈਜ਼ ਸਰਟੀਫਿਕੇਟ ਦੇਣਾ ਹੁੰਦਾ। ਪੀਡਬਲਯੂ ਦਾ ਐਸਡੀਓ ਤੇ ਮੰਡੀ ਬੋਰਡ ਦਾ ਐਸਪੀਓ ਦੋਨੇ ਇਕੱਠੇ ਹੋ ਕੇ ਉਹ ਸੈਸ ਕਰਦੇ ਆ, 50% ਜਿਹੜਾ ਦਿੱਤਾ ਮੰਡੀ ਬੋਰਡ ਨੇ ਲੱਗ ਗਿਆ, ਫਿਰ ਉਦੋਂ ਮੇਰੇ ਦੂਆ 50% ਹੀ ਦਿੰਦੇ ਆ। ਹੂੰ ਹੁਣ ਮੈਂ ਸੈਂਕੜੇ ਕਿਲੋਮੀਟਰ ਸੜਕਾਂ ਦਿਖਾ ਦੇਣਾ ਜਿੰਨਾ ਯੂਟਿਲਾਈਜ਼ ਸਰਟੀਫਿਕੇਟ ਨਹੀਂ ਅਜੇ ਤੱਕ ਆਇਆ ਹੈਗਾ, ਤੇ ਦੁਬਾਰੇ ਮਿੱਟੀ ਪਾਉਣ ਦੇ ਪੈਸੇ ਮੰਗ ਲੈਂਦੇ ਸਨ। ਜੀ ਇਸ ਲਈ ਅਸੀਂ ਪੀਡਬਲਯੂ ਨੂੰ ਇਹ ਪੈਸੇ ਨਹੀਂ ਦੇਣਗੇ, ਇਹ ਮੇਰੀ ਮਿੱਟੀ ਲੋਕਾਂ ਤੋਂ ਪਾਵਾਂਗੇ ਅਸੀਂ। ਮੈਨੂੰ ਇੱਕ ਅਫਸਰ ਨੇ ਕਿਹਾ ਲੋਕ ਨਹੀਂ ਮਿੱਟੀ ਪਾਉਂਦੇ ਹੁੰਦੇ, ਮੈਂ ਕਿਹਾ ਲੋਕ ਤਾਂ ਮਿੰਨਤਾਂ ਕਰਦੇ ਸਾਡੀ ਸੜਕ ਬਣਾਓ, ਕੱਚੇ ਰਾਹ ਸਾਰੇ, ਤੇ ਲੋਕ ਤਾਂ ਕਹਿੰਦੇ ਹੱਥ ਨੂੰ ਮਿੱਟੀ ਪਾ ਦਿੰਦੇ ਅਸੀਂ, ਸਾਡੀ ਸੜਕ ਬਣਾਓ, ਤੇ ਉਹ ਆਪਾਂ ਸੜਕ ਨੂੰ ਉਹਨਾਂ ਦੇ ਲੋਕਾਂ ਦਾ ਭਰੋਸਾ ਟੁੱਟ ਜਾਂਦਾ। ਇਸ ਲਈ ਨਾ ਮੰਨੇ। ਉਹ ਚੀਫ ਸੈਕਟਰੀ ਜਿਹੜੇ ਚੀਫ ਇੰਜੀਨੀਅਰ ਸੀ, ਉਹ ਕਹਿੰਦੇ ਅਸੀਂ ਨਹੀਂ ਮਿੱਟੀ ਤੋਂ ਬਿਨਾਂ ਕੰਮ ਕਰਨਾ ਜੀ। ਮੈਂ ਕਿਹਾ ਇਹਨੂੰ ਨਾ ਕਰ ਦਿਓ, ਅਸੀਂ ਮੰਡੀ ਬੋਰਡ ਆਪੇ ਕਰ ਲਾਂਗੇ ਜੀ। ਚਲੋ ਜੀ, ਉੱਥੋਂ ਉੱਠ ਕੇ ਆ ਗਏ ਤੇ ਮੈਂ ਆਪਣਾ 6 ਸਾਡੇ ਇਲੈਕਸ਼ਨ ਸੀ ਮੰਡੀ ਬੋਰਡ ਤੇ, ਮੈਂ ਉਹਨਾਂ ਸਾਰਿਆਂ ਨੂੰ ਡਿਊਟੀ ਲਾਤੀ, ਗਾਂ ਤੋਂ ਸੜਕਾਂ ਦੇ ਐਸਟੀਮੇਟ ਲਿਆਓ ਬਿਨਾਂ ਮਿੱਟੀ ਤੋਂ, ਜਿਹੜੇ ਪਿੰਡ ਦਾ ਲਿਆਓਗੇ ਮੈਨੂੰ ਦੱਸੋ, ਮੈਂ ਉਹਨਾਂ ਨੂੰ ਫੋਨ ਤੇ ਸੰਪਰਕ ਕਰਕੇ ਕਹੂੰਗਾ ਭਾਈ 10 ਦਿਨਾਂ 'ਚ ਮਿੱਟੀ ਪਾ ਦਿਓ, ਨਹੀਂ ਤੁਹਾਡੀ ਸੜਕ ਹੀ ਰੱਦ ਕਰ ਦਾਂਗੇ, ਬਣਾਉਣੀ ਨਹੀਂ। ਲੋਕ ਤਾਂ ਰਾਤੋਂ ਰਾਤ ਮਿੱਟੀ ਪਾਉਣ ਲੱਗ ਗਏ। MLA ਨੇ ਆਪ ਕਿਹਾ ਵਧੀਆ ਫੈਸਲਾ, ਸਾਡੀਆਂ ਸੜਕਾਂ ਮੈਂ ਇੱਕ ਆਰਡਰ ਕਰਤਾ ਵੀ 100% ਫੰਡ ਦੇਣਾ ਤੇ ਕੰਪਲੀਸ਼ਨ ਸਰਟੀਫਿਕੇਟ 6 ਮਹੀਨਿਆਂ ਦੇ ਅੰਦਰ ਅੰਦਰ ਲੈਣੀ ਆ। ਜਿਹੜਾ 6 ਮਹੀਨਿਆਂ 'ਚ ਸੜਕ ਬਣਾ ਕੇ ਦੇ ਦੂ ਕੰਪਲੀਸ਼ਨ ਸਰਟੀਫਿਕੇਟ, ਉਹਨੂੰ ਦੁਬਾਰੇ ਫੰਡ ਦੇਣਾ ਨਹੀਂ, ਉਹ ਸੈਕਸ਼ਨ ਨੂੰ ਫੰਡ ਨਹੀਂ ਦੇਣਾ। ਇਸ ਲਈ ਉਹਦਾ ਇੰਨਾ ਤੇਜ਼ੀ ਆਈ ਜਿਹਦਾ ਕੋਈ ਹਿਸਾਬ ਹੀ ਨਹੀਂ। ਇਹਨਾਂ ਨੇ ਫਿਰ ਮੁੜ ਕੇ ਫਿਰ CM ਕੋਲ ਮੈਨੂੰ ਸੱਦ ਲਿਆ, ਕਹਿੰਦੇ ਇਹ ਤਾਂ ਆਪ ਕੰਮ ਕਰਨ ਲੱਗ ਗਏ, ਸਾਨੂੰ ਕੰਮ ਦਿਓ। ਮੈਂ ਕਿਹਾ ਤਾਂ ਕਹਿੰਦੇ ਕਰਨਾ ਨਹੀਂ ਅਸੀਂ ਕੰਮ, ਬੀਐਨਆਰ ਵਾਲੇ। ਮੁੜ ਕੇ ਮੁੱਖ ਮੰਤਰੀ ਨੇ ਕਿਹਾ ਚਲੋ ਇਹਨਾਂ ਦਾ ਮਹਿਕਮਾ ਵੱਡਾ, ਇਸ ਲਈ ਜ਼ਰੂਰ ਦੇਣਾ ਚਾਹੀਦਾ ਕੰਮ। 2 ਹਿੱਸੇ ਮਾਰਕ ਕਮੇਟੀਆਂ ਮੁੱਖ ਮੰਤਰੀ ਉਹਨੂੰ ਅਲਾਟ ਕਰਦੀਆਂ, ਤੀਜਾ ਹਿੱਸਾ ਮੰਡੀ ਬੋਰਡ ਨੂੰ ਕਰਤਾ ਕਿ ਚਲੋ ਮੁਕਾਬਲੇ ਦਾ ਪਤਾ ਲੱਗੂ। ਮੇਰੇ ਕੋਲ ਉਦੋਂ ਬਾਰ-ਬਾਰ MLA ਲੈ ਕੇ ਆਉਂਦੇ ਸੀ, ਅਸੀਂ ਤਾਂ ਮੰਡੀ ਬੋਰਡ ਤੋਂ ਕੰਮ ਕਰਾਉਣਾ, ਇਹ ਤੇਜ਼ੀ ਨਾ ਕਰਦਾ। ਇਸ ਲਈ ਮੇਰਾ ਕਹਿਣ ਤੋਂ ਭਾਵ ਇਸ ਤਰ੍ਹਾਂ ਦੀ ਰੀਸ ਪਈ ਸੀ ਉਸ ਵੇਲੇ। ਇਹ ਕਿਹੜੇ ਸਾਲ ਦੀ ਗੱਲ ਸੀ? ਇਹ ਕਿਹੜੇ ਸਾਲ ਦੀ ਗੱਲ? ਇਹ ਗੱਲ 85 ਦੀ 86 ਦੀ 86 ਦੀ। ਅੱਛਾ ਅੱਛਾ ਠੀਕ ਹੈ। ਹਾਂ ਉਸੇ ਸਾਲ ਹੀ ਕਿੰਨਾ 2 ਮਹੀਨੇ ਮਰ ਤੋਂ ਮਿੱਟੀ ਪਾਉਣੀ ਬੰਦ ਕਰਾਤੀ ਮੈਂ। ਅੱਛਾ ਅੱਛਾ ਅੱਛਾ, ਇਹਦਾ ਮਤਲਬ ਕਿ 1.5-2 ਸਾਲ ਦੇ ਵਿੱਚ ਕਾਫੀ ਕੰਮ ਹੋਇਆ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਜੇ ਅਜੇ ਤਾਂ ਹੈ ਗੰਨੀਆਂ ਹੋਰ ਗੱਲਾਂ। ਹਾਂ ਇਸ ਲਈ ਇਹ ਮਸਾਂ ਉਹ ਸੰਕਟ ਕੱਢਿਆ ਸੀ। ਅੱਛਾ, ਇੱਕ ਸੰਕਟ ਮੈਨੂੰ ਬਥੇਰੇ ਕੰਮ ਚਾਉਂਦੇ ਉਹ ਚਲਾਉਂਦੀਆਂ ਰਹੀਆਂ। ਉਸ ਤੋਂ ਮਗਰੋਂ ਆਪਣੀ ਮੰਡੀ ਦੀ ਗੱਲ ਸੀ। MS ਗਿੱਲ ਬੜੇ ਸਿਆਣੇ ਸੀ, ਇੰਗਲੈਂਡ ਜਾ ਕੇ ਆਏ, ਇਹਨਾਂ ਨੇ ਕਿਹਾ ਵੀ ਉੱਥੇ ਆਪਣੀਆਂ ਮੰਡੀਆਂ ਲੱਗਦੀਆਂ। ਮੈਂ ਕਿਹਾ ਸਾਡੇ ਰਿਸ਼ਤੇਦਾਰ ਆ ਕੈਨੇਡਾ ਅਮਰੀਕਾ 'ਚ, ਉੱਥੇ ਮੇਨ ਸੜਕਾਂ ਦੇ ਉੱਤੇ ਟਾਲ ਜੇ ਲਾ ਲੈਂਦੇ ਖੇਤਾਂ ਵਾਲੇ, ਉਹ ਹੀ ਤੁਰੇ ਜਾਂਦੇ, ਕਾਰਾਂ ਵਾਲੇ ਲੈ ਜਾਂਦੇ ਆ। ਕਹਿੰਦੇ ਆਪਾਂ ਪੰਜਾਬ 'ਚ ਮੰਡੀਆਂ ਲਾਈਏ, ਬਣਾਈਏ ਆਪਣੀ ਮੰਡੀ, ਸਬਜ਼ੀ ਮੰਡੀ, ਉਹਦੇ ਨਾਲ ਕਿਸਾਨ ਨੂੰ ਫਾਇਦਾ ਹੋਊਗਾ। ਠੀਕ ਆ ਜੀ। ਮੈਂ ਇਹਨਾਂ ਨੇ ਆਪਦੇ ਵਿਚਾਰ ਦਿੱਤੇ, ਇਹਨਾਂ ਨੇ ਕੋਈ ਸ਼ੱਕ ਨਹੀਂ। ਅਸੀਂ ਜੀ ਜਿਹੜੇ ਕਿਸਾਨ ਭਵਨ, ਸਭ ਤੋਂ ਪਹਿਲਾਂ 35 ਸੈਕਟਰ 'ਚ ਮੰਡੀ ਲਾਈ। ਅੱਛਾ, ਇੱਥੇ ਜਿਹੜੀ ਪਹਿਲੀ ਆਪਣੀ ਮੰਡੀ ਲਾਈ, ਉਹਦੇ ਵਿੱਚ ਅਸੀਂ ਤੁਸੀਂ ਹੈਰਾਨ ਹੋਵੋਗੇ, ਅਸੀਂ ਜਿਹੜੇ ਆਕਸਰ ਗਾਰਡਰ ਸੱਦੇ, ਉਹਨਾਂ ਤੋਂ ਆਪ ਬਕਾਇਦਾ ਪੈਕਿੰਗ ਕਰਵਾਈ, ਕਿਲੋ ਦੀ, 2 ਕਿਲੋ ਦੀ, 5 ਕਿਸਾਨਾਂ ਨੂੰ ਸਮਝ ਆਇਆ, ਟਾਲੀਆਂ ਤੇ ਮੰਗਾਏ ਕਿਸਾਨ। 2-3 ਮਹੀਨੇ ਕਿਸਾਨਾਂ ਨੇ ਬੜਾ ਰੀਸ ਨਾਲ ਕੰਮ ਕੀਤਾ ਵੀ ਸਾਨੂੰ 4 ਪੈਸੇ ਬਚਦੇ ਆ। ਮੁੜ ਕੇ ਕਿਸਾਨ ਐਸਾ ਜੀ, ਮੈਂ ਦੇਖਿਆ ਮੰਡੀਆਂ ਅਸੀਂ ਉੱਥੇ ਮੋਗੇ ਹੀ ਬਣਾਈ ਮੰਡੀ, ਲੁਧਿਆਣੇ ਬਣਾਈ, ਜਲੰਧਰ ਵੀ ਬਣਾਈ, ਅੰਮ੍ਰਿਤਸਰ ਬਣਾਈ। ਆਪ MS ਗਿੱਲ ਬੜਾ ਇੰਟਰਸਟ ਲੈਂਦੇ ਸੀਗੇ, ਸੋਢੀ ਇੱਕ ਅਫਸਰ ਲਾਇਆ ਵਿਸ਼ੇਸ਼ ਕੰਮ ਤੇ। ਪਰ ਤੁਸੀਂ ਹੈਰਾਨ ਹੋ ਗਏ, ਹੌਲੀ ਹੌਲੀ ਕਿਸਾਨ ਜਿਹੜੇ ਆ ਟਰਾਲੀਆਂ ਭਰ ਕੇ ਲੈ ਆਉਣੇ ਆ ਕੇ ਰੇਹੜੀਆਂ ਵਾਲਿਆਂ ਨੂੰ ਦੇ ਦੇਣੀਆਂ ਸਾਰੀਆਂ। ਉੱਥੇ ਰੇਹੜੀਆਂ ਵਾਲੇ ਪਾਸੇ ਖੜੇ ਜਾ ਮੰਡੀ 'ਚ, ਉਹ ਟਰਾਲੀਆਂ ਸਾਰੀਆਂ ਰੇਹੜੀਆਂ ਵਾਲਿਆਂ ਨੂੰ ਕਿਸੇ ਇਕੱਠੀਆਂ ਦੇ ਦੇਣੀ, ਅਸੀਂ ਕਿੱਥੇ 5-5 ਕਿਲੋ 4-4 ਕਿਲੋ ਮੱਥਾ ਮਾਰਾਂਗੇ। ਇਸ ਹਾਲਾਤ 'ਚ ਵੀ ਲੰਘੇ ਅਸੀਂ, ਜਿਹੜੀਆਂ ਆਪਣੀਆਂ ਮੰਡੀਆਂ ਉਹ ਜਿੰਨੀਆਂ ਚਾਹੁੰਦੇ ਸੀ ਅਸੀਂ, MS ਗਿੱਲ ਜਾਂ ਮੈਂ ਚਾਹੁੰਦਾ ਸੀ ਕਾਮਯਾਬ ਹੋਣ, ਉਹ ਨਹੀਂ ਹੋਈ। ਇਸ ਲਈ ਮੇਰਾ ਕਹਿਣ ਤੋਂ ਬਾਅਦ ਕਿਸਾਨਾਂ ਨੇ ਪੂਰਾ ਸਾਥ ਨਹੀਂ ਦਿੱਤਾ। ਕਿਸਾਨ ਨੂੰ ਆਦਤ ਨਹੀਂ, ਅੱਜ ਘਟੀ ਵੀ ਆ ਕੰਮ ਆਪਦੇ ਹੱਥੀਂ ਵੀ, ਜੇ 4 ਘੰਟੇ ਮੰਡੀ 'ਚ ਲੱਗ ਜਾਣਗੇ 4 ਘੰਟੇ 'ਚ ਵਿਕ ਜਾਣੀ ਹੁੰਦੀ ਆ। ਉਹ ਕਹਿੰਦਾ ਹੁਣੇ ਵੇਚ ਕੇ ਵਿਹਲੇ ਹੋ ਕੇ ਜਾਏਗੀ ਤਾਂ ਇਸ ਤਰ੍ਹਾਂ ਦੇ ਹਾਲਾਤ 'ਚ ਵੀ ਲੰਘੇ ਅਸੀਂ। ਫਿਰ ਬੜੀ ਵੱਡੀ ਔਕੜ ਆਈ ਮੈਨੂੰ 87 ਫਰਵਰੀ 87 ਦੇ ਵਿੱਚ ਸਟਾਰਟਿੰਗ। ਆ ਕੰਦੂ ਖੇੜਾ ਜਿਹੜਾ, ਇੱਥੇ ਸੜਕਾਂ ਬਣਾਈਆਂ, ਸਭ
ਅਮਰਿੰਦਰ ਸਿੰਘ ਖੇਤੀਬਾੜੀ ਮੰਤਰੀ ਸੀ, ਇਹਨਾਂ ਨੇ ਬੜਾ ਇੰਟਰਸਟ ਲਿਆ। ਔਰ ਉਸ ਵੇਲੇ ਸਬ ਡਿਵੀਜ਼ਨ ਆਈ ਸੀ ਮੁੱਖ ਮੰਤਰੀ ਨੇ ਉੱਥੇ ਬੋਹਰ ਨੂੰ, ਉਹਦੀ ਮਰਦਸ਼ੁਮਾਰੀ ਆ ਗਈ ਵੀ ਉਹ ਦੇਖਣਾ ਵੀ ਪੰਜਾਬੀ ਬੋਲਦਾ ਕਿ ਹਿੰਦੀ ਬੋਲਦਾ ਇਲਾਕਾ ਇਹ। 114 ਪਿੰਡਾਂ ਦਾ ਸਰਵੇ ਕਰਨਾ ਸੀਗਾ ਔਰ ਉਹਦੇ ਵੱਲ ਚੰਡੀਗੜ੍ਹ ਦੇਣਾ ਸੀ। ਉੱਥੇ ਸਾਨੂੰ 15-20 ਦਿਨ ਬਹੁਤ ਮਿਹਨਤ ਕਰਨੀ ਪਈ ਔਰ ਅਸੀਂ ਲਿੰਕ ਸੜਕਾਂ ਵੀ ਫਿਰ ਕਿਤੇ ਬਹੁਤ ਬਣਾਈਆਂ ਔਰ ਮੁੱਖ ਮੰਤਰੀ ਨੇ ਉੱਥੇ ਖੰਡ ਮਿਲ ਵੀ ਲਾਈ ਹੋਰ ਦੇ ਏਰੀਏ 'ਚ। ਮੈਨੂੰ ਸਿਰਫ ਥੋੜਾ ਜਿਹਾ ਇੱਥੇ ਥੋੜੀ ਕਲੈਰਿਟੀ ਦੇ ਦਿਓ, ਕਿਉਂਕਿ ਕੰਦੂ ਖੇੜਾ ਦਾ ਇਤਿਹਾਸ ਪੰਜਾਬ ਦੀ ਫਿਤਰਤ ਨਾਲ ਜੁੜਦਾ ਹੈ। ਜੇ ਕੰਦੂ ਖੇੜੇ ਵਾਲੇ ਨਾਲ ਨਾ ਖਲੋਂਦੇ ਤੇ ਸਾਡਾ ਬੜਾ ਸਾਰਾ ਏਰੀਆ ਜਾਂਦਾ ਸੀਗਾ। ਮੈਨੂੰ ਸਾਰੇ ਸਾਡੇ 114 ਜਿਹੜੀ ਸਾਰੀ ਸਬ ਡਿਵੀਜ਼ਨ ਫਾਜ਼ਿਲਕਾ ਦਾ ਅੱਧਾ ਏਰੀਆ ਤੇ ਹੋਰ ਸਾਰੀ ਸਬ ਡਿਵੀਜ਼ਨ ਹੋਣ ਵਾਲੀ ਸਾਰੀ ਜਾਂਦੀ 114 ਪਿੰਡ। ਉਹ ਘਟਨਾਕ੍ਰਮ ਖੋਲ ਕੇ ਦੱਸਿਓ ਕਿ ਜਦੋਂ ਇੱਕ ਪਿੰਡ ਨੇ ਪੰਜਾਬੀਆਂ ਦੀ ਇੱਜ਼ਤ ਬਚਾਈ ਉਹਨਾਂ ਦਿਨਾਂ 'ਚ। ਅੱਛਾ, ਤੁਸੀਂ ਸਰਗਰਮ ਸੀ ਤੇ ਉਹਨਾਂ ਏਰੀਆ ਦੇ ਵਿੱਚ ਫਿਰਦੇ ਸੀਗੇ? ਮੈਂ ਚੇਅਰਮੈਨ ਸੀ ਜੀ, ਸਾਡੇ ਪੈਰ ਸੁੱਜ ਗਏ ਉੱਥੇ। ਅੱਛਾ, ਡੀਸੀ ਭੁਪਿੰਦਰ ਸਿੰਘ ਫਰੀਦਕੋਟ ਵਾਲਾ ਹੁੰਦਾ ਸੀ ਉੱਥੇ, ਸਾਡੇ ਨਾਲ ਇੱਕ ਐਸਪੀ ਹੁੰਦਾ, ਡਿਊਟੀ ਲੱਗੀ ਸੁਖਜਿੰਦਰ ਸਿੰਘ ਨਾਲ ਦੇ ਪਿੰਡ ਬੀਜਪੁਰ ਡਿਊਟੀ, ਵਿਦਿਆ ਮੰਤਰੀ ਸੁਖਜਿੰਦਰ ਸਿੰਘ, ਸਾਰਾ ਅਮਰਿੰਦਰ ਸਿੰਘ ਆਉਂਦੇ ਰਹੇ ਸਾਡੇ ਕੋਲ, ਭਾਗਪੁਰ ਰੈਸਟ ਹਾਊਸ ਹੁੰਦੇ ਮਿਲਣਾ, ਸਾਨੂੰ ਸਾਰਾ ਗਾਈਡ ਕਰਦੇ ਰਹੇ ਵੀ ਸਾਡੇ ਅਮਰਿੰਦਰ ਸਿੰਘ ਦਿਲਚਸਪੀ ਲੈਂਦੇ ਰਹੇ। ਇਸ ਲਈ ਪੂਰੀ ਭਾਈ ਸ਼ਮਿੰਦਰ ਦੇ ਪਿੰਡ ਦੀ, ਭਾਈ ਸ਼ਮਿੰਦਰ ਜਿਹੜਾ ਐਮਪੀ ਹੁੰਦਾ ਉਹਦੀ 100 ਏਕੜ ਜ਼ਮੀਨ ਸੀ ਉਹ ਪਿੰਡ 'ਚ। ਉਹ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਵੀ ਅਸੀਂ ਪੰਜਾਬ 'ਚ ਹੀ ਰਹਿਣਾ। ਇਸ ਲਈ ਮੇਰਾ ਉਹਦਾ ਸਿੱਟਾ ਇਹ ਨਿਕਲਿਆ ਕਿ 80% ਤੋਂ ਉੱਤੇ 86% ਦੇ ਕਰੀਬ ਲੋਕਾਂ ਨੇ ਕਹਿਤਾ ਵੀ ਅਸੀਂ ਤਾਂ ਪੰਜਾਬੀ ਬੋਲਦੇ ਹਾਂ, ਪੰਜਾਬ 'ਚ ਰਹਿਣਾ। ਜੀ ਬਿਲਕੁਲ ਬਿਲਕੁਲ। ਉਹ ਪਿੰਡ ਬਹੁਤ ਮੇਰਾ ਬਹੁਤ ਹਾਂਜੀ ਜੀ 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 ਹਾਂਜੀ। 1 ਮਹੀਨਾ ਮੈਨੂੰ ਪਤਾ ਉਦੋਂ ਠੰਡ ਸੀ ਬਹੁਤ ਜ਼ਿਆਦਾ ਪਿੰਡ ਦੀ। ਅੱਛਾ। ਔਰ ਸਭ ਕੋ ਸਾਡੇ ਪੈਰ ਸੋ ਭੁਪਿੰਦਰ ਸਿੰਘ ਡੀਸੀ ਹੁੰਦਾ ਸੀ ਫਰੀਦਕੋਟ ਦਾ, ਔਰ ਸਾਡੇ ਨਾਲ ਬਦਕਿਸਮਤੀ ਆਈ ਕਿ ਅਸੀਂ ਚੰਡੀਗੜ੍ਹ ਨੂੰ ਡਿਸਟ੍ਰਿਕਟ ਬਣਾ ਕੇ ਭੁਪਿੰਦਰ ਸਿੰਘ ਡੀਸੀ ਦੀ ਆਰਡਰ ਵੀ ਕਰਾ ਲਈ। ਮੈਂ ਮੈਨੂੰ ਕਿਹਾ ਵੀ ਇਹਨੇ ਬੜੀ ਮਿਹਨਤ ਕੀਤੀ ਸਾਡੇ ਨਾਲ। ਅੱਛਾ। ਭੁਪਿੰਦਰ ਸਿੰਘ ਸਹਿਮਤ ਸੀ ਸਾਰੇ। ਰਾਤੋਂ ਰਾਤ 12 ਵਜੇ ਬਦਲਤਾ ਵੀ ਨਹੀਂ ਦੇਣਾ ਸਾਨੂੰ। ਹਾਲਾਤ ਐਸੇ ਬਣੇ, ਨਾਲ ਇਹਨਾਂ ਨੇ ਕਹਿਤਾ 43,000 ਏਕੜ ਹਰਿਆਣੇ 'ਚੋਂ ਦਿਓ, ਨਾਲ ਪਿੰਡਾਂ ਦੇ ਲਹਿਰਾ ਉਹ ਸਾਰਾ ਲਿਖਤੇ। ਉਹਦੇ 'ਚ ਕਹਿੰਦੇ ਵੀ ਅਸੀਂ ਜਿਹੜਾ ਨਿਯਮ ਨਹੀਂ ਤੋੜਨਾ ਉਹਦਾ, ਇਹ 43,000 ਏਕੜ ਨਹੀਂ ਦੇਣਾ। ਉਹ ਕਹਿੰਦੇ ਸੰਗਾਂ ਤੁਹਾਨੂੰ ਚੰਡੀਗੜ੍ਹ ਨਹੀਂ ਦਿੰਦੇ, ਭਾਈ ਦਾ ਪ੍ਰੈਸ਼ਰ ਪੈ ਗਿਆ। ਆਹ ਹਾਲ ਹੈ ਸਾਡੇ। ਅੱਛਾ ਜਥੇਦਾਰ ਸਾਹਿਬ, ਮੈਨੂੰ ਪ੍ਰਿਥੀਪਾਲ ਸਿੰਘ ਕਪੂਰ ਜਿਹੜੇ ਪ੍ਰੋ ਵਾਈਸ ਚਾਂਸਲਰ ਰਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ, ਇੱਕ ਦਿਨ ਇੱਕ ਸੈਗਮੈਂਟ ਦੇ ਵਿੱਚ ਕਹਿੰਦੇ ਕਿ ਉਦੋਂ ਉਹ ਦਿਨ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਦਿੱਤੀਆਂ ਸੀਗੀਆਂ ਉਸ ਮਹੀਨੇ ਦੀਆਂ ਕਿ ਤੁਸੀਂ ਜਿਹੜਾ ਉਹ ਹੁਣ ਪੰਜਾਬ ਦਾ ਹਿੱਸਾ ਹੋ ਜਾਣਾ। ਇਹ ਸੱਚ ਹੈ? ਇਹਦੇ ਮੈਂ ਕਹਿੰਦਾ ਡੀਸੀ ਦੇ ਆਰਡਰ ਕਰ ਬੈਠੇ ਅਸੀਂ ਵੀ ਜ਼ਿਲ੍ਹਾ ਬਦਾਨਾ ਚੰਡੀਗੜ੍ਹ ਤੇ ਕੱਲ ਨੂੰ 26 ਜਨਵਰੀ ਨੂੰ ਡੀਸੀ ਭੁਪਿੰਦਰ ਸਿੰਘ ਲਾ ਦੇਣਾ ਉੱਥੇ। ਅੱਛਾ। ਮੰਚ ਬਣਾ ਲਿਆ ਸੀ, ਫੈਸਲਾ ਕਰੀ ਬੈਠੇ ਜੀ, ਮੁੱਖ ਮੰਤਰੀ ਸੀ ਬਰਨਾਲਾ। ਮੈਂ ਇੱਥੇ ਆਪ ਹਾਂ, ਕੈਪਟਨ ਅਮਰਿੰਦਰ ਸਿੰਘ ਬਹੁਤ ਦਿਲਚਸਪੀ ਲੈਂਦੇ ਸੀ, ਬਲਵੰਤ ਸਿੰਘ, ਸਾਰੇ ਅਸੀਂ ਇਕੱਠੇ ਸਾਰੇ ਉਸ ਵੇਲੇ। ਨਹੀਂ, ਪਰ ਕੇਂਦਰ ਪੈਰ ਤੋਂ ਹੀ ਮੁੱਕਰ ਗਿਆ, ਕਿਉਂਕਿ ਉਦਣ ਇੱਕ ਗੱਲ ਭਜਨ ਲਾਲ ਦਾ ਬਹੁਤ ਦਬਾਅ ਪੈ ਗਿਆ। ਭਜਨ ਲਾਲ ਨੇ ਇੰਨਾ ਦਬਾਅ ਪਾਇਆ, ਭਜਨ ਲਾਲ ਤਾਂ ਉਹਨਾਂ ਪਿੰਡਾਂ 'ਚ ਕੰਦੂ ਖੜੇ ਜਾ ਕੇ ਉਹਨਾਂ ਕਹਿੰਦਾ ਜੀ ਵੀ ਹਿੰਦੀ ਲਿਖਾਓ, ਤੁਹਾਨੂੰ 5-5 ਏਕੜ ਜ਼ਮੀਨ ਦਊਂਗਾ। ਲੇਕਿਨ ਇੱਕ ਸਵਾਲ ਜਥੇਦਾਰ ਸਾਹਿਬ, ਕਿਉਂਕਿ ਤੁਸੀਂ ਹੁਣ ਲਿਖਣ ਪੜ੍ਹਨ ਵੱਲ ਆ ਗਏ ਹੋ, ਇਤਿਹਾਸ ਲਿਖ ਰਹੇ ਹੋ, ਇਹ ਇਤਿਹਾਸ ਦਾ ਹਿੱਸਾ ਹੋਣਗੀਆਂ ਗੱਲ, ਕਿ ਇੱਕ ਪੁਆਇੰਟ ਉੱਭਰ ਕੇ, ਇੱਕ ਨੁਕਤਾ ਉੱਭਰ ਕੇ ਆਉਂਦਾ ਹੈ ਕਿ ਜੇਕਰ ਸੁਰਜੀਤ ਸਿੰਘ ਬਰਨਾਲਾ ਆਪਣੀ ਵਜ਼ਾਰਤ ਭੰਗ ਕਰ ਦਿੰਦੇ ਜਾਂ ਅਸਤੀਫਾ ਦੇ ਦਿੰਦੇ ਤੇ ਸ਼ਾਇਦ ਕੇਂਦਰ ਦਬਾਅ 'ਚ ਆ ਜਾਂਦਾ, ਕਿਉਂਕਿ ਥੋੜੇ ਚਿਰ ਬਾਅਦ ਤੇ ਉਹਨਾਂ ਦੀ ਸਰਕਾਰ ਵੈਸੇ ਵੀ ਬਰਖਾਸਤ ਕਰਤੀ ਗਈ ਸੀ ਸ਼ਾਇਦ, ਜਾਂ ਡਿੱਗ ਪਈ ਸੀਗੀ। ਲੇਕਿਨ ਇਹ ਅੱਜ ਵੀ ਸਵਾਲ ਖੜਾ ਰਹਿੰਦਾ ਕਿ ਸਰਦਾਰ ਸੁਰਜੀਤ ਸਿੰਘ ਬਰਨਾਲਾ ਜੇ ਉਦੋਂ ਸ਼ਾਮ ਤੱਕ ਅਸਤੀਫਾ ਦੇ ਦਿੰਦੇ ਤੇ ਕੇਂਦਰ ਸ਼ਾਇਦ ਝੁਕਦਾ। ਨਹੀਂ, ਸ਼ਾਮ ਨਹੀਂ, ਰਾਤ ਤੇ 11 ਵਜੇ ਉਹਨਾਂ ਨੇ ਜਵਾਬ ਦਿੱਤਾ। ਅੱਛਾ। ਰਾਤ ਨੂੰ ਜਿਹੜਾ ਸਾਨੂੰ ਪਤਾ ਲੱਗਾ 11 ਵਜੇ ਦੇ ਨੇੜੇ ਜਵਾਬ ਦਿੱਤਾ ਉਹਨਾਂ ਨੇ। ਚੰਗਾ ਹੁੰਦਾ ਜੇ ਰਿਜ਼ਾਈਨ ਕਰਦੇ, ਬਹੁਤ ਵੱਡੇ ਉਹ ਪੰਜਾਬ ਦੇ ਸਿੱਖਾਂ ਦੇ, ਪੰਜਾਬ ਕੌਮ ਦੇ ਲੀਡਰ ਬਣਦੇ, ਪੰਜਾਬੀਆਂ ਦੇ ਲੀਡਰ ਬਣਦੇ। ਜਦੋਂ ਚੰਦਰ ਸ਼ੇਖਰ ਵੇਲੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਅਸਤੀਫਾ ਦਿੱਤਾ, ਉਸ ਵੇਲੇ ਤਾਮਿਲਨਾਡੂ ਵੇਲੇ ਜਦੋਂ ਉਹਨੇ ਬਿਹਾਰ ਬਦਲੀ ਕਰਤੀ ਉਧਰ ਬਿਹਾਰ ਵੱਲ ਦੀ, ਉਦੋਂ ਰਿਜ਼ਾਈਨ ਕਰਤਾ ਹੀ ਰੋਸ ਵਜੋਂ ਜੀ। ਤੇ ਉਦੋਂ ਨੈਸ਼ਨਲ ਲੀਡਰ ਤਾਂ ਜ਼ਰੂਰ ਬਣ ਗਏ, ਪਰ ਪੰਜਾਬ ਦੇ ਲੀਡਰ ਬਣ ਚੌਕੜ ਆਏ ਜੇ ਉਸ ਵੇਲੇ। ਇਹਦੇ ਕੋਈ ਸ਼ੱਕ ਨਹੀਂ, ਪਰ ਸਾਡੇ ਜੋ ਪਤਾ ਨਹੀਂ ਕਿਹੜੇ ਨੇ ਫਿਰ ਨਿਕਲ ਜਾਂਦੇ, ਮੈਨੂੰ ਬਣਾ ਦਿਓ ਜੀ। ਇਹ ਹਾਲ ਵੀ ਸਾਡੇ 'ਚ ਵੀ, ਇਹ ਬਹੁਤ ਤੇਜ਼ੀਆਂ ਇਹ ਗੱਲਾਂ ਦੀਆਂ। ਸਿੱਖਾਂ ਦੇ ਵਿੱਚ ਗਦਾਰੀ ਦਾ ਇਤਿਹਾਸ ਵੀ ਓਡਾ ਹੀ ਆ ਜਿੱਡਾ ਬਹਾਦਰੀ ਦਾ ਇਤਿਹਾਸ ਆ। ਨਹੀਂ, ਹੁਣ ਮੈਂ ਕਹਿ ਨਹੀਂ ਸਕਦਾ, ਸਾਡੇ ਆ ਤਾਂ ਬਲੱਡ ਲਹੂ ਬਥੇਰਾ ਡੋਲਦੇ ਆ, ਪਰ ਰਿਜ਼ਲਟ ਘੱਟ ਨਿਕਲਦੇ ਸਾਡੇ। ਕਰੀਏ ਕੀ, ਕੁਰਬਾਨੀਆਂ ਬਥੇਰੀਆਂ ਕੀਤੀਆਂ, ਰਿਜ਼ਲਟ ਘੱਟ ਮਿਲਦਾ ਸਾਨੂੰ। ਉਹ ਹੁਣ ਸਾਡਾ ਜਿਹੜਾ ਵਿਰੋਧੀ ਆ ਉਹ ਬਾਹਲੇ ਤਗੜੇ ਸਾਡੇ ਨਾਲ ਸਾਰੇ। ਅੱਛਾ, ਵੈਸੇ ਜਥੇਦਾਰ ਸਾਹਿਬ, ਜਦੋਂ ਤੁਸੀਂ ਪੜ੍ਹਦੇ ਜਾਂ ਲਿਖਦੇ ਹੋ, ਕਦੇ ਸੋਚਿਆ ਹੋਣਾ ਹੈ, ਚਲੋ ਤੁਹਾਡੀ ਗੱਲ ਨੂੰ ਮੈਂ ਰੋਕ ਲਿਆ ਵਿੱਚ, ਅਸੀਂ ਗੱਲ ਹੋਰ ਪਾਸੇ ਲੈ ਗਏ, ਮਹਾਰਾਜਾ ਰਣਜੀਤ ਸਿੰਘ ਦਾ ਇੱਕੋ ਇੱਕ ਰਾਜ ਆ ਸਾਡੇ ਕੋਲ ਗਣਾਉਣ ਲਈ, ਤੇ ਬੜਾ ਜ਼ਬਰਦਸਤ ਰਾਜ ਹੈ। ਪਿੱਛੇ BBC ਨੇ ਇੱਕ ਸਰਵੇ ਕਰਾਇਆ ਔਰ ਇਹ ਨੰਬਰ 1 ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਉਹਦੇ ਵਿੱਚ ਜਿਹੜੇ ਪਿਛਲੇ ਸੈਂਕੜੇ ਦੀ ਗਿਣਤੀ ਦੇ ਵਿੱਚ ਉਹਦੇ 'ਚ ਸ਼ਾਸਕ ਲਏ ਗਏ, ਲੇਕਿਨ VOTING ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਨੰਬਰ 1 ਤੇ ਲਿਆਂਦਾ ਗਿਆ।
ਮੈਂ ਇਹ ਮਹਿਸੂਸ ਕਰਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਹੀ ਰਾਜ ਹੈ ਗਣਾਉਣ ਲਈ, ਉਹਨਾਂ ਤੋਂ ਜਾਣ ਤੋਂ ਬਾਅਦ ਉਹ ਵੀ ਰਾਜ ਸਾਲਾਂ ਦੇ ਵਿੱਚ ਹੀ ਮੁੱਦਾ ਹੋ ਗਿਆ। ਇਹ ਸਾਡੇ ਵਿੱਚ ਟੈਂਡੈਂਸੀ ਨਹੀਂ, ਸਾਡੇ ਦੇ ਵਿੱਚ ਕਾਬਲੀਅਤ ਨਹੀਂ ਕਿ ਰਾਜ ਕਰਨ ਦੀ, ਸਿਰਫ ਅਸੀਂ ਯੋਧੇ ਆ, ਯੁੱਧ ਲੜ ਸਕਦੇ ਆ, ਜਾਂ ਅਸੀਂ ਐਕਚੁਅਲੀ ਅਸੀਂ ਥੋੜੀ ਕੁਰਬਾਨੀ ਨਾਲ ਬਹੁਤੀ ਪ੍ਰਾਪਤੀ ਕਰਨ ਵੱਲ ਰੁਚਿਤ ਨਹੀਂ, ਜਾਂ ਅਸੀਂ ਬ੍ਰੇਨ ਤੋਂ ਕੋਰੇ ਆ, ਮਿਹਨਤ ਨਹੀਂ ਕਰਦੇ, ਪੜ੍ਹਨ ਲਿਖਦੇ ਨਹੀਂ, ਇਤਿਹਾਸ ਨਹੀਂ ਲਿਖਦੇ। ਮੈਂ ਤੁਹਾਨੂੰ ਸੱਚੀ ਦੱਸਾਂ, ਅਸੀਂ ਸਿੱਖਾਂ ਗੁਰੂ ਨਾਲ ਸੰਬੰਧ ਆ, ਔਰ ਅਰਦਾਸ ਚ ਰੋਜ਼ ਕਹਿੰਦੇ ਭਰੋਸਾ ਦਿਓ ਸਾਨੂੰ ਜੀ। ਭਰੋਸੇ ਤੇ ਬਹੁਤ ਜਿਹੜਾ ਭਰੋਸਾ ਦਈਏ ਉਹਦੇ ਤੇ ਇਤਬਾਰ ਕਰਦੇ, ਕੋਈ ਸਾਨੂੰ ਭਰੋਸਾ ਦੇ ਦੇ। ਅੰਗਰੇਜ਼ਾਂ ਦਾ ਜੋ ਮੈਂ ਹਿਸਟਰੀ ਪੜ੍ਹਦਾ ਤੁਸੀਂ ਹੈਰਾਨ ਹੋ ਗਏ, ਮੈਂ 3-4 ਕਿਤਾਬਾਂ ਹੁਣ ਪੜ੍ਹੀਆਂ ਵੀ ਕਿਵੇਂ ਉਹਨਾਂ ਦੀਆਂ ਚਿੱਠੀਆਂ ਚ ਕਲਕੱਤੇ ਕਿਵੇਂ ਲਿਖ ਕੇ ਭੇਜਦੇ ਸੀ, ਕਿਵੇਂ ਸ਼ੇਰ ਸਿੰਘ ਨੂੰ ਮਰਾਇਆ, ਕਿਵੇਂ ਦੁਆ ਕੀਤਾ, ਮਨ ਰੋਣ ਲੱਗ ਜਾਂਦਾ ਪੜ੍ਹ ਕੇ। ਉਹ ਸਾਡੇ ਵਿੱਚ ਪੜ੍ਹ ਕੇ ਸੋਚ ਕੀ ਸੀ ਕਿ ਪੰਜਾਬ ਨੂੰ ਆਪਦੇ ਨਾਲ ਰਲਾਉਣਾ, ਸਿੱਖ ਰਾਜ ਖਤਮ ਕਰਨਾ। ਇੱਕ ਪਾਸੇ 600 ਤੋਂ ਮਦਦ ਲੈ ਲਈ, ਪੇਸ਼ਾਵਰ ਨੂੰ ਜਾਣ ਲੱਗੇ ਗੁਲਾਬ ਸਿੰਘ ਦੀ ਡਿਊਟੀ ਲਾਤੀ ਸ਼ੇਰ ਸਿੰਘ ਨੇ। ਉਹ ਲਿਖਦਾ ਇੱਕ ਅਫਸਰ 2-3 ਕਿਸਮ ਦੇ ਟੋਟੀ ਲਿਖਦੇ ਆ, ਉਹ ਕਹਿੰਦਾ ਇੰਨਾ ਵਧੀਆ ਇਤਬਾਰ ਕੀਤਾ ਉਹਨਾਂ ਨੇ ਸ਼ੇਰ ਸਿੰਘ ਤੇ ਵੀ ਸਾਡੇ ਏਡੀ ਮਦਦ ਕੀਤੀ ਔਖੇ ਵੇਲੇ, ਪਰ ਉਸੇ ਸ਼ੇਰ ਸਿੰਘ ਨੂੰ 1 ਮਹੀਨੇ 1.5 ਮਹੀਨੇ ਬਾਅਦ ਮਰਾਤਾ। ਇਸ ਲਈ ਮੇਰਾ ਕਹਿਣ ਤੋਂ ਭਾਵ ਦੁੱਖ ਬੜਾ ਆਉਂਦਾ, ਬੜੀ ਵੱਡੀ ਹਿਸਟਰੀ ਹੈ। ਕਿਸੇ ਵੇਲੇ ਲਿਖਾਰੀ ਲਿਖਦੇ ਆ, ਸਰਕ ਹਸਮੰਤ ਸਿੰਘ ਨੇ 2 ਪੜ੍ਹਤਾਂ ਲਿਖੀਆਂ, ਮੈਂ ਵੀ ਪੜ੍ਹੀਆਂ, ਹੋਰ ਬਹੁਤ ਸਾਰਿਆਂ ਦੀਆਂ ਪੜ੍ਹੀਆਂ। ਇਸ ਲਈ ਮੇਰਾ ਕਹਿਣ ਤੋਂ ਭਾਵ ਕਿ ਉਹਦੇ ਜਾਵਾਂਗੇ, ਬੜੀ ਲੰਬੀ ਗੱਲ ਆ, ਦੁੱਖ ਦੀ ਗੱਲ ਆ, ਔਰ ਨੁਕਸਾਨ ਸਾਡਾ ਸਿਰਫ ਭਰੋਸਾ ਕੀਤੇ ਹੋਇਆ। ਅਸੀਂ ਅਗਲੇ ਤੇ ਭਰੋਸਾ ਕਰ ਜਾਂਦੇ ਹਾਂ, ਅਗਲੇ ਬੇਈਮਾਨੀ ਕਰਦੇ। ਜਿਵੇਂ ਹੁਣ ਚਾਈਨਾ ਵਾਲੇ ਆਪਾਂ ਭਰੋਸਾ ਕਰ ਗਏ, ਮਿੱਤਰ ਮਿਤਾਦ ਬਣਾ, ਭਾਈ ਚੀਨੀ ਵੀ ਭਾਰਤੀ ਭਾਈ ਉਹਦਾ ਰਿਜ਼ਲਟ ਹੁਣ ਤੱਕ ਨਿਕਲ ਭੁਗਤ ਰਹੇ ਸਾਰੇ। ਸਾਡੇ ਨਾਲ ਤਾਂ ਹੀ ਹੁੰਦੀ ਰਹੀ ਆ। ਇਸ ਲਈ ਮੇਰਾ ਕਹਿਣ ਤੋਂ ਭਾਵ ਕਿ ਆਪਾਂ ਹੁਣ ਇਕੱਲਾ ਮੰਡੀ ਬੋਰਡ ਤੱਕ ਸੀਮਿਤ ਰਹੀਏ। ਹਾਂ ਬਿਲਕੁਲ ਮੈਂ ਨਹੀਂ ਜਾਂਦਾ ਇੱਧਰੋਂ। ਮਗਰੋਂ ਮੰਡੀ ਜਿਹੜੀ ਆਪਣੀ ਮੰਡੀ ਮੈਂ ਵੇਰਵਾ ਦੱਸਦਾ ਸੀ, ਔਰ ਉਦੋਂ ਗਾਂ ਜਿਹੜੀ ਸਭ ਤੋਂ ਵੱਡੀ ਵੌਕੜ ਆਈ ਮੈਨੂੰ ਮਿਕਸ, ਜਿਹੜੀ ਪ੍ਰੀ ਮਿਕਸ ਪਾਉਣ ਵੇਲੇ। ਪਹਿਲਾਂ ਸੜਕਾਂ ਤੇ ਟੋਕਰੀ ਸਿਸਟਮ ਚੱਲਦਾ ਸੀ ਜੀ, ਆਪ ਨੂੰ ਪਤਾ ਨਹੀਂ ਹੋਣਾ ਛੋਟੀ ਉਮਰ, ਟੋਕਰੀ ਸਿਸਟਮ ਕੀ ਸੀ। ਜਦੋਂ ਕੋਈ ਸੜਕ ਬਣਨੀ ਉਹਦੇ ਦਾਲੇ ਡਰਮ ਸਿੱਟੇ ਹੁੰਦੇ ਸੀ ਜੀ ਮਹਿਕਮੇ ਵਾਲੇ, ਤੇ ਬਜਰੀ ਸਿੱਟ ਦਿੰਦੇ ਸੀ, ਤੇ ਉਹ ਡਰਮ ਜਿਹੜੇ ਆ ਸਾਡੇ ਮਾਲਚਾਰ ਵਾਲੇ ਜਿਹੜੇ ਨੌਜਵਾਨ ਹੁੰਦੇ ਬੱਚੇ, ਉਹ ਚੌੜ ਵਜੋਂ ਕੁਹਾੜੀ ਮਾਰ ਕੇ ਪੜਦੇ, ਲੋਕ ਉੱਥੇ ਖਿਲਰੀ ਪਈ ਹੋਣੀ। 50% ਲੁੱਕ ਪੈਂਦੀ ਸੀ। ਟੋਕਰੀ ਪਹਿਲਾਂ ਲੁੱਕ ਖਲਾ ਤੇ ਨਹੀਂ ਗਰਮ ਕਰਕੇ, ਮੁੜ ਕੇ ਉਹਦੇ ਟੋਕਰੀ ਨਿਸ਼ਾਨਾ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਸੜਕਾਂ ਬਣਦੀਆਂ ਸੀ, ਬਹੁਤ ਛੇਤੀ ਉਖੜ ਜਾਂਦੀਆਂ ਜੀ, ਔਰ ਡੰਗਰਾਂ ਦੇ ਖੁਰੀਆਂ ਲਾਉਣ ਵਾਲੀਆਂ ਹੋ ਜਾਂਦੀਆਂ ਬਹੁਤ ਛੇਤੀ। ਇਸ ਲਈ ਮੈਂ ਇਹ 3 ਵਜੇ ਲੰਘਿਆ ਸੀ, ਸਾਡੇ ਨਾਲ ਬੀਤਦੀ ਸੀ ਗੱਲ ਵੀ ਇੱਥੇ ਪ੍ਰੀ ਮਿਕਸ ਪੈਣੀ ਚਾਹੀਦੀ ਆ। ਉਹਦਾ ਕਾਰਨ ਬਣਿਆ ਪ੍ਰੀ ਮਿਕਸ ਪਾਉਣ ਦਾ। ਸਭ ਤੋਂ ਪਹਿਲਾਂ ਅਸੀਂ ਗਏ, ਦੇਖਿਆ ਜਿਹੜੀ ਕਲੋਨੀ ਬਿਜਲੀ ਘਰ ਦੀ, ਇੱਕ ਅਸੀਂ ਚੀਮਾ ਐਸੀ ਲਿਆ ਸੀ ਬਿਜਲੀ ਬੋਰਡ ਤੋਂ, ਸਿਵਲ ਦਾ ਸੀ। ਅੱਛਾ, ਕੰਡੀਸ਼ਨ ਤੇ ਲਿਆ, ਉਹਨੇ ਕਿਹਾ ਸਾਡੀ ਕਲੋਨੀ ਚ ਅਸੀਂ ਪ੍ਰੀ ਮਿਕਸ ਦੀਆਂ ਗਲੀਆਂ ਮੂਹਰੇ ਪਾਈ ਆ, ਕੋਠੀਆਂ ਮੂਹਰੇ ਉਹਨਾਂ ਰਲਾ ਕੇ ਪ੍ਰੀ ਮਿਕਸ ਪੇਪਰ ਤਾਂ ਹੈ ਨਹੀਂ ਸੀ, ਦੂਜੀ ਪੇਪਰ ਨਾ ਚੱਲ ਸਕਦਾ, ਮਸਾਲ ਨਾ ਪਾਈ ਸੀ ਉਹਨਾਂ ਨੇ। ਅਸੀਂ ਆ ਕੇ ਮਸਾਲਾਂ ਲੈ ਲਈਆਂ ਤੇ ਮਸਾਲਾਂ ਨਾਲ ਚਾਲੂ ਕੰਮ ਸ਼ੁਰੂ ਕਰਤਾ, ਪਰ ਮਸਾਲਾਂ ਦੇ ਨਾਲ ਪੂਰਾ ਪ੍ਰੋਗਰੈਸ ਨਹੀਂ ਸੀ ਮਿਲਦੀ, ਥੋੜੀ ਹੁੰਦੀ ਸੀ, ਪਰ 10-10 ਦਿਨ ਚ 1 ਕਿਲੋਮੀਟਰ ਤੇ ਲੱਗ ਜਾਣਾ। ਇਸ ਲਈ ਇੱਕ ਦਿਨ ਐਸਾ ਭਾਣਾ ਵਾਪਰਿਆ ਕਿ ਮੁੱਖ ਮੰਤਰੀ ਜੀ ਰਾਜਪੁਰੇ ਗਏ, ਉੱਥੇ ਨੀਂਹ ਪੱਥਰ ਰੱਖਣਾ ਸੀ। ਉੱਥੇ ਜਿਹੜੀ 4 ਲਾਈਨ ਬਣੀ ਹੋਈ ਹੈ ਰਾਜਪੁਰੇ ਤੋਂ ਜਲੰਧਰ ਤੱਕ, ਉੱਥੇ ਇਟਲੀ ਦੀ ਕੰਪਨੀ ਸੀ, ਉਹ ਪੇਵਰ ਦੇ ਨਾਲ ਲੁੱਕ ਪਾ ਰਹੀ ਸੀ ਜੀ। ਮੈਂ ਉਹਨਾਂ ਨਾਲ ਗੱਲ ਕੀਤੀ ਕਿ ਸਾਡੀਆਂ ਲਿੰਕ ਰੋਡਾਂ ਤੇ ਪਾ ਦਿਆਂਗੇ, ਕਹਿੰਦੇ ਸਾਡਾ 14 ਫੁੱਟ ਆ ਪੇਵਰ, ਮੈਂ ਸਾਡੀਆਂ 10 ਫੁੱਟ ਚੌੜੀਆਂ ਸੜਕਾਂ, ਉਹ ਕਹਿੰਦਾ ਪਾ ਦਿਆਂਗੇ ਅਸੀਂ ਤਾਂ। ਮੈਂ ਠੀਕ ਹੈ ਜੀ, ਮੈਂ ਟਾਈਮ ਦਿੱਤਾ ਉਹਨਾਂ ਨੂੰ। ਔਰ ਇੱਕ ਦਿਨ ਅਸੀਂ ਮੁੱਲਾਪੁਰ ਤੋਂ ਜਾਂਗਪੁਰ ਪਿੰਡ 2 ਕਿਲੋਮੀਟਰ, ਉੱਥੇ ਉਹਨਾਂ ਦਾ ਪਲਾਂਟ ਲੱਗਿਆ ਸੀ ਲੋਕ ਵਾਲਾ, ਮਕਸਾਲ ਦਾ ਪਲਾਂਟ ਸੀ, ਲੋਕ ਲਿਆ ਕੇ ਪਾਉਂਦੇ ਟਰੱਕਾਂ ਦੇ ਵਿੱਚ ਛੱਡਦੇ ਸੀਗੇ ਉਹ ਲਿਫਟ ਨਾਲ। ਤੇ ਉੱਥੇ ਅਸੀਂ ਲੁਧਿਆਣੇ ਦਿੱਤਾ ਕਰਕੇ, ਅਸੀਂ ਲੁਧਿਆਣੇ ਜ਼ਿਲ੍ਹੇ 'ਚ ਉਹਨਾਂ ਨੂੰ ਨੇੜੇ 15 ਕਿਲੋਮੀਟਰ ਤੇ ਸੜਕ ਦੇਤੀ ਉਹ, ਕਿ ਉਹ ਉੱਥੇ ਸਾਨੂੰ ਪ੍ਰੀ ਮਿਕਸ ਪਾ ਕੇ ਦਿਖਾਓ। ਮੈਂ ਸਵੇਰ 9 ਵਜੇ ਉੱਠ ਗਿਆ ਉੱਥੇ, ਔਰ ਨਾਲ ਮੇਰੇ ਐਸਸੀ ਸੀ, ਔਰ ਅਸੀਂ ਉੱਥੇ ਬੈਠੇ ਰਹੇ ਸਾਰੀ ਦਿਹਾੜੀ। ਔਰ ਉਸ ਵੇਲੇ ਉੱਥੇ ਪ੍ਰੀ ਮਿਕਸ ਪਈ, ਪੌਣੀ ਇੰਚੀ ਮੋਟੀ ਤੇ 10 ਫੁੱਟ ਚੌੜੀ, 1 ਕਿਲੋਮੀਟਰ 121 ਟਨ। ਅੱਛਾ, ਟਨ ਦੇ ਸਾਰੇ ਟਰੱਕ ਨੇ, ਮੇਰਾ ਜ਼ਿਆਦਾ ਜ਼ਬਾਨੀ 121 ਟਨ ਮਾਲ ਪਿਆ 1 ਕਿਲੋਮੀਟਰ, ਪੌਣਾ ਇੰਚ ਮੋਟੀ। ਕਿਉਂ ਜਿਹੜੀਆਂ ਸੜਕਾਂ ਉਸ ਵੇਲੇ ਬਣਦੀਆਂ ਸੀਗੀਆਂ ਉਹ 3 ਇੰਚੀ ਟਲਾਉਂਦੇ ਸੀ, ਅਸੀਂ 3 ਇੰਚੀ ਮੋਟਾ ਪੱਥਰ ਉੱਤੇ ਕੁੱਟਦੇ ਸੀ ਤੇ ਪੌਣੀ ਇੰਚੀ ਪ੍ਰੀ ਫੌਸਦੇ। ਉਦੋਂ ਵਾਲੀਆਂ ਟਰਾਲੀਆਂ 4 ਲਾਈਨ 4 ਟਾਇਰਾਂ ਵਾਲੀਆਂ ਟਰਾਲੀਆਂ, 2 ਸਿੰਗਲ ਟਾਇਰ ਟਰਾਲੀਆਂ ਹੁੰਦੀਆਂ ਸੀ ਜੀ। ਮਸਾ 40 ਕੁਇੰਟਲ ਮਸਾ ਪਾਉਂਦਾ ਜੀ ਟਰਾਲੀ ਦੇ ਵਿੱਚ, ਹੁਣ ਤਾਂ ਇੱਥੇ 200-200 ਕੁਇੰਟਲ ਪਾਉਣ ਲੱਗੇ ਟਰਾਲਿਆਂ 'ਚ। ਇਸ ਲਈ ਹੁਣ ਸੜਕਾਂ ਉਦੋਂ ਥੋੜੀਆਂ ਮਜ਼ਬੂਤ ਬਣਾਉਣੀਆਂ ਪੈ ਰਹੀਆਂ, ਉਦੋਂ ਸਾਰੀਆਂ 6.7 ਇੰਚ ਮੋਟੀਆਂ ਸੀ, ਹੁਣ 9-10 ਇੰਚ ਮੋਟੀ ਬਣਾਉਣੀ ਪੈਂਦੀ ਤਾਂ ਜਾ ਕੇ ਨਹੀਂ ਦਬ ਜਾਂਦੀ ਸੜਕ। ਅੱਛਾ, ਤੁਸੀਂ ਬੜੀ ਰੂਹਦਾਰੀ ਨਾਲ ਕੰਮ ਕੀਤਾ, ਤੁਹਾਨੂੰ ਜ਼ੁਬਾਨੀ ਅੰਕੜੇ ਯਾਦ ਆ ਕਿੱਥੇ, ਨਹੀਂ ਤੇ ਇੰਨੇ ਪੁਰਾਣੀਆਂ ਗੱਲਾਂ 85-86 ਦੀਆਂ।
ਮੈਂ ਦੁਖਦਾਈ ਬੀਤੀ ਦੱਸਦਾ ਜਿਹੜੀ ਬੀਤੀ ਮੇਰੇ ਨਾਲ। ਜੇ ਕਮਜ਼ੋਰ ਮਨ ਹੁੰਦਾ ਡੋਲ ਜਾਣਾ ਸੀਗਾ। ਕੀ ਹੋਇਆ? ਉਹ ਜਦੋਂ ਇਹ ਕਰਤੀ ਆ ਕੇ ਮੈਂ ਮਤਾ ਪਾਤਾ ਵੀ ਗਾਹਾਂ ਨੂੰ ਪ੍ਰੀਮਿਕਸ ਹੀ ਪਾਇਆ ਕਰਨ ਪੇਵਰ ਦੇ ਨਾਲ। ਜੋ ਪੇਵਰ ਦੇ ਨਾਲ ਪਾਈ, PWD ਵਾਲਿਆਂ ਨੇ ਹੜਤਾਲ ਕਰਾਤੀ। ਜਿਹੜਾ ਕਿਤੇ ਪੁੱਛੋ, ਜਿਹੜਾ ਟੌੜਾ ਕਰਮਚਾਰੀ ਦਲ ਦਾ ਪ੍ਰਧਾਨ ਹਰੀਸ਼ ਟੌੜਾ, ਇਹ ਕਰਮਚਾਰੀ ਦਾ ਪ੍ਰਧਾਨ ਸੀਗਾ। ਅੱਛਾ। ਇਹ ਤਾਂ ਧਰਨਾ ਮਰਾਤਾ ਵੀ ਟੋਕਰੀ ਸਿਸਟਮ ਨਹੀਂ ਬੰਦ ਹੋਣ ਦੇਣਾ। ਮੈਂ ਤਾਂ ਆਪਦੇ ਹੱਲ ਫਿਰਦਾ ਹੀ ਨਹੀਂ ਹਾਲਸਾ ਵਾਲੇ, ਮੈਨੂੰ ਵਾਇਰਲੈਸ ਗਈ। SHO ਕਹਿੰਦਾ ਮੁੱਖ ਮੰਤਰੀ ਨੇ ਉਹਨੂੰ ਬੁਲਾਇਆ। ਅੱਛਾ। ਜਵਾਬ ਤਾਲੀਆਂ ਤਾਂ ਮੇਰੀਆਂ ਮੁੱਖ ਮੰਤਰੀ ਕੋਲ ਹੁੰਦੀਆਂ ਰਹੀਆਂ। ਮੁੱਖ ਮੰਤਰੀ ਤੇ ਭਰੋਸਾ ਕਰਦਾ ਸੀਗਾ, ਇਸ ਲਈ ਮੈਨੂੰ ਕੋਈ ਡਰ ਨਹੀਂ ਸੀ ਬਹੁਤਾ। ਇਸ ਲਈ ਜਦੋਂ ਗਏ, ਐਤਵਾਰ ਦਾ ਦਿਨ ਸੀ, ਕੇਸੀ ਨਾਤੇ ਬੈਠੇ ਸੀਗੇ, ਅਸੀਂ ਗਏ। ਉੱਥੇ 3 ਚੀਫ ਇੰਜੀਨੀਅਰ ਸੀ B&R ਦੇ ਮੁੱਖ ਅਫਸਰ ਸੀ ਔਰ ਸਾਡੇ ਸੀ ਨਾਲ ਹੀ। ਉੱਥੇ ਉਸ ਵੇਲੇ ਬਲਵੰਤ ਸਿੰਘ ਖਜ਼ਾਨਾ ਮੰਤਰੀ ਸੀ ਜੀ। ਉਹ ਕਹਿੰਦਾ ਜੀ PW ਵਾਲਿਆਂ ਨੇ ਤਾਂ ਬੰਦ ਕਰਤਾ ਕੰਮ, ਵੀ ਅਸੀਂ ਕੰਮ ਨਹੀਂ ਕਰਨਾਗਾ। ਇਹ ਜਹੇਦਾਰ ਨੇ ਪ੍ਰੀਮਿਕਸ ਸ਼ੁਰੂ ਕਰਤੀ। ਮੈਂ ਕਿਹਾ ਬਹੁਤ ਵਧੀਆ ਕੰਮ ਹੈ ਪ੍ਰੀਮਿਕਸ ਦਾ। ਇੱਕ ਚੀਫ ਇੰਜੀਨੀਅਰ ਸੀ ਸੋਢੀ ਮੁਕਤਸਰ ਦਾ, ਉਹ ਕਹਿੰਦਾ ਜੀ ਇਹ ਨਿਕਲਾਂਜੀ ਨਹੀਂ ਕੀਤੀ ਆ। ਇਹਨੂੰ ਪਤਾ ਨਹੀਂ ਵੀ ਸੜਕਾਂ 10 ਫੁੱਟ ਚੌੜੀਆਂ ਤੇ ਪੇਵਰ 14 ਫੁੱਟ ਆ, ਉੱਥੇ ਕਿਵੇਂ ਚੱਲ ਸਕਦਾ। ਉਦੋਂ ਕਿਹੜਾ ਅਖਬਾਰ ਹੁੰਦਾ ਹੀ ਨਾ, ਕਿ ਨੂੰ ਪਤਾ ਸੀ ਵੀ ਪਾ ਕੇ ਇੱਕ ਹਫ਼ਤਾ ਪਹਿਲਾਂ ਹੀ ਪਾ ਕੇ ਆਏ ਸੀਗੇ ਪ੍ਰੀਮਿਕਸ। ਉਹ ਮੁੜ ਕੇ ਮੈਂ ਉੱਠ ਕੇ ਖੜ ਗਿਆ ਗੁੱਸੇ 'ਚ। ਮੈਂ ਕਿਹਾ ਭਾਵੇਂ ਇੰਜੀਨੀਅਰ ਤਾਂ ਨਹੀਂ, ਤਜਰਬਾ ਮੈਨੂੰ ਬਥੇਰਾ ਹੈਗਾ। ਮੈਂ ਭੁਲੇਖਾ ਕੱਢ ਦਿਓ ਤੁਸੀਂ। ਮੈਂ ਕਿਹਾ ਸਾਡੇ ਪਰਿਵਾਰ ਕੋਲੇ ਸੀ 4 ਭਾਈ ਇਕੱਠੇ ਆ, ਜੁਆਇੰਟ ਫੈਮਿਲੀ, 4 ਟਰੈਕਟਰ ਸਾਡੇ ਕੋਲ ਜਾ ਕੇ ਦੇਖ ਲਾ। ਇੱਕ 22 ਲਾਰਸ ਹੈ, ਇੱਕ ਸਕੋਟ ਹੈ, ਇੱਕ ਫੋਰਟ ਹੈ, ਇੱਕ ਆਸ਼ਾ। 22 ਲਾਰਸ ਵਾਲਾ ਕਰਾ ਅਸੀਂ ਆਸ਼ੇ ਤੋਂ ਬਚਾ ਦਿੰਦੇ ਹਾਂ ਜੇ ਲੋੜ ਪੈ ਜੇ ਤਾਂ। ਤੇ 10 ਫੁੱਟ ਲਿੰਕ ਰੋਡ 14 ਫੁੱਟ ਪੇਵਰ ਤੋਂ ਬਣਾਤੀ, ਜਾ ਕੇ ਦਿਖਾਵਾਂ ਤੈਨੂੰ। ਮੈਂ ਕਿਹਾ ਜਾਂਗਪੁਰ ਬਣਾਈ ਆ, ਲੁਧਿਆਣੇ ਤੋਂ ਜਾਂਗਪੁਰ 2 ਕਿਲੋਮੀਟਰ, ਇੱਕੋ ਦਿਨ ਜਿਹੜੀ ਬਣਾਈ ਆ, ਇੱਕੋ ਦਿਨ ਚ ਲੋਕ ਪਾਤੀ। 121 ਲੱਖ ਟਨ ਮਾਲ ਪਿਆ, 121 ਟਨ ਮਾਲ ਪਿਆ ਉਹਦੇ ਚ 1 ਕਿਲੋਮੀਟਰ ਚ 242 ਟਨ ਪਿਆ 2 ਕਿਲੋਮੀਟਰ ਤੱਕ। ਤੇ ਨਾਲੇ ਕੋਈ 3 ਸਾਲ ਮਿਆਦ ਲਿਖੀ ਆ ਕਿ 3 ਸਾਲਾਂ ਬਾਅਦ ਫੇਰ ਪ੍ਰੀਮਿਕਸ ਪਾਇਆ ਕਰਨੀ ਤਾਂ ਕਿ ਟੋਏ ਨਾ ਪੈਣ। ਫਿਰ ਉਹ ਝਿੰਪਿਆ ਕਿ ਉਹ ਹੈਰਾਨ ਹੋ ਗਿਆ। ਮੁੱਖ ਮੰਤਰੀ ਕਹਿੰਦੇ ਪਾਇਆ, ਮਹਾ ਪਾਈ ਆ ਜੀ, ਮੈਂ ਤਾਈਓ ਫੈਸਲਾ ਕੀਤਾ। ਮੈਂ ਤਾਂ ਪਹਿਲਾਂ ਫੈਸਲਾ ਕਰਕੇ ਤਜਰਬਾ ਫੇਰ ਕਰਦਾ ਹੁਣ, ਫੈਸਲਾ ਵੀ ਕੀਤਾ। ਉਹ ਕਹਿੰਦੇ ਨਹੀਂ ਸਾਨੂੰ ਤਾਂ ਪਾਉਣੀ ਔਖੀ ਆ। ਮੈਂ ਕਿਹਾ ਜੀ ਅੱਗੇ ਵੀ ਕਹਿੰਦੇ ਮਿੱਟੀ ਪੈਣੀ ਜੀ ਸਾਤੋਂ, ਹੁਣ ਮਿੱਟੀ ਕਿਵੇਂ ਲੋਕ ਪਾਈ ਜਾਂਦੇ ਆ। ਲੋਕਾਂ ਦੀ ਮਿੱਟੀ ਪਾਈ ਜਾਂਦੀ, ਸੜਕਾਂ ਬਣੀ ਜਾਂਦੀਆਂ 6 ਮਹੀਨਿਆਂ 'ਚ ਕਿਲੋਮੀਟਰ ਬਣੀ ਜਾ ਬਹਿੰਦੇ ਬਣਾਉਂਦੇ ਲੋਕ। ਮੈਂ ਤਾਂ ਪ੍ਰੀਮਿਕਸ ਪਾਉਣੀ ਆ, ਜੇ ਨਹੀਂ ਬਣਾਉਣੀ, ਜੇ ਮੇਰੇ ਵੱਲ ਚੇਅਰਮੈਨ ਹੋ ਬਣਾ ਲਓ, ਇਹਨੂੰ ਬੁਰਾ ਲੱਗਦਾ। ਮੈਂ ਉਹ ਕਹਿੰਦੇ ਨਹੀਂ ਚੇਅਰਮੈਨ ਤਾਂ ਤੁਸੀਂ ਰਹੋਗੇ। ਮੁੱਖ ਮੰਤਰੀ ਮੈਨੂੰ ਕਹਿੰਦਾ ਚਲੋ ਮੇਰਾ ਪ੍ਰੀਮਿਕਸ ਵਾਲਾ ਫੈਸਲਾ ਵੀ ਠੀਕ ਮੰਨਿਆ ਗਿਆ। ਉੱਥੇ ਐਤਵਾਰ ਦਾ ਦਿਨ ਮੈਨੂੰ ਯਾਦ ਆ, CM ਹਾਊਸ ਮਗਰਲੇ ਪਾਸੇ ਬੈਠੇ ਸਾਰੇ, ਉਹ ਕਿਸੇ ਨੂੰ ਮੁੜ ਕੇ ਗੱਲ ਨਾ ਆਈ। ਉਹ ਅੱਜ ਤੱਕ ਪ੍ਰੀਮਿਕਸ ਉਵੇਂ ਚਾਲੂ ਆ। ਦੂਸਰਾ ਮੇਰੀ ਬੇਨਤੀ ਸੀ ਕਿ ਸਾਨੂੰ ਨਵੀਆਂ ਦਾਣਾ ਮੰਡੀਆਂ ਬਣਾਉਣੀਆਂ ਪਈਆਂ ਬਹੁਤ ਜ਼ਿਆਦਾ, ਜੋ ਉਹਦੇ 'ਚ ਵੀ ਔਕੜ ਆਈ। ਬੜਾ ਵੱਡਾ ਹਨੇਰ ਆਇਆ, ਮਲੋਟ ਹੋਰ ਸਾਰੀ ਸ਼ੈੱਡ ਉੱਡ ਗਈ। ਫਿਰ ਮੈਂ ਤਜਰਬਾ ਕਰੋ, ਸਾਹਿਬ ਨਰਿੰਦਰ ਸਿੰਘ ਤੋਂ ਮੈਂ ਨੀਂਹ ਪੱਥਰ ਪਾਇਆ ਸੀ ਕੋਟਕਪੂਰਾ ਮੰਡੀ ਦਾ। ਉਹ ਵੱਡੀ ਮੰਡੀ ਸੀ, ਉਦੋਂ ਖੇਤੀਬਾੜੀ ਮੰਤਰੀ ਸੀ। ਉੱਥੇ ਅਸੀਂ ਪਹਿਲੀ ਵਾਰ ਸ਼ੁਰੂ ਕੀਤਾ ਸ਼ੈੱਡ ਜਿਹੜਾ ਸੀਮੈਂਟਡ ਪਾਉਣਾ। ਜਾ ਕੇ ਦੇਖੋ ਅੱਜ ਸੀਮੈਂਟਡ ਸ਼ੈੱਡ ਪਿਆ, ਉਦੋਂ 86 ਦਾ। ਇਵੇਂ ਸਾਡੇ ਮੋਗੇ ਸ਼ੈੱਡ ਪਾਇਆ, ਬਹੁਤ ਸਾਰੀਆਂ ਮੰਡੀਆਂ ਅਸੀਂ ਸੀਮੈਂਟਡ ਸ਼ੈੱਡ ਕਰਤੇ। ਸੀਮੈਂਟਡ ਸ਼ੈੱਡ ਦਾ ਤੇ ਜਿਹੜਾ ਦੂਜਾ ਟੀਨ ਵਾਲੇ ਸ਼ੈੱਡ ਦਾ ਖਰਚਾ ਇੱਕੋ ਜਿਹਾ। ਹੈਲੋ, ਹਾਂ ਸੁਣ ਰਿਹਾ। ਔਰ ਇਹ ਵੈਸੇ ਜਥੇਦਾਰ ਸਾਹਿਬ, ਇਹ ਤਾਂ ਬਹੁਤ ਇਨੀਸ਼ੀਅਲ ਗੱਲਾਂ, ਬਹੁਤ ਮੁੱਢਲੀਆਂ ਗੱਲਾਂ ਨੇ ਜਦੋਂ ਤੁਸੀਂ ਸਿਆਸਤ ਵਿੱਚ ਐਂਟਰੀ ਕਰਦੇ ਹੋ। ਔਰ ਮੇਰੇ ਖਿਆਲ ਇਹ ਪਹਿਲੀ ਨਿਯੁਕਤੀ ਸੀ ਤੁਹਾਡੀ ਸਿਆਸਤ ਦੇ ਵਿੱਚ, ਕੋਈ ਜਿਹੜੀ ਸੱਤਾ ਵਾਲੀ ਰਾਜਨੀਤੀ ਚ ਮੇਰੀ ਪਹਿਲੀ ਸੀ। ਉਦਾਂ ਮੈਨੂੰ ਤਜਰਬਾ ਸੀਗਾ, ਮੈਂ HB ਦਾ ਮੈਂਬਰ 79 ਤੋਂ ਬਣਿਆ ਹੋਣਾ। ਔਰ ਮੇਰਾ ਕਹਿਣ ਤੋਂ ਭਾਵ ਕਿ ਐਸੀ ਗੱਲ ਨਹੀਂ ਕੋਈ। ਮੈਂ 1682 ਦੇ ਨਾਲ ਰਹਿ ਕੇ ਮੈਂ ਜ਼ਿਲ੍ਹਾ ਪ੍ਰਧਾਨ ਦਾ ਫਿਰੋਜ਼ਪੁਰ ਦਾ, ਉਹ ਮਿਨਿਸਟਰ ਸਾਡੇ, ਉਹਨਾਂ ਨੇ ਨੇੜੇ ਰਹਿ ਕੇ ਸੜਕਾਂ ਬਣਾਈਆਂ, ਬਿਜਲੀ ਸਾਡੇ ਮੋਗਾ ਤਹਿਸੀਲ ਚ ਬਹੁਤ ਲੈ ਕੇ ਆਉਂਦੀ। 1682 ਦੀ ਬਹੁਤ ਵੱਡੀ ਦੇਣ ਆ ਸਾਡੇ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ। ਇਹਨਾਂ ਨੂੰ ਅਸੀਂ 2 ਵਾਰਾਂ ਲੈ ਕੇ ਗਏ ਹਲਕੇ, ਇਹਨਾਂ ਨੇ ਬਹੁਤ ਸੇਵਾ ਕੀਤੀ ਸਾਡੇ ਮੋਗੇ ਦੀ। ਅੱਛਾ, ਮੈਨੂੰ ਜਥੇਦਾਰ ਸਾਹਿਬ ਇਹ ਜ਼ਰੂਰ ਦੱਸਿਓ, ਕਿਉਂਕਿ ਹੁਣ ਇਹ 1970 ਦੀਆਂ ਗੱਲਾਂ, ਇਹ ਥੋੜਾ ਜਿਹਾ ਲਾਈਟ ਕਰ ਲਈਏ ਇਹਨੂੰ ਮੂਡ ਨੂੰ। ਤੁਸੀਂ ਜਿਹੜੀ ਰਾਜਨੀਤੀ ਕੀਤੀ ਹੈ ਬੜੀ ਸਾਫ਼ ਸੁਥਰੀ ਸੀ, ਔਰ ਇਹ 2 ਦੌਰ ਦੀ ਰਾਜਨੀਤੀ ਹੈ। ਇਹਨੂੰ ਮੈਂ ਵਿਅਕਤੀਗਤ ਨਹੀਂ ਲਵਾਂਗਾ, ਮੈਂ ਤੁਹਾਨੂੰ ਕਿਸੇ ਕੰਟਰੋਵਰਸੀ 'ਚ ਨਹੀਂ ਪਾਉਣਾ, ਪਰ ਮੈਨੂੰ ਇਹ ਜ਼ਰੂਰ ਦੱਸਿਓ ਕਿ ਪੁਰਾਣੀ ਰਾਜਨੀਤੀ ਤੇ ਅੱਜ ਦੀ ਰਾਜਨੀਤੀ 'ਚ ਫਰਕ ਕੀ ਆ। ਸਿਰਫ ਅਕਾਲੀ ਦਲ ਦੇ ਨਜ਼ਰੀਏ ਤੋਂ ਹੀ ਨਹੀਂ, ਮੈਂ ਇੱਕ ਸਮੁੱਚੇ ਤੌਰ ਤੇ ਰਾਜਨੀਤੀ 'ਚ ਤਬਦੀਲੀ ਕਿਵੇਂ ਦੀ ਵਾਪਰੀ, ਔਰ ਤੁਸੀਂ ਇਹਨੂੰ ਕਿਵੇਂ ਲੈਂਦੇ ਹੋ? ਇਹਨੂੰ ਪੋਜ਼ਿਟਿਵ ਲੈਂਦੇ ਹੋ, ਇਹਨੂੰ ਪਰੇਸ਼ਾਨੀ ਹੁੰਦੀ? ਦੱਸਾਂ, ਸਾਰਾ ਪਬਲਿਕ ਤੇ ਨਿਰਭਰ ਹੁੰਦਾ। ਪਬਲਿਕ ਵਿਕਾਸ ਦੇ ਕੰਮਾਂ ਨੂੰ ਤਾਕਤ ਦੇਣ ਲੱਗ ਜੇ, ਠੀਕ ਚੱਲਣ ਵਾਲੇ ਬੰਦੇ ਨੂੰ ਤਾਕਤ ਦੇਣ ਲੱਗ ਜੇ,
ਮੈਂ ਭਰੋਸੇ ਨਾਲ ਕਹਿਣਾ ਰਾਜਨੀਤਿਕ ਵਹਿੰਦੇ ਸਿੱਧੇ ਹੋ ਜਾਣਗੇ। ਪਰ ਇਹ ਤਾਂ ਦੋਵਾਂ ਧਿਰਾਂ ਕੋਈ ਰਹੀ ਨਾ, ਕਾਂਗਰਸ ਕੋਲ ਔਰ ਤੁਹਾਡੇ ਕੋਲ ਰਹੀ। ਸਾਰਿਆਂ ਕੋਲ ਕਿਹੜੀ ਪਾਰਟੀ ਆ, ਮੈਂ ਕਿਸੇ ਦੀ ਨਿੰਦਾ ਕਰਨੀ ਨਹੀਂ ਚਾਹੁੰਦਾ, ਮੈਂ ਤਾਂ ਆਪਦੇ ਨੂੰ ਮਾੜਾ ਕਰ ਸਮਝਦਾ ਸਭ। ਗੁਰਬਾਣੀ ਸਾਨੂੰ ਬਾਰ-ਬਾਰ ਕਹਿੰਦੀ ਕਿਸੇ ਦੀ ਨਿੰਦਾ ਨਾ ਕਰੋ। ਇਸ ਲਈ ਮੈਂ ਕਹਿੰਦਾ ਵਿਕਾਸ ਨੂੰ ਪਹਿਲ ਦੇਣੀ ਚਾਹੀਦੀ ਆ, ਔਰ ਵਿਕਾਸ ਇਮਾਨਦਾਰੀ ਨਾਲ ਕੀਤਾ ਹੋਵੇ ਉਹਨੂੰ ਪਹਿਲ ਦੇਣੀ ਚਾਹੀਦੀ ਆ। ਵੋਟਰ ਦਾ ਫਰਜ਼ ਆ ਨਹੀਂ, ਵੋਟਰਾਂ ਦਾ ਮੈਂ ਕਹਿਣਾ ਨਹੀਂ ਚਾਹੁੰਦਾ ਮੀਡੀਆ ਜਾਵੜ ਦੀ ਗੱਲ ਵੀ ਪਿੰਡਾਂ ਜਾ ਕੇ ਪੁੱਛ ਲਓ ਜੋ ਵੋਟਾਂ ਪੰਚਾਇਤ ਦੀਆਂ ਪੈਂਦੀਆਂ ਕਿਵੇਂ ਪੈਂਦੀਆਂ। ਨਹੀਂ ਇੱਥੇ ਤਾਂ ਜਥੇਦਾਰ ਸਾਹਿਬ ਸ਼੍ਰੋਮਣੀ ਕਮੇਟੀ ਦੀ ਵੋਟ ਦੇ ਵਿੱਚ ਵੀ ਉਹ ਮੰਗ ਲੈਂਦੇ ਪਿੰਡਾਂ ਦੇ ਵਿੱਚ ਲੋਕ ਕਿ ਸਾਨੂੰ ਦਾਰੂ ਦਿਓ। ਅੰਦਾਜ਼ਾ ਲਾ ਲਓ ਇੱਕ ਧਾਰਮਿਕ ਬੰਦਾ ਉਹ ਸਾਡੇ ਵਰਗਾ ਬੰਦਾ ਹੋਵੇ ਜਿਹਨੇ ਕਦੇ ਅੱਜ ਜ਼ਿੰਦਗੀ 'ਚ ਕਦੇ ਘਰੇ ਨਸ਼ਾ ਨਹੀਂ ਬਣਨ ਦਿੱਤਾ। ਮੇਰਾ ਮਤਲਬ ਤਾਂ ਹੀ ਅਸੀਂ ਉਹਦੀ ਫੈਮਿਲੀ ਸਾਡੀ ਤਰੱਕੀ ਕੀਤੀ ਗੁਰੂ ਦੀ ਕਿਰਪਾ ਨਾਲ, ਚਾਰੇ ਭਾਈਆਂ ਨੇ, ਔਰ ਪਰਮਾਤਮਾ ਦੀ ਕਿਰਪਾ ਰਹੀ। ਮੈਂ ਕਹਿੰਦਾ ਚੁੱਪੀ ਭਲੀ ਹੈ। ਅੱਛਾ ਜਥੇਦਾਰ ਸਾਹਿਬ ਮੈਂ ਤੁਹਾਨੂੰ ਇਹ ਸੈਗਮੈਂਟ ਇੱਕ ਮੇਰੀ ਜਿਹੜੀ ਵੱਡੀ ਗੱਲ ਰਹੇਗੀ ਜੀ, ਉਹ ਦੱਸੋ। ਉਸ ਵੇਲੇ ਮੇਰੇ ਮਨ ਸੀਗਾ ਸਭ ਤੋਂ ਵੱਧ ਇੰਜੀਨੀਅਰਿੰਗ ਵਿੰਗ ਮੈਂ ਤਕੜਾ ਕੀਤਾ। ਅੱਛਾ ਏਡਾ ਵੱਡਾ ਕੀਤਾ, ਮਾਰਕ ਕਮੇਟੀਆਂ ਨਵੀਆਂ ਕੋ ਬਣਾਈਆਂ, ਪਰਚੇਜ਼ ਸੈਂਟਰ ਨਵੇਂ ਬਣਾਏ, ਉਹਦੇ ਨਾਲ ਸਾਨੂੰ ਲੋੜ ਸੀ, ਬਹੁਤ ਵੱਡੀ ਭਰਤੀ ਕੀਤੀ ਜੀ। ਔਰ ਉਸ ਵੇਲੇ ਜਿਹੜੇ ਪਿੰਡੂ ਲੋਕ ਕਿਸਾਨ ਪੱਖੀ ਜਾਂ ਹੋਰ ਸੀ ਦੁਖੀ ਲੋਕ ਜਾ ਕੇ ਅੱਜ ਮੰਡੀ ਬੋਰਡ ਜਾ ਕੇ ਤੇ ਪਹਿਲੋ ਕਿਤੇ ਗੁਪਤ ਦੱਸਿਓ ਵੀ ਤੁਹਾਡੀ ਭਰਤੀ ਕਿਹੜੇ ਵੇਲੇ ਦੀ, ਤੁਹਾਨੂੰ ਮੇਰੇ ਵੇਲੇ ਭਰਤੀ ਮਿਲਣਗੇ ਸਾਰੇ। ਅੱਛਾ ਜਿਹੜੇ ਉਸ ਵੇਲੇ ਮੈਂ ਜੇਈ ਭਰਤੀ ਕੀਤਾ ਚੀਫ ਇੰਜੀਨੀਅਰ ਬਰਾੜ ਹੋ। ਇਸ ਲਈ ਸਾਰਾ ਕੁਝ ਪ੍ਰਮਾਤਮਾ ਨੇ ਕਰਾਇਆ, ਬੰਦਾ ਕੁਛ ਨਹੀਂ ਹੁੰਦਾ। ਧਰਮੀ ਫੌਜੀ ਮੇਰੇ ਕੋਲ ਆ ਗਏ, ਤੁਹਾਨੂੰ ਵਾਕਿਆ ਦੱਸਦਾ। ਅੱਛਾ ਵਾਕਿਆ ਚ ਵਾਕਿਆ ਨਿਕਲਦਾ। ਧਰਮੀ ਫੌਜੀ ਆਏ, ਮੇਰੇ ਮਨ ਤੇ ਬੜਾ ਬੋਝ ਸੀ ਉਹਨਾਂ ਦਾ, ਫਿਰ ਮੈਂ ਦਰਬਾਰ ਸਾਹਿਬ ਦੀ ਖਾਤਰ ਏਡੀ ਵੱਡੀ ਕੁਰਬਾਨੀ ਕੀਤੀ, ਉਹਨੂੰ ਮੈਂ ਸੇਵਾਦਾਰ ਭਰਤੀ ਕਰ ਲਿਆ। 16-17 ਜਾਣੇ ਸੀਗੇ, ਠੀਕ ਹੈ। ਉਹਨਾਂ ਚੋਂ 8 ਜਾਣੇ ਮੇਰੇ ਕੋਲ ਆ ਗਏ। ਉਹ ਕਿਉਂਕਿ 10ਵੀਂ ਪਾਸ ਨਹੀਂ ਸੀ, 10ਵੀਂ ਪਾਸ ਕਲਰਕ ਲੱਗਦਾ ਸੀ ਉਹਨਾਂ ਦਿਨਾਂ। ਮੈਨੂੰ ਕਹਿੰਦੇ ਜੀ ਅਸੀਂ ਹੁਣ ਫੌਜ ਚ ਸਰਵਿਸ ਕਰਦੇ ਰਹੇ ਹਾਂ, ਹੁਣ ਅਸੀਂ ਸੇਵਾਦਾਰ ਬਣ ਕੇ ਝੂਠੇ ਭਾਂਡੇ ਚੱਕਾਂਗੇ। ਮੇਰੇ ਮਨ ਤੇ ਬੜਾ ਬੋਝ ਹੈ, ਕੁਦਰਤੀ ਹੈ। ਮੈਂ ਰਾਤ ਨੂੰ ਸੋਚਾਂ ਚ ਪੈ ਗਿਆ ਵੀ ਇਹਨਾਂ ਗੁਨਾਹ ਕੀ ਆ, ਧਰਮ ਦੀ ਖਾਤਰ ਏਡੀ ਵੱਡੀ ਕੁਰਬਾਨੀ ਦਿੱਤੀ ਇਹਨਾਂ ਨੇ ਜੀ। ਮੈਂ ਅਗਲੇ ਦਿਨ ਜਾ ਕੇ ਸਰਜੀਤ ਸਿੰਘ ਆਈਏ ਸਭ ਤੋਂ ਬੜਾ ਚੰਗਾ ਸੀ, ਉਹ ਰਾਏ ਕੀਤੀ। ਮੈਂ ਕਿਹਾ ਜਰਾ ਆਪਾਂ ਕੋਈ ਪੋਸਟਾਂ ਸਪੈਸ਼ਲ ਬਣਾ ਦਈਏ ਕਲਰਕ ਦੇ ਗ੍ਰੇਡ ਦੀ। ਆਖਿਆ ਆਪਾਂ ਨੂੰ ਕੈਟਲ ਸਕੇਅਰ ਦੀ ਲੋੜ ਆ, ਉਹਨਾਂ ਦਿਨ ਸਾਨੂੰ ਕੈਟਲ ਸਕੇਅਰ ਦੀ ਮੰਗ ਸੀ ਕਿ ਦਾਣਾ ਮੰਡੀਆਂ ਜਵਾਰਾ ਪਸ਼ੂ ਬੜੇ ਤੰਗ ਕਰਦੇ ਆ, ਤੇ ਅਸੀਂ ਕੈਟਲ ਸਕੇਅਰ ਦੀਆਂ ਪੋਸਟਾਂ ਬਣਾਤੀਆਂ। ਅੱਛਾ, ਕਲਰਕ ਦਾ ਗ੍ਰੇਡ ਦਿੱਤਾ ਤੇ ਉਹਦੀ ਕੁਆਲੀਫਿਕੇਸ਼ਨ ਮਿਡਲ ਰੱਖਤੀ। ਪੋਸਟਾਂ ਬਣਾ ਕੇ ਫਿਰ ਉਸ ਧਰਮੀ ਫੌਜੀ ਭਰਤੀ ਕੀਤੀ। ਅੱਜ ਵੀ ਉਹਨਾਂ ਚੋਂ ਕੀ ਲੱਗਿਆ, ਹੁਣ ਰਿਟਾਇਰ ਹੋ ਗਏ। ਇਹ ਤੁਸੀਂ ਬੜਾ ਪੁੰਨ ਦਾ ਕੰਮ ਕੀਤਾ, ਕਿਉਂਕਿ ਸਾਡੇ ਲੀਡਰਾਂ ਨੇ ਉਹਨਾਂ ਨੂੰ ਕਹਿ ਕੇ ਵੀ ਛੱਡ ਆਓ ਤੇ ਆ ਜਾਓ, ਬਾਅਦ ਦੇ ਵਿੱਚ ਸਾਰ ਨਹੀਂ ਲਈ। ਭਾਵੇਂ ਇਤਿਹਾਸ ਆ, ਹੁਣ ਆਪਾਂ ਕਈ ਕਰਨ ਬੜੇ ਗੁੱਸੇ 100 ਗੱਲਾਂ ਹੋ ਜਾਂਦੀਆਂ, ਆਪਾਂ ਉਹ ਇਤਿਹਾਸ ਨਹੀਂ ਜਾਣਾ ਚਾਹੁੰਦੇ। ਉਦੋਂ ਮਗਰੋਂ ਮੇਰਾ ਕਹਿਣ ਤੋਂ ਭਾਵ ਆਪ ਧਰਮ ਦੀ ਖਾਤਰ ਬੜਾ ਬੰਦਾ ਸੱਟ ਵੱਜਦੀ ਜੋ ਸੱਟ ਪੈਂਦੀ, ਅਸੀਂ ਆਪ ਫੌਜ ਦੀਆਂ ਜਿਹੜੀਆਂ ਕੱਟੀਆਂ ਸਰਵ ਕੀਤਾ। ਇਹ ਮੇਰਾ ਕਹਿਣ ਤੋਂ ਭਾਵ ਕਿ ਕਿੰਨਾ ਚਿਰ ਦੇਸ਼ ਪ੍ਰਤਾਪ ਹੋਰ ਸਾਰੇ ਸੰਜਨੈਲ ਸਿੰਘ ਦਾ ਵੱਡਾ ਭਾਈ ਮੇਰਾ ਜਨਰਲ ਸਕੱਤਰ ਹੁੰਦਾ ਸੀ, ਫਰੀਦਕੋਟ ਜਿਹੜੀਆਂ ਕੱਟੀਆਂ ਉਹ ਬਲੂ ਸਟਾਰ ਤੋਂ ਬਾਅਦ ਬੜੀਆਂ ਲੰਮੀਆਂ ਸਾਰਿਆਂ ਨੇ। ਇਸ ਲਈ ਮੇਰਾ ਕਹਿਣ ਤੋਂ ਭਾਵ ਕਿ ਪਾਰਟੀ ਦੀ ਖਾਤਰ ਕੀਤੀਆਂ, ਕੌਮ ਦੀ ਖਾਤਰ ਕੱਟੀਆਂ, ਇਹ ਕੋਈ ਸਾਡਾ ਸਾਨ ਨਹੀਂ ਕਿਸੇ ਤੇ। ਅੱਛਾ, ਪਰਮਾਤਮਾ ਨੇ ਕਰਾਇਆ ਜੋ ਕਰਾਇਆ। ਇਸ ਲਈ ਮੇਰਾ ਕਹਿਣ ਤੋਂ ਭਾਵ ਇੰਜੀਨੀਅਰਿੰਗ ਵਿੰਗ ਚ ਇੰਨੀ ਭਰਤੀ ਕੀਤੀ, ਆਕਸ਼ਨ ਕਾਰਡ ਨਵੇਂ ਲੈ ਮੁੰਡੇ ਬਹੁਤ ਲਾਏ। ਅੱਜ ਤੁਹਾਨੂੰ ਮਿਲਣਗੇ ਜਿਹੜੇ ਆਕਸ਼ਨ ਕਾਰਡ ਉਸ ਵੇਲੇ ਲਾਏ ਸੀ, ਅੱਜ ਉਹ ਸੈਕਟਰੀ ਬਣੇ ਫਿਰਦੇ। ਘੱਟੋ ਘੱਟ 30-40 ਕਮੇਟੀਆਂ ਸੈਕਟਰੀ ਹੋਣਗੇ ਉਸ ਵੇਲੇ ਤੇ ਲੱਗੇ ਹੋਏ, ਮਾਰਕੀਟ ਸੈਕਟਰੀ ਆ। ਤੁਸੀਂ ਤਾਂ ਜਦੋਂ ਬਾਅਦ ਦੇ ਵਿੱਚ ਟੀਚਰ ਬੜੇ ਭਰਤੀ ਕੀਤੇ, ਮੇਰਾ ਖਿਆਲ ਤੁਸੀਂ ਐਗਰੀਕਲਚਰ ਵਾਲੇ ਟੀਚਰ ਬੜੇ ਭਰਤੀ। ਕਹਾਣੀ ਦੱਸੂਗਾ, ਬਹੁਤ ਵੱਡੀ ਕਹਾਣੀ ਆ ਉਹ। ਅਸੀਂ ਤੁਹਾਡੇ ਨਾਲ ਇੱਕ ਹੋਰ ਸੈਗਮੈਂਟ 'ਚ ਤੁਹਾਡੀ ਐਜੂਕੇਸ਼ਨ ਦੇ ਤਜਰਬੇ ਸਾਂਝੇ ਕਰਾਂਗੇ। ਬਾਕੀ ਸਮਿਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਸੀਂ ਕਰਦੇ ਰਹੇ ਹੋ, ਅਕਾਲੀ ਇਤਿਹਾਸ ਨੂੰ ਕਿਵੇਂ ਦੇਖਿਆ? ਮੇਰੇ ਤੇ ਐਸੀ ਕਿਰਪਾ ਰਹੀ ਕਿ ਐਜੂਕੇਸ਼ਨ 5 ਸਾਲ ਮਿਨਿਸਟਰ ਆ, ਮੇਰੇ ਵੇਲੇ ਕਦੇ ਕੋਈ ਹੜਤਾਲ ਨਹੀਂ। ਪੰਜਾਬ ਰਿਕਾਰਡ ਕੱਢ ਦਿਓ, ਲਿਆਓ ਕੱਢੋ ਅਖਬਾਰਾਂ 'ਚ। 5 ਸਾਲਾਂ 'ਚ ਕੋਈ ਹੜਤਾਲ ਹੋਈ ਵੇ ਇੱਥੇ ਹੀ ਬਸ। ਗੁਰੂ ਦੀ ਕਿਰਪਾ ਨਾਲ ਕਦੇ ਵਿੱਦਿਆ ਮੰਤਰੀ ਦੂਜੀ ਵਾਰ ਜਿੱਤਿਆ ਨਹੀਂ, ਮੈਂ ਗੁਰੂ ਦੀ ਕਿਰਪਾ ਨਾਲ ਦੂਜੀ ਵਾਰ ਜਿੱਤਾਂ 2002। ਅੱਛਾ, ਆਮ ਕਿਹਾ ਜਾਂਦਾ ਹੈ ਕਿ ਯਾਰ ਨਾਲੇ ਸਾਡੀ ਪਾਰਟੀ ਦੀ ਹਵਾ ਨਹੀਂ ਸੀ, ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆ ਉਦੋਂ, ਪਰ ਮੈਂ ਫਿਰ ਵਿੱਦਿਆ ਮੰਤਰੀ ਹੁੰਦਾ ਸ਼ਹਿਰੀ ਸੀਟ ਜਿੱਤਿਆ ਹੋਊਗਾ। ਨਹੀਂ ਜਥੇਦਾਰ ਸਾਹਿਬ, ਇੱਕ ਆਮ ਹੀ ਗੱਲ ਸੀਗੀ, ਭਾਵੇਂ ਤੁਹਾਡੀ ਸਰਕਾਰ ਹੋਵੇ ਤੇ ਭਾਵੇਂ ਕਾਂਗਰਸ ਦੀ, ਕਿ ਐਜੂਕੇਸ਼ਨ ਮਹਿਕਮਾ ਨਾ ਲਿਓ, ਇਹ ਤੇ ਪਿੰਡਾਂ ਦੀਆਂ ਗਲੀਆਂ 'ਚ ਜਾ ਵੜਦੇ, ਹਲਕਿਆਂ ਦੇ ਵਿੱਚ ਇਹ ਜਿੱਤਣ ਨਹੀਂ ਦਿੰਦੇ। ਦੂਜੀ ਗੱਲ ਇਹ ਆ ਕਿ ਆਮ ਹੀ ਲੋਕ ਕਹਿੰਦੇ ਸੀ ਕਿ ਯਾਰ ਇਹ ਤੋਂ ਬਚ ਕੇ ਹੀ ਰਹੋ ਮਹਿਕਮੇ ਤੋਂ, ਲੇਕਿਨ ਤੁਹਾਡਾ ਕੰਮ ਜਿਹੜਾ ਤੁਸੀਂ ਲਿਆ। ਦੂਜੀ ਗੱਲ ਜਿਹੜੀ ਸਭ ਤੋਂ ਅਹਿਮ ਮੈਂ ਜਿਹੜੀ ਪੁੱਛਣਾ ਚਾਹੂੰਗਾ ਕਿ ਇੱਕੋ ਹੀ ਗੱਲ, ਸਿਰਫ ਮੈਂ ਇਹਨੂੰ ਥੋੜਾ ਜਿਹਾ, ਤੁਹਾਡੇ ਕੋਲੋਂ ਤੁਹਾਡੇ ਵੱਡੇ ਲੀਡਰ ਵੱਖ ਹੋ ਗਏ ਤੇ ਤੁਸੀਂ ਔਰ ਹੋਰ ਤੁਹਾਡੇ ਸਟੇਚਰ ਵਾਲੇ ਜਿਹੜੇ ਬੰਦੇ ਸੀ ਜਿਨ੍ਹਾਂ ਨੇ ਬੜੇ ਸਾਲ ਜ਼ਿੰਦਗੀ 'ਚ ਇਕੱਠਿਆਂ ਬਿਤਾਏ ਸੀ, ਤੁਸੀਂ ਉਹਨਾਂ ਨੂੰ ਆਪ ਯਤਨ ਨਹੀਂ ਕੀਤਾ ਮਨਾਉਣ ਦਾ? ਢੀਂਡਸਾ ਸਾਹਿਬ ਚਲੇ ਗਏ, ਬ੍ਰਹਮਪੁਰਾ ਚਲੇ ਗਏ, ਕਦੇ ਤੁਹਾਨੂੰ ਲੱਗਿਆ ਨਹੀਂ ਕਿ ਯਾਰ ਇੱਕ ਚੰਗਾ ਸੈਟਅਪ ਸੀਗਾ, ਤੁਸੀਂ ਪੁਰਾਣੇ ਬੰਦੇ ਨਿੱਠ ਕੇ ਬਹਿੰਦੇ ਸੀਗੇ, ਤੁਸੀਂ ਯਤਨ ਕੀਤਾ ਉਹਨਾਂ ਨੂੰ ਮੋੜਨ ਦਾ? ਦੇਖੋ ਸਾਹਿਬ ਪ੍ਰਕਾਸ਼ ਸਿੰਘ ਬਾਲ ਢੀਂਡ ਸਾਹਿਬ ਤੇ ਆਪ ਘਰੇ ਗਏ ਜੀ,
ਔਰ ਉਹਦਾ ਮਨ ਸੀ, ਨਹੀਂ ਮੰਨਿਆ ਉਹ। ਇਹ ਹੁਣ ਪਰਮਾਤਮਾ ਜਾਣਦਾ। ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨਾ, ਜਦੋਂ ਹਾਲਾਤ ਐਸੇ ਬਣ ਜਾਂਦੇ। ਸਾਡੇ ਨਾਲ ਬੀਤਦੀ ਰਹੀ ਹੈ ਜੀ। ਜੇ ਸੰਤ ਫਤਿਹ ਸਾਨੂੰ ਜਦੋਂ ਬਦਲਿਆ, ਔਰ ਉਦੋਂ ਪਹਿਲਾਂ ਜੇ ਤੁਰ ਸਾਹਿਬ ਨੂੰ ਜੋ ਬਦਲਿਆ, ਤਲਵੰਡੀ ਸਾਹਿਬ ਨੂੰ ਪ੍ਰਧਾਨ ਬਣਾਇਆ, ਫਿਰ ਤਲਵੰਡੀ ਸਾਹਿਬ ਨੂੰ ਬਦਲ ਕੇ ਜੋ ਸੰਤ ਚੰਦ ਸਿੰਘ ਬਣਾਇਆ, ਸਾਨੂੰ ਪਤਾ ਸਾਡੇ ਨਾਲ ਕੀ ਬੀਤੀ। ਤਲਵੰਡੀ ਸਾਹਿਬ ਰਾਸਤਾ ਦਾ ਮੈਂਬਰ ਹੀ ਬਣਾਤਾ ਵੀ ਚਲੋ ਪ੍ਰਧਾਨਗੀ ਛੱਡ ਦਿਓ, ਉਦੋਂ ਫਿਰ ਰੌਲਾ ਪੈ ਗਿਆ। ਸਾਨੂੰ ਪਤਾ ਉਹ ਸੰਕਟ ਚੋਂ ਕਿਵੇਂ ਲੰਘੇ ਉਸ ਵੇਲੇ। ਮੈਂ ਗੱਲਾਂ ਕਰਾਂ ਇਹ ਤਾਂ ਸੀਕ੍ਰੇਟ ਕਿਤਾਬ 'ਚ ਲਿਖੀਆਂ ਜਾਣੀਆਂ ਸਾਰੀਆਂ ਗੱਲਾਂ। ਮੈਂ ਸਿਰਫ ਤਾਂ ਪੁੱਛਿਆ ਸੀਗਾ, ਮੈਂ ਤੁਹਾਨੂੰ ਕਿਸੇ ਪੰਗੇ 'ਚ ਨਹੀਂ ਪਾਉਣਾ ਚਾਹੁੰਦਾ। ਮੈਂ ਤਾਂ ਪੁੱਛਿਆ ਸੀਗਾ ਕਿ ਬਾਦਲਾਂ ਨਾਲ ਤੇ ਉਹ ਨਾਰਾਜ਼ ਸੀਗੇ, ਜਿੱਦਾਂ ਹੁਣ ਤੱਕ ਨਜ਼ਰ ਆ ਰਿਹਾ, ਜਿੱਦਾਂ ਦੇ ਉਹਨਾਂ ਦੇ ਬਿਆਨ ਜਾਂ ਜੋ ਵੀ ਉਹਨਾਂ ਨੇ ਅੱਜ ਤੱਕ ਕੀਤਾ ਹੈ, ਕਿ ਉਹ ਬਾਦਲ ਪਰਿਵਾਰ ਨਾਲ ਨਾਰਾਜ਼ ਲੱਗਦੇ ਸੀ। ਤੁਸੀਂ ਕਿਉਂਕਿ ਤੁਹਾਡੀ ਸਾਰਿਆਂ ਦੀ ਵੀ ਇੱਕ ਰੈਪੋ ਅੱਛੀ ਸੀ, ਸਾਂਝ ਚੰਗੀ ਸੀ, ਭਾਈਚਾਰਕ ਤੌਰ ਤੇ ਰਿਸ਼ਤੇ ਨਾਤਿਆਂ ਦੇ ਵਿੱਚ ਇੱਕ ਦੂਜੇ ਨੂੰ ਮਿਲਣ ਗਿਲਣ ਦਾ ਦਹਾਕਿਆਂ ਦੀ ਸਾਂਝ ਸੀਗੀ, ਤੁਸੀਂ ਆਪਣੇ ਤੌਰ ਤੇ ਵੀ ਐਫਰਟਸ ਲਾਏ ਜੀ। ਵੇਖੋ ਇਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਵੱਡੇ ਸਲਾਹਕਾਰ ਆਪਣੇ ਪਰਮਪੁਰਾ ਤੇ ਢੀਂਡਸਾ ਸੀ। ਅਸੀਂ ਤਾਂ ਉਦੋਂ ਉੱਥੇ ਨੰਬਰ ਤੇ ਆ ਜਾਂਦੇ ਸੀ ਜੀ, ਕਿਉਂਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਤਕੜੀ ਪਰ ਸਰਜੀਤ ਬਰਨਾਲਾ ਰਹੇ ਹਾਂ। ਉਹ ਬਾਦਲ ਸਾਹਿਬ ਕਿਸੇ ਗੁੱਸੇ 'ਚ ਆ ਕੇ ਜਾਂ ਬਲੂ ਸਟਾਰ ਦੇ ਬਹਾਨੇ ਜਿਹੜਾ ਹੋਇਆ, ਬਲੂ ਸਟਾਰ ਤੋਂ ਬਾਅਦ ਪੁਲਿਸ ਦੀ ਇੰਟਰਵਿਊ ਭਾਵੇਂ ਬਰਨਾਲਾ ਸਾਹਿਬ ਮੁੱਖ ਮੰਤਰੀ ਮਾਫੀ ਮੰਗ ਲਈ ਸੀ ਕਿ ਅੱਡ ਅਕਾਲੀ ਦਲ ਬਣ ਗਈ ਥੋੜਾ ਸਾਰੇ। ਔਰ ਅਸੀਂ ਮੈਨੂੰ ਪਤਾ ਕਿ ਮਿਹਨਤ ਕਰਕੇ ਅਸੀਂ ਆਪ ਏਕਤਾ ਕਰਾਈ, ਆਪ ਹੱਥ ਜੋੜੀ ਜਾ ਸਾਰਿਆਂ ਕੋਲੇ। ਉਹਦੇ ਹੋਰ ਬਹੁਤ ਸਾਰੇ ਲੀਡਰਾਂ ਦਾ ਵੀ ਸਹਿਯੋਗ ਹੈ ਏਕਤਾ ਕਰਾਉਣ ਦੇ ਵਿੱਚ, ਜਿਹਦਾ ਕਰਕੇ ਅੱਜ ਅਸੀਂ ਅਕਾਲੀ ਦਲ ਦਾ ਰਾਜ ਭਾਗ 3 ਵਾਰੀਆਂ 'ਚ ਭੋਗਿਆ ਉਸ ਤੋਂ ਮਗਰ। ਇਸ ਲਈ ਮੇਰਾ ਕਹਿਣ ਤੋਂ ਭਾਵ ਕਿ ਇਹ ਸਾਡੀ ਬਦਕਿਸਮਤੀ ਆ। ਮੈਂ ਜੇ ਟੌੜਾ ਸਾਹਿਬ ਜੋ ਪਾਰਟੀ ਤੋਂ ਕੱਢੇ, ਮੇਰਾ ਬੜਾ ਪਿਆਰ ਸੀ ਕਈਆਂ ਨੇ। ਮੈਂ ਉਹਦੇ ਟੌੜਾ ਸਾਹਿਬ ਦੇ ਹਲਕੇ ਝਾਨ ਕੇ ਪਿੰਡ ਬਹੁਤ ਵੱਡਾ ਜੀ। ਉਹ ਮੈਨੂੰ ਪਹਿਲਾਂ ਕਹਿੰਦੇ ਜਦ ਜੋ ਹਾਈ ਸਕੂਲ ਆਪਾਂ ਤੇ ਮੇਰਾ +2 ਕਰ ਦਿਓ, ਮੇਰੇ ਤੋਂ ਕਿਤੇ ਰਹਿ ਗਿਆ। ਮੇਰੇ ਕੋਲ ਲੋਕਲ MLA ਰਿਜ਼ਰਵ ਜਿਹੜਾ MLA ਸੀ ਟੌੜਾ, ਉਹ ਟੌੜਾ ਹੀ ਪਾਉਂਦਾ ਯਾਰ ਦੇ ਉਹ ਮੇਰੇ ਕੋਲ ਆ ਸਾਡਾ ਸਕੂਲ ਮੈਂ ਕਿਹਾ ਪਾਤਾ ਲਿਸਟ ਪਾਏ 16 ਸਕੂਲ ਅਪਰੇਟ ਕੀਤਾ ਸੀ ਮੇਰੇ ਕੋਲ ਉਸ ਵੇਲੇ 2001 ਚ ਜੀ। ਤੇ ਮੈਨੂੰ ਕਹਿੰਦਾ ਕਿ ਉਹ ਸਾਡਾ ਉਹ ਪਾਇਆ, ਮੈਂ ਉਹ ਪਾਇਆ ਪਿਆ। ਉੱਥੇ ਮੈਨੂੰ ਸੱਦ ਲਿਆ ਉਹਨਾਂ ਨੇ ਉਦਘਾਟਨ ਕਰਨ ਵਾਸਤੇ ਸਕੂਲ ਤੇ। ਅੱਛਾ, ਮੈਂ ਉੱਥੇ ਗਿਆ। ਜੋ ਗਿਆ ਉੱਥੇ ਮੈਨੂੰ ਮੈਂ ਬਣਾਇਆ ਮੇਰੇ ਲੋਕਲ ਕਹਿਣ ਲੱਗ ਗਏ। ਮੈਂ ਕਿਹਾ ਮੈਂ ਤਾਂ ਜ਼ਿੰਦਗੀ ਝੂਠ ਪਾ ਰਹੇ ਨੇ ਕਿਤੇ, ਮੈਂ ਤੁਹਾਨੂੰ ਸੱਚ ਦੱਸਦਾ ਵੀ ਟੌੜਾ ਸਾਹਿਬ ਭਾਵੇਂ 7 ਪਾਸੇ ਹੋ ਗਿਆ ਜੀ, ਪਰ ਉਹਨਾਂ ਨੇ ਮੈਨੂੰ ਕਿਹਾ ਸੀ ਮੇਰਾ ਸਕੂਲ ਇਹ ਜ਼ਰੂਰ ਬਣਾ ਦਿਓ +2। ਅੱਛਾ, ਤੇ ਮੇਰੇ ਮਨ ਤੇ ਬਹੁਤ ਸੀ, ਮੈਂ ਤਾਂ ਬਣਾਇਆ। ਇਸ ਲਈ ਉਹਦੀ ਸ਼ਿਕਾਇਤ MLA ਨੇ ਆ ਕੀਤੀ ਮੁੱਖ ਮੰਤਰੀ ਕੋਲੇ। ਮੁੱਖ ਮੰਤਰੀ ਬੜੇ ਸਿਆਣੇ ਸੀ, ਮੈਨੂੰ ਕਹਿੰਦੇ ਕੀ ਗੱਲ ਮੈਂ ਹੋਈ ਆ, ਕਹਿੰਦੇ ਬਹੁਤ ਵਧੀਆ ਕੀਤਾ ਤਾਂ। ਇਸ ਲਈ ਜਿਹੜੀਆਂ ਗੱਲਾਂ ਨਾ ਜਦੋਂ ਜਿਹਦੇ ਖਿਲਾਫ ਹੋ ਜਾਂਦੇ ਆ, ਫਿਰ ਅਸੀਂ ਐਵੇਂ ਭਾਲੇ ਪੋਥੜੇ ਫੁੱਲਣ ਲੱਗ ਜਾਂਦੇ, ਜਿਹੜੇ ਸ਼ੋਭਾ ਨਹੀਂ ਦਿੰਦੇ। ਸਿਆਸਤ ਅਜੀਬ ਰੰਗ ਲੈ ਗਈ। ਮੈਂ ਤਾਂ ਹੀ ਤੁਹਾਨੂੰ ਪੁੱਛਿਆ ਸੀ ਕਿ ਪੁਰਾਣੀ ਸਿਆਸਤ ਤੇ ਅੱਜ ਦੀ ਸਿਆਸਤ ਦੇ ਵਿੱਚ ਅੰਤਰ ਜਿਹੜਾ ਹੈ ਉਹ ਬੜਾ ਅਜੀਬ ਕਿਸਮ ਦਾ ਹੋ ਗਿਆ। ਅਸੀਂ ਨਿੱਜੀ ਬੈਰੂ ਅਰਦਾਸ ਚੰਗੇ ਦਿਨ ਲੈ ਕੇ ਆਉਣਗੇ ਸਾਰਿਆਂ ਜੀ। ਅੱਛਾ ਜਥੇਦਾਰ ਸਾਹਿਬ, ਅਸੀਂ ਉਸ ਕਿਤਾਬ ਦੀ ਉਡੀਕ ਕਰਾਂਗੇ ਜਿਹੜੀ ਕਿਤਾਬ ਤੁਹਾਡੇ ਹੱਥੋਂ ਲਿਖੀ ਜਾਣੀ ਹੈ। ਉਹ ਸੀਕ੍ਰੇਟਸ, ਉਹ ਇਤਿਹਾਸ ਬਣਨੇ ਨੇ ਜਿਹੜੇ ਅੰਦਰ ਦੇ ਪਰਦੇ ਸੀਗੇ। ਬਲੂ ਸਟਾਰ ਆਪਰੇਸ਼ਨ ਦਾ ਵੀ ਦੌਰ ਆਊਗਾ, ਉਹਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਨਾਲ ਸੰਬੰਧਿਤ ਗੱਲਾਂ ਵੀ ਹੋਣਗੀਆਂ, ਬਾਦਲ ਸਾਹਿਬ ਨਾਲ ਸੰਬੰਧਿਤ ਤੁਹਾਡੇ ਰਿਸ਼ਤੇ ਹੋਣਗੇ। ਲੇਕਿਨ ਮੈਂ ਅਗਲੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਹੋਰ ਪਰਸਨਲ ਗੱਲਾਂ ਇਸ ਕਰਕੇ ਕਰਨਾ ਚਾਹੁੰਦਾ ਹੈ। ਮੈਂ ਸੱਚੀ ਗੱਲ ਆ, ਜਿਹੜੀ ਸੀਕ੍ਰੇਟ ਕਿਤਾਬ ਆ ਉਹ ਕਦੇ ਆਪਦੇ ਹੁੰਦੇ ਉਹ 50 ਸਾਲਾਂ ਬਾਅਦ 30 ਸਾਲਾਂ ਬਾਅਦ ਆਊਟ ਹੋ ਜਾਂਦੀ ਹੈ। ਨਹੀਂ, ਕੁਦਰਤੀ ਆ ਉਹ ਮੈਂ ਸਮਝ ਸਕਦਾ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਤਾਂ ਉਹਨੂੰ ਰਿਵੀਲ ਨਹੀਂ ਕਰਨ ਲੱਗੇ। ਇਹ ਤਾਂ ਤੁਸੀਂ ਕੁਦਰਤ ਕਰੇ, ਤੁਸੀਂ 50 ਸਾਲ ਅਜੇ ਕੌਮ ਦੀ ਸੇਵਾ ਕਰੋ। ਕੁਝ ਸਵਾਲ ਪਰਮਾਤਮਾ ਠੀਕ ਹੈ ਜਿਹੜਾ ਰੱਖੇ ਜਿੰਨਾ ਚਿਰ ਜਥੇਦਾਰ ਸਾਹਿਬ ਗੁਰੂ ਰਾਮਦਾਸ ਦੀ ਕਿਰਪਾ ਰਹਿਣਾ। ਮੈਨੂੰ ਤਾਂ ਹੁਣ ਤੱਕ ਕਿਰਪਾ ਮੇਰੀ ਗੁਰੂ ਰਾਮਦਾਸ ਦੀ ਮਿਲੀ ਹੈ ਬਸ। ਕੁਝ ਸਵਾਲ ਐਸੇ ਵੀ ਆ ਜਿਹੜੇ ਮੈਂ ਜ਼ਰੂਰ ਅਗਲੀ ਵਾਰੀ ਕਰਨੇ ਆ, ਇਸ ਵਾਰੀ ਕਿਉਂਕਿ ਅਸੀਂ ਇੱਕ ਫੋਕਸ ਰੱਖਿਆ ਸੀ। ਤੁਸੀਂ ਇੱਕ ਕੋਰਟ ਦੇ ਵਿੱਚ ਵੀ ਫਸੇ, ਤੁਹਾਨੂੰ ਸਜ਼ਾ ਵੀ ਹੋਈ, ਤੁਸੀਂ ਪਿੱਛੋਂ ਪਰਿਵਾਰਕ ਤੌਰ ਤੇ ਬਹੁਤ ਤਗੜੇ ਹੋ, ਤੁਹਾਡੇ ਕੋਲ 300 ਕਿੱਲਾ ਜ਼ਮੀਨ ਜਿਵੇਂ ਤੁਸੀਂ ਆਫ ਦਾ ਰਿਕਾਰਡ ਮੈਨੂੰ ਦੱਸਿਆ, ਕਿਉਂਕਿ ਮੈਂ ਉਸ ਇਲਾਕੇ 'ਚ ਬਹੁਤਾ ਗਿਆ ਨਹੀਂ। ਲੇਕਿਨ ਤੁਸੀਂ ਫਿਰ ਵੀ ਇੱਕ ਝਮੇਲੇ 'ਚ ਫਸ ਗਏ, ਇੱਕ ਕਰਪਸ਼ਨ ਦੇ ਕੇਸ ਦੇ ਵਿੱਚ। ਸੋ ਇਹ ਸਾਰੀਆਂ ਗੱਲਾਂ ਅਸੀਂ ਅਗਲੀ ਵਾਰੀ ਕਰਾਂਗੇ। ਤੁਹਾਨੂੰ ਦੱਸਣਾ ਚਾਹੁੰਦਾ, ਮੇਰੀ ਰਿਕੁਐਸਟ ਆ, ਕਰਪਸ਼ਨ ਕੇਸ 'ਚ ਮੈਨੂੰ ਬਰੀ ਕੀਤਾ ਗਿਆ। ਅੱਛਾ, ਤੁਸੀਂ ਬਰੀ ਹੋ ਗਏ ਸੀ? ਹਾਂ, ਉਹਦੇ ਬਰੀ ਕੀਤਾ। ਕਿੱਲਾ ਕਾਰ ਦਾ ਉਹਦੇ ਬਕਾਇਦਾ ਲਿਖਿਆ ਵੀ ਐਡੀ ਵੱਡੀ ਨੇ ਵਾਈਟ ਮਨੀ ਆ, ਬੈਡ ਟੈਨਸ਼ਨ ਨਾਲ ਇਹਨੂੰ ਪਾਇਆ ਗਿਆ, ਇਹਦੇ ਤੇ ਕੇਸ ਬਣਾਇਆ ਗਿਆ। ਇਹ ਸ਼ਬਦ ਲਿਖੇ ਪਿਆ ਉਹਦੇ 'ਚ। ਨਾਲ ਦੂਜਾ ਫਿਰ ਕਾਰ ਤੇ ਵੀ ਮੈਨੂੰ ਸ਼ੱਕ ਆ ਕਿ ਮੋਗੇ ਤੋਂ ਮਹਾਲੀ ਜਿਹੜੀ ਐਜੂਕੇਸ਼ਨ ਬੋਰਡ ਦੀ ਕਾਰ ਆ, ਉਹ ਬਹੁਤ ਹੈਰਾਂ ਗਈ ਆ। ਐਜੂਕੇਸ਼ਨ ਕਾਰ ਦੀ ਬੋਰਡ ਦੀ ਕਾਰ ਵਰਤ ਨਹੀਂ ਸਕਦੇ, ਮਿਨਿਸਟਰ ਦੇ ਨਾਲ ਗਈ ਆ ਇਹ। ਇਸ ਲਈ ਮੈਂ 1 ਸਾਲ ਇਹਨੂੰ ਕੈਦ ਕਰ ਦਿੱਤਾ। ਅੱਛਾ, ਮੇਟ ਜੂਸ। ਓਕੇ। ਅੱਛਾ, ਇਹ ਮਤਲਬ ਜਿਹੜਾ ਰੂਟੀਨ ਦੇ ਵਿੱਚ ਹੀ ਅਫਸਰਸ਼ਾਹੀ ਕਰਦੀ ਰਹਿੰਦੀ ਹੈ ਕਿ ਇੱਕ ਮੰਤਰੀ ਦੇ ਨਾਲ 10 ਕਾਰਾਂ ਦਾ ਕਾਫਲਾ ਹੈ,
ਉਹ ਚੱਕਰ 'ਚ ਤੁਸੀਂ ਫਸੇ। ਚਲੋ ਹੁਣ ਉਹ ਤਾਂ ਹਾਈ ਕੋਰਟ 'ਚ ਕੇਸ ਪੈਂਡਿੰਗ ਆ, ਇਸ ਲਈ ਮੈਂ ਉਹ ਇਕੱਲਾ ਕਾਰ ਵਾਲਾ ਕੇਸ ਆ। ਦੂਜਾ ਤਾਂ ਉਹ ਬਹੁਤ ਸਖਤ ਲਿਖਿਆ, 3 ਪੇਜ ਲਿਖੇ ਹੋਏ ਜੀ, ਕਿਉਂਕਿ ਲੋਕਾਂ ਦੇ ਸਵਾਲ ਹੁੰਦੇ ਆ। ਅਸੀਂ ਕੋਈ ਬਣਾਉਟੀ ਦਾ, ਸਾਡੀ ਤਾਂ ਆਪਦੀ ਬਾਈਟ ਮਨੀ ਦਿਖਾਤੀ ਆ ਸੀ ਸਾਡੀ ਭਾਈ ਜੀ। ਸੋ ਜਸਦਰ ਸਾਹਿਬ, ਅਗਲੀ ਵਾਰੀ ਅਸੀਂ ਚਾਹਾਂਗੇ ਕਿ ਤੁਹਾਡੀ ਜ਼ਿੰਦਗੀ ਦੇ ਉਹ ਪਹਿਲੂ ਲੋਕ ਜਾਣਨ ਜਿਹੜੇ ਪਹਿਲੂ ਤੁਸੀਂ ਵੱਖ-ਵੱਖ ਮੰਤਰਾਲਿਆਂ ਦੇ ਵਿੱਚ ਰਹਿੰਦਿਆਂ ਹੰਡਾਏ ਨੇ, ਜਿਹੜੇ ਅਨੁਭਵ ਤੁਸੀਂ, ਕਿਉਂਕਿ ਨਵੀਂ ਪੀੜ੍ਹੀ ਦੇ ਕੰਮ ਆ ਸਕਦੇ ਆ, ਜਿਹੜੇ ਹੁਣ ਵੀ ਅੱਗੇ ਵਜ਼ਾਰਤਾਂ ਹੰਡਾ ਰਹੇ ਉਹਨਾਂ ਨੂੰ ਵੀ ਫਾਇਦਾ ਹੋ ਸਕਦਾ, ਕਿਉਂਕਿ ਜਿਹੜੇ ਅਨੁਭਵ ਹਾਸਲ ਕੀਤੇ ਜਾਂਦੇ ਆ ਸਾਲਾਂ ਦੇ ਨਾਲ, ਉਹ ਸਾਲ ਗਵਾ ਕੇ ਲੈਣੇ ਬਹੁਤੇ ਸਿਆਣਪ ਵਾਲੀ ਗੱਲ ਨਹੀਂ ਹੁੰਦੀ, ਜੇ ਕਿਧਰੋਂ ਮਿਲ ਜਾਣ ਤੇ ਲੈ ਲੈਣੇ ਚਾਹੀਦੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਜਥੇਦਾਰ ਜੀ। ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ।